ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਹੈ ਜਿਮੀ ਪੁੱਛੇ ਅਸਮਾਨ। ਸਮਰਪਣ ਹੈ ਉਹਨਾਂ ਦੇ ਨਾਮ ਜਿਹੜੇ ਆਪਣੇ ਸਿਵਿਆਂ ਦੀ ਲਾਟ ਨਾਲ ਲੋਕਾਂ ਦੇ ਰਾਹ ਰੁਸ਼ਨਾਨ ਦੀ ਕੋਸ਼ਿਸ਼ ਕਰਦੇ ਮਿੱਟੀ 'ਚ ਮਿੱਟੀ ਹੋ ਗਏ, ਪਰ ਜਿਨ੍ਹਾਂ ਬਾਰੇ ਜ਼ਮੀਨ ਹਮੇਸ਼ਾ ਅਸਮਾਨ ਨੂੰ ਪੁੱਛਦੀ ਰਹੇਗੀ। ਅੰਗ ਪਹਿਲਾ। ਸ਼ਹਿਰ ਪਟਿਆਲਾ। ਮੌਸਮ ਠੰਡ ਦਾ, ਬੱਦਲਵਾਈ, ਆਥਣ। ਧਰਮ ਯੂਨੀਵਰਸਿਟੀ ਤੋਂ ਸ਼ਹਿਰ ਆਇਆ। ਨਿੱਕੇ ਮੋਟੇ ਕੰਮ ਕਰਕੇ ਉਹ ਅਨਾਰਦਾਨਾ ਚੌਕ, ਧਰਮਪੁਰਾ ਬਾਜ਼ਾਰ ਤੇ ਸ਼ੇਰਾਂ ਵਾਲਾ ਗੇਟ ਲੰਘ ਕੇ 12 ਬਾਗ ਕੋਲ ਪਹੁੰਚ ਗਿਆ। ਸਕੂਟਰ ਉਹਨੇ ਬੈਂਕ ਕੋਲ ਖੜਾ ਕਰ ਦਿੱਤਾ। ਬਾਗ ਵਿੱਚ ਹੀ ਉਹ ਪੈਦਲ ਜਾਣਾ ਚਾਹੁੰਦਾ ਸੀ। ਵਗਦੀ ਵੱਡੀ ਸੜਕ ਛੱਡ ਕੇ ਉਹ ਖੱਬੇ ਹੱਥ ਵਾਲੀ ਛੋਟੀ ਸੜਕ ਪੈ ਗਿਆ, ਜਿਹੜੀ ਵਿੰਗ ਵਲੇਵੇਂ ਖਾਂਦੀ ਬਾਗ ਵਿੱਚ ਦੀ ਘੁੰਮ ਕੇ ਜਾਂਦੀ ਸੀ। ਉੱਚੇ ਲੰਬੇ ਮੋਟੇ ਭਾਰੇ ਵੱਡਿਆਂ ਪੱਤਿਆਂ ਵਾਲੇ, ਛੋਟੇ ਪੱਤਿਆਂ ਵਾਲੇ, ਲੰਬੇ ਪੱਤਿਆਂ ਵਾਲੇ, ਮਧਰੇ ਪੱਤਿਆਂ ਵਾਲੇ, ਫੁੱਲਾਂ ਵਾਲੇ, ਫਲਾਂ ਵਾਲੇ ਅਨੇਕ ਤਰ੍ਹਾਂ ਦੇ ਰੁੱਖਾਂ 'ਚ ਘਿਰੀ ਸੜਕ ਦੇ ਆਲੇ ਦੁਆਲੇ ਫੁੱਲਾਂ ਦੀਆਂ ਕਿਆਰੀਆਂ ਸਨ। ਮੁਸਕਰਾਉਂਦੇ, ਝੂਮਦੇ, ਸੈਨਤਾਂ ਕਰਦੇ, ਗੱਲੀਂ ਲੱਗੇ ਰੰਗ ਬਿਰੰਗੇ ਸ਼ਰਾਰਤੀ ਫੁੱਲ ਤੇ ਧੀਮੇ ਰੰਗਾਂ ਵਾਲੇ ਗੈਰ ਗੰਭੀਰ ਚੁੱਪਚਾਪ ਸਮਾਧੀ 'ਚ ਲੀਨ ਫੁੱਲ। ਫੁੱਲਾਂ ਤੋਂ ਪਾਰ ਘਾਹ ਦੇ ਮੈਦਾਨ। ਧਰਮ ਨੂੰ ਲੱਗਿਆ ਉਹਨੂੰ ਪਹਿਲੇ ਕਦੇ ਬਾਗ ਕਿਉਂ ਨਹੀਂ ਸੀ ਦਿਸਿਆ। ਇੱਕ ਦਰਖਤ ਉੱਪਰ ਕਿੰਨੇ ਸਾਰੇ ਬਈਆਂ ਦੇ ਆਲ੍ਹਣੇ ਲਟਕ ਰਹੇ ਸਨ। ਜਾਮਣ ਦੇ ਦਰਖਤ ਉੱਪਰ ਬੈਠਾ ਕਾਂ 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 ਕਰ ਰਿਹਾ ਸੀ, ਜਿਵੇਂ ਕਿਸੇ ਦਾ ਸੁਨੇਹਾ ਲਿਆਇਆ ਹੋਵੇ। ਮੀਲਾਂ ਤੱਕ ਵਿਛਿਆ ਇਹ ਬਾਗ ਕਦੇ ਸ਼ਹਿਰ ਤੋਂ ਬਾਹਰ ਹੁੰਦਾ ਸੀ। ਰਾਤ ਨੂੰ ਉਹਦੇ 12 ਹੀ ਗੇਟ ਬੰਦ ਹੋ ਜਾਂਦੇ ਸਨ ਤੇ ਗੇਟਾਂ ਉੱਪਰ ਪਹਿਰੇ ਲੱਗ ਜਾਂਦੇ ਸਨ। ਬਾਗ ਦੇ ਵਿਚਕਾਰ ਰਾਜੇ ਦਾ ਮਹਿਲ ਸੀ। ਰਾਤ ਵੇਲੇ ਰਾਣੀਆਂ ਇਹਨਾਂ ਹੀ ਸੜਕਾਂ ਉੱਪਰ ਸੈਰ ਕਰਦੀਆਂ ਹੋਣਗੀਆਂ, ਧਰਮ ਨੂੰ ਖਿਆਲ ਆਇਆ। ਪਰ ਹੁਣ ਤੱਕ ਉਹ ਰਾਜੇ ਰਾਣੀਆਂ ਦਾ ਪਤਾ ਨਹੀਂ ਕਿੱਥੇ ਚਲੇ ਗਏ ਸਨ, ਜਾਂ ਸ਼ਾਇਦ ਮਰ ਮੁੱਕ ਗਏ ਸਨ। ਬਾਗ ਦੇ 12 ਹੀ ਦਰਵਾਜ਼ੇ ਹੁਣ ਦਿਨ ਰਾਤ ਖੁੱਲ੍ਹੇ ਰਹਿੰਦੇ ਸਨ। ਮਹਿਲਾਂ ਵਿੱਚ ਹੁਣ ਤਰ੍ਹਾਂ ਤਰ੍ਹਾਂ ਦੇ ਦਫ਼ਤਰ ਸਨ। ਸੜਕਾਂ ਉੱਪਰ ਆਮ ਜਨਤਾ ਤੁਰੀ ਫਿਰਦੀ ਸੀ। ਸ਼ਹਿਰ ਬਾਗ ਨੂੰ ਉਲੰਘ ਕੇ ਪਰਲੇ ਪਾਸੇ ਦੂਰ ਤੱਕ ਜਾ ਚੁੱਕਾ ਸੀ। ਕਿਹਨੇ ਬਾਗ ਲਗਵਾਇਆ ਹੋਏਗਾ? ਕੌਣ? ਦੂਰ ਦਸੌਰਾਂ 'ਤੇ ਅਸ਼ੋਕ ਬ੍ਰਿਕਸ਼, ਇਹ ਚਨਾਰ ਦੇ ਰੁੱਖ, ਇਹ ਇਲਾਇਚੀਆਂ ਦੇ ਬੂਟੇ, ਇਹ ਅਮਲਤਾਸ, ਇਹ ਕੇਸੂ, ਇਹ ਖਜੂਰ ਕਿੱਥੋਂ ਕਿੱਥੋਂ ਆਏ ਹੋਣਗੇ। ਇਹ ਤਰ੍ਹਾਂ ਤਰ੍ਹਾਂ ਦੀਆਂ ਵੇਲਾਂ ਤੇ ਸੈਂਕੜੇ ਤਰ੍ਹਾਂ ਦੇ ਫੁੱਲ ਬੂਟੇ, ਗੁਲਾਬ ਦੇ ਫੁੱਲਾਂ ਦਾ ਪੂਰਾ ਇੱਕ ਖੇਤ। ਰਾਤ ਵੇਲੇ ਇਹ ਰੁੱਖ ਇੱਕ ਦੂਜੇ ਨੂੰ ਆਪਣੇ ਆਪਣੇ ਦੇਸਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਹੋਣਗੇ। ਇਹ ਰੁੱਖ ਬੱਦਲਾਂ ਦੇ ਹੱਥ, ਪੰਛੀਆਂ ਦੇ ਹੱਥ ਆਪਣੇ ਦੇਸਾਂ ਨੂੰ ਸੁਨੇਹੇ ਵੀ ਭੇਜਦੇ ਹੋਣਗੇ। ਸੋਚਦਾ ਧਰਮ ਭੁੱਲ ਹੀ ਗਿਆ ਕਿ ਇਹ ਜਿਹੜਾ ਮੌਸਮ ਹੈ, ਇਹ ਕਿਹੜਾ ਵੇਲਾ ਹੈ ਤੇ ਕਿੰਨਾ ਹੀ ਚਿਰ ਉਹ ਬਾਗ 'ਚ ਘੁੰਮਦਾ ਰਿਹਾ। ਫਿਰ ਉਹ ਮਲਕਾ ਦੇ ਬੁੱਤ ਕੋਲ ਬੈਠ ਗਿਆ। ਸ਼ੇਕਸਪੀਅਰ ਇਸੇ ਮਲਕਾ ਦੇ ਰਾਜ ਵਿੱਚ ਹੋਇਆ ਸੀ। ਉਹਨੂੰ ਖਿਆਲ ਆਇਆ। ਸ਼ੇਕਸਪੀਅਰ ਦਾ ਖਿਆਲ ਆਉਣ ਨਾਲ ਉਹਨੂੰ ਖਿਆਲ ਆਇਆ ਉਹਨੇ ਤੇ ਸਿਮਰਨ ਦੇ ਘਰ ਕਿਤਾਬਾਂ ਦੇਣੀਆਂ ਸਨ। ਅਲਸਾਇਆ ਜਿਹਾ ਉੱਠਿਆ, ਹੌਲੀ ਹੌਲੀ ਤੁਰਦਾ ਉਹ ਬਾਰਾਂਦਰੀ ਪਾਰ ਕਰ ਗਿਆ। ਬਾਰਾਂਦਰੀ ਤੋਂ ਪਾਰ ਭੁਪਿੰਦਰਾ ਨਗਰ ਨਾਮ ਦੀ ਬਸਤੀ 'ਚ ਪਹੁੰਚ ਗਿਆ। ਇੱਥੇ ਹੀ ਤਾਂ ਸਿਮਰਨ ਹੋਰਾਂ ਦੀ ਕੋਠੀ ਸੀ। ਵੱਡੇ ਸਾਰੇ ਬਾਗ ਵਿੱਚ ਪੁਰਾਣੀ ਕਿਸਮ ਦੀ ਕੋਠੀ। ਧਰਮ ਨੇ ਲੋਹੇ ਦਾ ਭਾਰਾ ਗੇਟ ਖੜਕਾਇਆ। ਨੌਕਰ ਨੇ ਗੇਟ ਖੋਲ੍ਹਿਆ। ਇਹ ਕਿਤਾਬਾਂ ਮੈਡਮ ਸੌਂਦੀ ਨੇ ਭੇਜੀਆਂ ਹਨ। ਧਰਮ ਨੇ ਕਿਤਾਬਾਂ ਨੌਕਰ ਨੂੰ ਫੜਾ ਕੇ ਮੁੜ ਜਾਣ ਦੀ ਸਲਾਹ ਨਾਲ ਆਖਿਆ। ਆਈਏ, ਆਪ ਅੰਦਰ ਆਈਏ, ਆਖਦਾ ਬੁੱਢਾ ਨੌਕਰ ਮੂਹਰੇ ਲੱਗ ਤੁਰਿਆ। ਵੱਡਾ ਸਾਰਾ ਲੌਨ ਲੰਘ ਕੇ ਵਰਾਂਡੇ ਦੀਆਂ 2-3 ਪੌੜੀਆਂ ਚੜ੍ਹ ਕੇ ਵਰਾਂਡੇ ਤੋਂ ਪਾਰ ਗੇਂਦਾ ਰਾਮ ਨੇ ਡਰਾਇੰਗ ਰੂਮ ਖੋਲ੍ਹ ਦਿੱਤਾ। ਧਰਮ ਨੂੰ ਉੱਥੇ ਬੈਠਾ ਕੇ ਗੇਂਦਾ ਰਾਮ ਅੰਦਰ ਦੱਸਣ ਚਲਾ ਗਿਆ। ਧਰਮ ਆਲੇ ਦੁਆਲੇ ਝਾਕਿਆ। ਇਸ ਵੱਡੇ ਸਾਰੇ ਉੱਚੀਆਂ ਉੱਚੀਆਂ ਛੱਤਾਂ ਵਾਲੇ ਕਮਰੇ ਦਾ ਰੰਗ ਹਲਕਾ ਅਸਮਾਨੀ ਸੀ। ਹਲਕੇ ਅਸਮਾਨੀ ਰੰਗ ਦੇ ਬੂਹੇ, ਬਾਰੀਆਂ ਉੱਪਰ ਪਰਦੇ, ਪੁਰਾਣੀ ਕਿਸਮ ਦੇ ਭਾਰੇ ਮਖਮਲੀ ਸੋਫਾ ਸੈੱਟ ਸਨ। ਵਿਚਕਾਰ ਸੰਗਮਰਮਰ ਦਾ ਮੇਜ਼ ਪਿਆ ਸੀ। ਦੀਵਾਰਾਂ ਉੱਪਰ ਵੱਡੀਆਂ ਵੱਡੀਆਂ ਪੇਂਟਿੰਗਸ ਲੱਗੀਆਂ ਸਨ। ਹੇਠਾਂ ਪਰਸ਼ੀਅਨ ਕਾਲੀਨ ਵਿਛਿਆ ਸੀ। ਪਤਾ ਨਹੀਂ ਕਿਉਂ ਧਰਮ ਨੂੰ ਇਹ ਘਰ ਉਦਾਸ ਜਿਹਾ ਲੱਗਿਆ। ਸਾਹਮਣੇ ਕਾਰਨਸ ਉੱਪਰ ਜਿਹੜੀ ਆਦਮਕਦ ਪੇਂਟਿੰਗ ਲੱਗੀ ਸੀ, ਉਸ ਵੱਲ ਧਰਮ ਨੀਝ ਨਾਲ ਝਾਕਿਆ। ਇਹ ਧੁੰਦ ਜਿਹੀ ਵਿੱਚੋਂ ਇੱਕ ਔਰਤ ਬਾਹਰ ਨੂੰ ਆ ਰਹੀ ਸੀ, ਜਾਂ ਫਿਰ ਇੱਕ ਧੁੰਦ ਜਿਹੀ ਵਿੱਚ ਉਹ ਔਰਤ ਗੁੰਮਦੀ ਜਾ ਰਹੀ ਸੀ। ਇੰਨੇ ਨੂੰ ਬੇਜੀ ਅੰਦਰ ਲੰਘ ਆਏ। ਧਰਮ ਨੇ ਖੜਾ ਹੋ ਕੇ ਮੱਥਾ ਟੇਕਿਆ। ਜਿਉਂਦਾ ਰਹਿ ਪੁੱਤ, ਯੂਨੀਵਰਸਿਟੀ ਤੋਂ ਆਇਆ? ਬੇਜੀ ਨੇ ਪੁੱਛਿਆ। ਸਿਮਰਨ ਲਈ ਮੈਡਮ ਸੌਂਦੀ ਨੇ ਕਿਤਾਬਾਂ ਭੇਜੀਆਂ ਨੇ। ਧਰਮ ਦੇ ਹੱਥ ਵਿੱਚ ਫੜੀਆਂ ਕਿਤਾਬਾਂ ਵੱਲ ਝਾਕ ਕੇ ਦੱਸਿਆ। ਤੂੰ ਬੈਠ, ਮੈਂ ਬੁਲਾਉਣੀ ਆ, ਆਖ ਬੇਜੀ ਪਰਤ ਗਏ। ਧਰਮ ਮੁੜ ਆਲੇ ਦੁਆਲੇ ਕਮਰੇ ਵੱਲ ਝਾਕਿਆ।
ਲੱਗਿਆ ਬਹੁਤ ਪਹਿਲਾਂ ਵਕਤ ਜਿਵੇਂ ਇਸ ਕਮਰੇ 'ਚ ਖੜੋ ਗਿਆ ਹੋਵੇ। ਇਸੇ ਲਈ ਬਾਹਰ ਬਹੁਤ ਕੁਝ ਬਦਲ ਗਿਆ ਸੀ, ਪਰ ਇਹ ਕੋਠੀ ਉਹਨਾਂ ਹੀ ਪੁਰਾਣੇ ਵੇਲਿਆਂ 'ਚ ਖੜੋਤੀ ਸੀ। ਝਟਕੂ ਮਗਰੋਂ ਸਿਮਰਨ ਆ ਗਈ। ਉਹਨੇ ਲੰਮੇ ਭਾਰੇ ਵਾਲ ਧੋਤੇ ਹੋਏ ਸਨ, ਗਿੱਲਿਆਂ ਵਾਲਾਂ ਉੱਪਰ ਹੀ ਉਹਨੇ ਚੁੰਨੀ ਲੈ ਲਈ ਸੀ, ਪਰ ਉਹਨਾਂ ਵਿੱਚੋਂ ਤਿਪ ਤਿਪ ਪਾਣੀ ਉਹਦੀ ਪਿੱਠ 'ਤੇ ਨਿਚੜ ਰਿਹਾ ਸੀ। ਅੱਜ ਤੇ ਤੁਸੀਂ ਕਮਾਲ ਕਰ ਦਿੱਤੀ, ਸਿਮਰਨ ਨੇ ਜ਼ਰਾ ਕੁ ਹੱਸ ਕੇ ਆਖਿਆ। ਮੈਡਮ ਨੇ ਕਿਤਾਬਾਂ ਭੇਜੀਆਂ ਨੇ, ਨਾਲੇ ਪੁੱਛਦੇ ਸੀ ਸਿਮਰਨ 2 ਦਿਨ ਤੋਂ ਯੂਨੀਵਰਸਿਟੀ ਕਿਉਂ ਨਹੀਂ ਆਈ। ਮੈਂ ਆਪਣੇ ਥੀਸਿਸ ਦਾ ਇੱਕ ਚੈਪਟਰ ਲਿਖਣਾ ਸੀ। ਲਿਖ ਲਿਆ ਫਿਰ? ਰਫ ਲਿਖਿਆ, ਫਾਈਨਲ ਮੈਡਮ ਨਾਲ ਡਿਸਕਸ ਕਰਕੇ ਕਰਾਂਗੀ। ਸੋਚਿਆ ਤਾਂ ਸੀ ਪੰਜਾਬੀ ਦੀਆਂ ਲੇਖਕ ਔਰਤਾਂ ਦੀਆਂ ਲਿਖਤਾਂ ਦਾ ਦਾਰਸ਼ਨਿਕ ਆਧਾਰ ਵਿਸ਼ਾ ਔਖਾ ਨਹੀਂ ਹੋਏਗਾ, ਪਰ ਕਈ ਵਾਰ ਬੜੀ ਮੁਸ਼ਕਿਲ ਆਉਂਦੀ ਹੈ। ਮਸਲਨ ਲੇਖਕ ਔਰਤਾਂ ਦੀਆਂ ਲਿਖਤਾਂ ਦਾ ਆਧਾਰ ਦਾਰਸ਼ਨਿਕਤਾ ਵਿੱਚੋਂ ਲੱਭਣ ਦੀ ਥਾਂ ਵਧੇਰੇ ਕਰਕੇ ਤੁਹਾਨੂੰ ਉਹਨਾਂ ਦੀਆਂ ਜ਼ਿੰਦਗੀਆਂ 'ਚੋਂ ਲੱਭੇਗਾ। ਆਮ ਔਰਤ ਦੀ ਜ਼ਿੰਦਗੀ ਦਾ ਦਾਇਰਾ ਇੰਨਾ ਸੀਮਤ ਹੋਵੇ, ਇਹ ਗੱਲ ਤਾਂ ਸਮਝ ਆ ਸਕਦੀ ਹੈ, ਪਰ ਲੇਖਕ ਔਰਤ ਦੀ ਸੋਚ ਵੀ ਇਸ ਤੋਂ ਅਗਾਂਹ ਨਾ ਜਾ ਸਕੇ, ਇਸ ਗੱਲ ਦੀ ਹੈਰਾਨੀ ਹੁੰਦੀ ਹੈ। ਤੁਹਾਡੇ ਖਿਆਲ 'ਚ ਇਹਦੇ ਕੀ ਕਾਰਨ ਹਨ? ਲੱਗਦਾ ਹੈ ਉਹ ਔਰਤਾਂ ਪਹਿਲਾਂ ਹਨ ਤੇ ਲੇਖਕਾਵਾਂ ਮਗਰੋਂ। ਔਰਤ ਨੂੰ ਕੁਝ ਵੀ ਹੋਣ ਤੋਂ ਪਹਿਲਾਂ ਔਰਤ ਹੀ ਹੋਣਾ ਚਾਹੀਦਾ ਹੈ, ਨਹੀਂ? ਧਰਮ ਨੇ ਪੁੱਛਿਆ। ਔਰਤ ਹੋਣ ਤੋਂ ਵੱਧ ਔਰਤ ਹੋਣ ਦੇ ਮਹਿਨੇ ਆਉਣੇ ਚਾਹੀਦੇ ਹਨ। ਤੇ ਸਿਮਰਨ ਦੀ ਗੱਲ ਅੱਧ ਵਿਚਕਾਰ ਹੀ ਰਹਿ ਗਈ। ਗੇਂਦਾ ਰਾਮ ਚਾਹ ਵਾਲੀ ਟਰੇ ਚੁੱਕੀ ਆ ਰਿਹਾ ਸੀ। ਪਿੰਨੀਆਂ ਵਾਲੀ ਪਲੇਟ ਬੇਜੀ ਨੇ ਫੜੀ ਹੋਈ ਸੀ। ਪਿੰਨੀਆਂ ਵਾਲੀ ਪਲੇਟ ਮੇਜ਼ 'ਤੇ ਰੱਖ ਕੇ ਬੇਜੀ ਉੱਥੇ ਹੀ ਸੋਫੇ ਉੱਪਰ ਬੈਠ ਗਏ। ਧਰਮ ਉਹਨਾਂ ਨੂੰ ਚੰਗਾ ਜਿਹਾ ਲੱਗਿਆ। ਸਿਮਰਨ ਉੱਠ ਕੇ ਚਾਹ ਬਣਾਉਣ ਲੱਗ ਪਈ। ਤੂੰ ਕਾਕਾ ਪੜ੍ਹਦਾ ਹੈ ਉੱਥੇ ਯੂਨੀਵਰਸਿਟੀ 'ਚ? ਬੇਜੀ ਨੇ ਧਰਮ ਨੂੰ ਪੁੱਛਿਆ। ਨਹੀਂ ਬੇਜੀ, ਇਹ ਤਾਂ ਉੱਥੇ ਪੜ੍ਹਾਉਂਦੇ ਨੇ ਤੇ ਮੈਡਮ ਸੌਂਦੀ ਦੀ ਭੈਣ ਦੇ ਬੇਟੇ ਨੇ। ਧਰਮ ਦੀ ਥਾਂ ਸਿਮਰਨ ਨੇ ਦੱਸਿਆ। ਹਾਂ, ਕਿਸੇ ਘਰਾਣੇ ਘਰ ਦੀ ਲੱਗਦੀ ਹੈ ਤੁਹਾਡੀ ਮੈਡਮ ਸੌਂਦੀ ਵੀ। ਜਦੋਂ ਵੀ ਆਊ ਜਾਣੀ ਅੱਧ ਕੁਦੀ ਹੋ ਕੇ ਮਿਲੂ, ਨਹੀਂ ਤਾਂ ਅੱਜ ਕੱਲ੍ਹ ਦੀਆਂ ਮਾਸਟਰਨੀਆਂ ਨਹੀਂ ਬਤਾਈਆਂ ਜਾਂਦੀਆਂ, ਇਹ ਤਾਂ ਫਿਰ ਪ੍ਰੋਫੈਸਰ ਨਹੀਂ ਹੈ। ਇਹ ਪੇਂਟਿੰਗਸ ਧਰਮ ਪੁੱਛਣਾ ਚਾਹੁੰਦਾ ਸੀ ਕਿਹਨੇ ਬਣਾਈਆਂ ਹਨ? ਸੀਮਾ, ਸਿਮਰਨ ਦੀ ਮਾਂ ਦੀਆਂ ਬਣਾਈਆਂ ਹੋਈਆਂ ਨੇ। ਉਹ ਵੀ ਜਮਾਂ ਸਿਮਰਨ ਵਰਗੀ ਸੀ, ਇਸੇ ਲਈ ਤਾਂ ਮੈਨੂੰ ਇਹਦਾ ਇੰਨਾ ਫਿਕਰ ਰਹਿੰਦਾ। ਪਹਿਲੀ ਗੱਲ ਬੇਜੀ ਨੇ ਧਰਮ ਨੂੰ ਤੇ ਦੂਜੀ ਜਿਵੇਂ ਆਪਣੇ ਆਪ ਨੂੰ ਆਖੀ। ਸਿਮਰਨ ਤਾਂ ਬਹੁਤ ਸਿਆਣੀ ਲੜਕੀ ਹੈ ਬੇਜੀ, ਧਰਮ ਨੇ ਚਾਹ ਦੀ ਘੁੱਟ ਭਰਦਿਆਂ ਆਖਿਆ। ਇਹਦੀ ਮੰਮੀ ਵੀ ਬਹੁਤ ਸਿਆਣੀ ਸੀ। ਕਮਲੀ ਰਮਲੀ ਹੁੰਦੀ, ਜ਼ਿੰਦਗੀ ਦੀ ਧੂ ਘੜੇਸ ਸਹਿ ਜਾਂਦੀ, ਤੱਤਾ ਠੰਡਾ ਜਰ ਲੈਂਦੀ। ਸਿਆਣੀ ਸੀ ਤਾਈਏ ਤਾਂ ਸਭ ਕੁਝ ਅੰਦਰੋਂ ਅੰਦਰ ਪੀ ਗਈ ਤੇ ਅਖੀਰ ਦਿਮਾਗ ਦੀ ਨਾੜੀ ਫਟ ਗਈ। ਬੇਜੀ, ਇਹ ਤੁਹਾਡਾ ਵਹਿਮ ਵੀ ਤਾਂ ਹੋ ਸਕਦਾ ਹੈ। ਬਥੇਰੇ ਲੋਕਾਂ ਨੂੰ ਬ੍ਰੇਨ ਹੈਮਰੇਜ ਹੋ ਜਾਂਦਾ ਹੈ। ਸਿਮਰਨ ਨੇ ਜਦੋਂ ਆਖਿਆ, ਬੇਜੀ ਨੂੰ ਲੱਗਿਆ ਸਿਮਰਨ ਸਿਰਫ ਸੀਮਾ ਦੀ ਧੀ ਨਹੀਂ, ਇਹ ਤਾਂ ਡਾਕਟਰ ਅਮਰ ਦੀ ਵੀ ਧੀ ਹੈ। ਫਿਰ ਕਾਕਾ ਇਹ ਜਿਹੜਾ ਰੌਲਾ ਗੌਲਾ ਜਿਹਾ ਕਦੋਂ ਹਟੂ, ਕਦੋਂ ਸ਼ਾਂਤੀ ਹੋਊ? ਬੇਜੀ ਨੇ ਗੱਲ ਬਦਲੀ ਤੇ ਪੰਜਾਬ ਦੀ ਸੰਕਟ ਭਰੀ ਸਥਿਤੀ ਬਾਰੇ ਚਿੰਤਾਤਰ ਹੋ ਕੇ ਪੁੱਛਿਆ। ਧਰਮ ਦੇ ਚਿਹਰੇ ਉੱਪਰ ਕਈ ਰੰਗ ਆਏ ਤੇ ਕਈ ਰੰਗ ਗਏ। ਉਹ ਬੋਲਿਆ ਕੁਝ ਨਾ। ਦੇਖੋ, ਧਰਮ ਨੇ ਬਸ ਇੰਨਾ ਹੀ ਆਖਿਆ। ਬਾਹਰਲਾ ਗੇਟ ਖੜਕਿਆ। ਸਿਮਰਨ ਉੱਠ ਕੇ ਵਰਾਂਡੇ 'ਚ ਗਈ। ਬੇਜੀ ਬਚਣਾ ਆ ਰਿਹਾ। ਵਾਪਸ ਆ ਕੇ ਸਿਮਰਨ ਨੇ ਦੱਸਿਆ, ਮੈਂ ਇਹਨੂੰ ਬਥੇਰੀ ਵਾਰੀ ਆਖਿਆ ਵੀ ਤੂੰ ਮਹੀਨੇ ਮਗਰੋਂ ਇੱਕ ਵਾਰੀ ਗੇੜਾ ਮਾਰ ਗਿਆ। ਹੁਣ ਬੁੜਾ ਹੋ ਗਿਆ, ਕਾਹਨੂੰ 8 ਦਿਨ ਹੀ ਇੰਨੀ ਵਾਟ ਪਾਉਣਾ? ਪਰ ਪੁਰਾਣੇ ਵੇਲਿਆਂ ਦਾ ਬੰਦਾ ਆਖਦਾ ਜਿੰਨਾ ਚਿਰ ਹੱਡ ਪੈਰ ਚੱਲਦੇ ਨੇ ਉਹਨਾਂ ਚਿਰ ਤਾਂ ਆਉਂਦਾ ਰਹੂੰਗਾ। ਨਾਈ ਹੈ, ਨਹੁੰ ਲਾਉਣ ਆਉਂਦਾ ਹੈ। ਇਸੇ ਦੀ ਖਾਤਰ ਬੇਜੀ ਨੇਲ ਕਟਰ ਨਾਲ ਨਹੁੰ ਨਹੀਂ ਲਾਉਂਦੇ, ਸਿਮਰਨ ਨੇ ਜ਼ਰਾ ਕੁ ਹੱਸ ਕੇ ਦੱਸਿਆ। ਅੱਜ ਕੱਲ੍ਹ ਦੇ ਜ਼ਮਾਨੇ 'ਚ ਬਹੁਤ ਘੱਟ ਲੋਕ ਇਉਂ ਸੋਚਦੇ ਨੇ, ਧਰਮ ਬੋਲਿਆ। ਸਾਡਾ ਘਰ ਤਾਂ ਸ਼ਾਇਦ ਕਿਸੇ ਹੋਰ ਹੀ ਜ਼ਮਾਨੇ 'ਚ ਜੀ ਰਿਹਾ। ਇਸੇ ਕਾਰਨ ਪੰਜਾਬ ਦੀ ਵਰਤਮਾਨ ਸਥਿਤੀ ਦੀ ਬੇਜੀ ਨੂੰ ਜਿਵੇਂ ਸਮਝ ਹੀ ਨਹੀਂ ਲੱਗਦੀ ਕਿ ਕੀ ਹੋ ਗਿਆ। ਹਰ ਇੱਕ ਨੂੰ ਪੁੱਛਣ ਲੱਗ ਜਾਂਦੇ ਨੇ। ਅਸਲ 'ਚ ਦੇਸ਼ ਦੀ ਵੰਡ ਨੇ ਕੰਮ ਖਰਾਬ ਕੀਤਾ ਹੈ, ਧਰਮ ਬੋਲਿਆ। ਉਹ ਕਿਸ ਤਰ੍ਹਾਂ? ਬਸ ਇੱਦਾਂ ਹੀ। ਬਚਨੇ ਨੂੰ ਤੋਰ ਕੇ ਬੇਜੀ ਫੇਰ ਡਰਾਇੰਗ ਰੂਮ 'ਚ ਆ ਗਏ। ਪਿੰਨੀ ਇੱਕ ਹੋਰ ਲੈ ਕਾਕਾ, ਘਰੇ ਬਣਾਈਆਂ ਹੋਈਆਂ ਨੇ। ਬੇਜੀ ਨੇ ਪਿੰਨੀਆਂ ਦੀ ਪਲੇਟ ਧਰਮ ਵੱਲ ਕਰਦਿਆਂ ਆਖਿਆ। ਲੈ ਲਈ ਸੀ ਬਸ, ਆਖਦਿਆਂ ਧਰਮ ਨੇ ਹੱਥ ਜੋੜੇ। ਤੇਰਾ ਪਿੰਡ ਕਿਹੜਾ ਫਿਰ? ਬੇਜੀ ਨੇ ਪੁੱਛਿਆ। ਭਦੌੜ ਹੈ। ਉਂਝ ਅਸੀਂ ਪਿੰਡ ਬਹੁਤਾ ਕਦੇ ਗਏ ਨਹੀਂ। ਗੁਰਸ਼ਰਨ ਸਿੰਘ ਭਦੌੜੀਏ ਦੇ ਖਾਨਦਾਨ ਵਿੱਚੋਂ? ਉਹ ਮੇਰੇ ਬਾਬਾ ਜੀ ਦੇ ਭਾਈ ਸਨ। ਮੈਂ ਵੀ ਕਾਂ ਇਹ ਮੁੰਡਾ ਹਿੰਦੂਆਂ ਦਾ ਤਾਂ ਲੱਗਦਾ ਨਹੀਂ। ਦਾੜੀ ਰੱਖ ਲੈਣੀ ਤੇ ਵਾਲ ਕਟਾ ਲੈਣੇ। ਪਹਿਲਾਂ ਤਾਂ ਸਰਦਾਰਾਂ ਦੇ ਮੁੰਡੇ ਆਮ ਹੀ ਕਰ ਲੈਂਦੇ ਸੀ, ਹੁਣ ਕੁਛ ਰੌਲੇ ਗੋਲੇ ਕਰਕੇ ਘੱਟ ਹੋ ਗਏ। ਮੇਰੇ ਨਾਨਕੇ ਖੱਤਰੀ ਨਹੀਂ, ਸੌਂਦੀ, ਧਰਮ ਨੇ ਦੱਸਿਆ। ਚੱਲ, ਬੰਦੇ ਸਾਰੇ ਹੀ ਰੱਬ ਦੇ ਹੁੰਦੇ ਨੇ, ਬੰਦੇ ਦਾ ਮਨ ਚੰਗਾ ਹੋਣਾ ਚਾਹੀਦਾ। ਅੱਛਾ ਬੇਜੀ, ਮੈਂ ਫਿਰ ਚੱਲਦਾ, ਧਰਮ ਨੇ ਖੜੇ ਹੁੰਦੇ ਨੇ ਆਖਿਆ। ਸਿਮਰਨ ਧਰਮ ਨੂੰ ਗੇਟ ਤੱਕ ਛੱਡਣ ਗਈ। ਮੁੰਡਾ ਸਾਊ ਲੱਗਦਾ। ਵਾਪਸ ਆਈ ਸਿਮਰਨ ਨੂੰ ਬੇਜੀ ਨੇ ਆਖਿਆ। ਜਦੋਂ ਤੱਕ ਵਾਹ ਨਾ ਪਵੇ ਸਾਰੇ ਹੀ ਲੋਕ ਸਾਊ ਹੁੰਦੇ ਨੇ ਬੇਜੀ।
ਸਿਮਰਨ ਨੇ ਹੱਸ ਕੇ ਜਵਾਬ ਦਿੱਤਾ ਤੇ ਕਿਤਾਬਾਂ ਚੁੱਕ ਕੇ ਉੱਪਰ ਆਪਣੇ ਕਮਰੇ 'ਚ ਰੱਖਣ ਚਲੀ ਗਈ। ਅੰਗ 2। ਵੇਲਾ ਤੀਜੇ ਪਹਿਰ ਦਾ। ਅਸਮਾਨ ਉੱਪਰ ਗਹਿਰ ਜੀ ਛਾਈ ਹੋਈ ਸੀ, ਜਿਵੇਂ ਕਿਧਰੋਂ ਹਨੇਰੀ ਆਉਣ ਵਾਲੀ ਹੋਵੇ। ਬੇਜੀ 9ਵੇਂ ਗੁਰੂ ਦੇ ਸ਼ਲੋਕ ਪੜ੍ਹ ਰਹੇ ਹਨ। ਜਗ ਰਚਨਾ ਸਭ ਝੂਠ ਹੈ, ਜਾਨ ਲੈ ਹੋਰੇ ਮੀਤ। ਕਹਿ ਨਾਨਕ ਥਿਰ ਨਾ ਰਹੇ, ਜਿਉ ਬਾਲੂ ਕੀ ਪੀਤ। ਰਾਮ ਗਿਓ ਰਾਵਣ ਗਿਓ, ਜਾਕੋ ਬਹੁ ਪਰਵਾਰ। ਕਹੁ ਨਾਨਕ ਥਿਰ ਕਿਛ ਨਹੀਂ, ਸੁਪਨੇ ਜਿਉ ਸੰਸਾਰ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਈ। ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। बल छुटक्यो बंधन परे, कछु न हो तो पाए। कहो नानक अब ओट हर, गाजे होत सहाय। बल हुआ बंधन छुटे, सब किछ होत सहाय। नानक सब किछ तुमरे हाथ में, तुम ही होत सहाय। संग सखा सब तज गए, कऊ न निभ्यो साथ। कहो नानक के बिपत में, टेक एक रघुनाथ। ਸਿਮਰਨ ਚਾਹੁੰਦੀ ਸੀ ਕਿ ਬੇਜੀ ਦਾ ਮਨ ਹੋਰ ਪਾਸੇ ਪਾਇਆ ਜਾਵੇ। ਏਡੇ ਵੈਰਾਗ ਵਾਲੀ ਬਾਣੀ ਪੜ੍ਹਦਿਆਂ ਉਹਨਾਂ ਨੇ ਕਿਤੋਂ ਦੀ ਕਿਤੇ ਪਹੁੰਚ ਜਾਣਾ ਸੀ। ਉਹਨੂੰ ਖੜੀ ਦੇਖ ਬੇਜੀ ਨੇ ਮੱਥਾ ਟੇਕ ਕੇ 9ਵੇਂ ਗੁਰੂ ਦੀ ਬਾਣੀ ਵਾਲੀ ਸੈਂਚੀ ਰੁਮਾਲ 'ਚ ਵਲੇਟ ਦਿੱਤੀ। ਗੁਰੂ ਸਾਹਿਬ ਤਾਂ ਸਭ ਜਾਣੇ ਜਾਣ ਸਨ, ਸਾਰਾ ਜਗਤ ਤਮਾਸ਼ਾ ਉਹਨਾਂ ਦੀ ਨਜ਼ਰ ਹੇਠ ਸੀ। ਫਿਰ ਇੰਨਾ ਵੈਰਾਗ ਕਿਉਂ ਬੇਜੀ? ਸਿਮਰਨ ਨੇ ਪੁੱਛਿਆ। ਮਨੁੱਖਾ ਜਨਮ ਜੋ ਧਾਰਿਆ ਸੀ ਬੇਜੀ, ਕਦੇ ਤਾਂ ਤਿਲਕ ਜੰਜੂ ਦੀ ਰੱਖਿਆ ਲਈ ਗੁਰੂ ਜਾਨਾਂ ਦੇ ਗਏ, ਤੇ ਹੁਣ ਤਿਲਕ ਜੰਜੂ ਵਾਲੇ ਉਦੋਂ ਮਜ਼ਲੂਮ ਸਨ ਤੇ ਹੁਣ ਉਹ ਹਾਕਮ ਨੇ, ਤੇ ਹਾਕਮ ਸਾਰੇ ਇੱਕੋ ਜਿਹੇ ਹੁੰਦੇ ਨੇ, ਬੇਜੀ ਨੇ ਦੱਸਿਆ। ਪਰ ਇਸ ਸਭ ਕਾਸੇ ਦਾ ਇਲਾਜ ਕੀ ਹੋਵੇ? ਦੇਖ ਲਓ, ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਵਿਚਾਰੇ ਪ੍ਰੋਫੈਸਰ ਨੂੰ ਓਪਰੇ ਬੰਦੇ ਹੀ ਆ ਕੇ ਮਾਰ ਗਏ ਸਨ। ਕਰਮ ਗਤੀ ਨੂੰ ਕੋਈ ਨਹੀਂ ਟਾਲ ਸਕਦਾ। ਪ੍ਰੋਫੈਸਰ ਦਾ ਕੋਈ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਹੋਊ ਉਹਨਾਂ ਓਪਰੇ ਬੰਦਿਆਂ ਨਾਲ, ਜੋ ਹੋਣੀ ਦਾ ਹਥਿਆਰ ਬਣੇ। ਕੀ ਪਤਾ ਉਹਨਾਂ ਓਪਰੇ ਬੰਦਿਆਂ ਨੂੰ ਅਗਲੇ ਜਨਮ ਇਸ ਸਭ ਕਾਸੇ ਦਾ ਬਦਲਾ ਦੇਣਾ ਪਵੇ। ਸਿਮਰਨ ਬੋਲੀ, ਆਹੋ, ਇਹ ਜਿਹੜੇ ਲੂਲੇ ਲੰਗੜੇ ਅੰਨੇ ਕਾਣੇ ਕੋੜੀ ਬਣੇ ਮੰਗਦੇ ਫਿਰਦੇ ਨੇ, ਆਪਣੇ ਪਿਛਲੇ ਜਨਮਾਂ ਦਾ ਹਿਸਾਬ ਹੀ ਤਾਂ ਚੁਕਾ ਰਹੇ ਨੇ। ਪਰ ਕਈ ਲੋਕ ਇਹ ਨਹੀਂ ਨਾ ਮੰਨਦੇ ਬੇਜੀ। ਕਲਯੁਗ ਵਿੱਚ ਬੰਦਿਆਂ ਦੀ ਬੁੱਧੀ ਭ੍ਰਿਸ਼ਟੀ ਗਈ ਹੈ, ਹੋਰ ਕੀ। ਬਾਹਰਲਾ ਗੇਟ ਖੜਕਿਆ, ਸਲਾਰੀ ਦੀ ਬੁੱਕਲ ਮਾਰੀ, ਠਿੱਬੀ ਜੁੱਤੀ ਪਾਈ, ਹੱਥ 'ਚ ਸੋਟੀ ਫੜੀ, ਪ੍ਰਤਾਪੀ ਉਹਨਾਂ ਦੀ ਜਮਾਦਾਰਨੀ ਲੰਘ ਮਾਰਦੀ ਤੁਰੀ ਆ ਰਹੀ ਸੀ। ਮੱਥਾ ਟੇਕਦੀਆਂ ਬੇਬੇ ਜੀ, ਤੁਹਾਡੇ ਬੱਚੇ ਜਿਉਣ, ਰੱਬ ਬਹੁਤਾ ਦਵੇ, ਲੱਖਾਂ ਦੇ ਕਲਮ ਚੱਲੇ। ਪ੍ਰਤਾਪੀ ਨੇ ਨੇੜੇ ਆ ਕੇ ਆਖਿਆ। ਇਸ ਵੇਲੇ ਕਿਵੇਂ ਆਈ? ਬੇਜੀ ਨੇ ਪੁੱਛਿਆ। ਤੁਹਾਡਾ ਅਮਲੀ ਕੱਲ ਦਾ ਬਹੁਤਾ ਹੀ ਢਿੱਲਾ ਹੈ, ਪ੍ਰਤਾਪੀ ਨੇ ਦੱਸਿਆ। ਹਸਪਤਾਲ ਲੈ ਕੇ ਜਾਂਦੇ? ਸਿਮਰਨ ਬੋਲੀ। ਉਹ ਆਖਦਾ ਹੁਣ ਨਹੀਂ ਮੈਂ ਬਚਣਾ। ਮੇਰੀ ਮਿੱਟੀ ਹਸਪਤਾਲਾਂ 'ਚ ਨਾ ਰੋਲੋ। ਉਹ ਡਾਕਟਰ ਟੰਡਨ ਤੋਂ ਤਾਂ ਦਵਾਈ ਲਿਆਂਦੀ ਸੀ, ਪ੍ਰਤਾਪੀ ਨੇ ਦੱਸਿਆ। ਉਹਦੇ ਆਖਣ ਦਾ ਕੀ ਹੈ, ਤੁਸੀਂ ਹਸਪਤਾਲ ਵਿਖਾਉਣਾ ਸੀ, ਸਿਮਰਨ ਨੇ ਫੇਰ ਆਖਿਆ। ਉਹ ਤਾਂ ਰੱਬ ਦੇ ਹੱਥ ਹੈ ਬੀਬੀ ਜੀ, ਪਰ ਚੰਗਾ ਲੰਘ ਜੇ, ਬਿਨਾਂ ਕਿਸੇ ਦਾ ਦੁੱਖ ਦੇਖਿਆ। ਇਹੋ ਜਿਹੇ ਮਾੜੇ ਵੇਲਿਆਂ 'ਚ ਜਿਹੜਾ ਲੰਘ ਜੇ ਸਦਿਆਂ ਸਦਿਆਂ, ਉਹੀ ਚੰਗਾ। ਨਾਲੇ ਬਥੇਰਾ ਜੀ ਲਿਆ, 90 ਸਾਲ ਦੇ ਨੇੜੇ ਢੁੱਕਣ ਨੂੰ ਹੈ, ਹੋਰ ਕਾਹਦੇ ਲਈ ਅੱਡੀਆਂ ਰਗੜਨੀਆਂ ਨੇ? ਬਥੇਰੇ ਚੰਗੇ ਵੇਲੇ ਵੀ ਦੇਖ ਲਏ, ਮਾੜੇ ਵੇਲੇ ਵੀ ਦੇਖ ਲਏ। ਪ੍ਰਤਾਪੀ ਆਖ ਰਹੀ ਸੀ। ਚੰਗੇ ਵੇਲੇ ਕਿਹੜੇ ਸਨ? ਅਸੀਂ ਤਾਂ ਹਮੇਸ਼ਾ ਤੋਂ ਮਾੜੇ ਵੇਲਿਆਂ ਬਾਰੇ ਹੀ ਸੁਣਦੇ ਆ ਰਹੇ ਹਾਂ, ਸਿਮਰਨ ਨੇ ਪੁੱਛਿਆ। 2 ਰੁਪਈਏ ਮਣ ਕਣਕ, ਰੁਪਈਏ ਦੀਆਂ 2 ਪੰਸੇਰੀਆਂ ਗੁੜ, ਰੁਪਈਏ ਦਾ ਸੇਰ ਦੇਸੀ ਘਿਓ, ਇਹ ਤਾਂ ਮੈਂ ਆਪ ਅੱਖੀਂ ਦੇਖੇ ਨੇ, ਪ੍ਰਤਾਪੀ ਨੇ ਦੱਸਿਆ। ਵੇਲਿਆਂ ਚੰਗਿਆਂ ਮਾੜਿਆਂ ਦਾ ਬਸ ਇਹੀ ਫਰਕ ਹੁੰਦਾ ਕਿ ਚੀਜ਼ਾਂ ਸਸਤੀਆਂ ਹੋਣ ਜਾਂ ਮਹਿੰਗੀਆਂ? ਸਿਮਰਨ ਨੇ ਪੁੱਛਿਆ। ਢਿੱਡ ਨੂੰ ਝੁੜਕਾ ਤਾਂ ਹਰੇਕ ਨੇ ਦੇਣਾ ਹੁੰਦਾ ਬੀਬਾ ਜੀ। ਭਗਤ ਨਾਮਦੇਵ ਵੀ ਆਖਦਾ ਆਖੇ, ਸਾਤੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ। ਨਾਲੇ ਬੀਬਾ ਜੀ, ਚੱਤੋ ਪੈਰ ਜੇ ਢਿੱਡ ਦਾ ਹੀ ਸੰਸਾ ਬਣਿਆ ਰਹੇ, ਹੋਰ ਬੰਦਾ ਜਣਦਿਆਂ ਦਾ ਸਿਰ ਕਰ ਲੂ। ਚੱਲ ਤੇਰੀ ਗੱਲ ਮੰਨ ਲੈਂਦੇ ਹਾਂ, ਪਰ ਅਮਲੀ ਦੇ ਮਰਨ ਨੂੰ ਤਾਂ ਤੂੰ ਇਉਂ ਲੈਂਦੀ ਹੈ ਜਿਵੇਂ ਅਮਲੀ ਨੂੰ ਕਿਧਰੇ ਪ੍ਰਾਹੁਣਾ ਤੋਰਨਾ ਹੋਵੇ। ਅਖੇ ਲੰਘ ਜੇ ਸੰਦਿਆਂ ਸੰਦਿਆਂ, ਸਿਮਰਨ ਬੋਲੀ। ਦੇਖੋ ਬੀਬਾ ਜੀ, ਜਿਹੜਾ ਘੜਿਆ ਉਹਨੇ ਤਾਂ ਇੱਕ ਨਾ ਇੱਕ ਦਿਨ ਫੁੱਟਣਾ ਹੀ ਹੈ। ਨਾਲੇ ਇਸ ਛਿੱਜੇ ਢੋਲ 'ਚ ਹੁਣ ਕੀ ਹੈ? ਨਾਲੇ ਖਬਰੇ ਗਾਹਾਂ ਨੂੰ ਕਿਸੇ ਚੰਗੇ ਘਰ ਹੀ ਜਨਮ ਹੋ ਜੇ। ਇਹ ਤਾਂ ਫਿਰ ਬੁੜਾ ਠੇਰਾ। ਇੱਥੇ ਤਾਂ ਮਾਵਾਂ ਦੇ ਜਵਾਨ ਪੁੱਤ ਅਣਿਆਈ ਮੌਤ ਮਰੀ ਜਾਂਦੇ ਨੇ। ਅਣਿਆਈ ਕਿ ਆਪ ਸਹੇੜੀ? ਸਿਮਰਨ ਨੇ ਪੁੱਛਿਆ। ਆਪ ਤਾਂ ਕਿਹਦਾ ਦਿਲ ਕਰਦਾ ਵੀ ਭਰੀ ਭੁਕੁਨੀ ਦੁਨੀਆ 'ਚੋਂ ਖਾਲੀ ਤੁਰ ਜੇ। ਕੋਈ ਔਖਾ ਹੋਇਆ ਹੀ ਅੱਕ ਚੱਬਦਾ। ਪਰ ਦੇਖ ਲਓ, ਅੱਗੇ ਆਖਦੇ ਹੁੰਦੇ ਸੀ, ਇੱਕ ਬੰਦੇ ਦਾ
ਖੂਨ 100 ਗਊ ਹੱਤਿਆ ਦੇ ਬਰਾਬਰ ਹੁੰਦਾ, ਪਰ ਹੁਣ ਤਾਂ ਬੰਦਿਆਂ ਨੂੰ ਚਿੜੀਆਂ ਜਨੌਰਾਂ ਵਾਂਗ ਮਾਰੀ ਜਾਂਦੇ ਆ, ਪ੍ਰਤਾਪੀ ਆਖ ਰਹੀ ਸੀ। ਹੁਣ ਦੁੱਖ ਦਾ ਕੀ ਹੈ ਅਮਲੀ ਦਾ? ਬੇਜੀ ਨੇ ਪੀੜ੍ਹੀ ਉੱਪਰ ਬੈਠੀ ਪ੍ਰਤਾਪੀ ਦੇ ਕੋਲ ਚਾਹ ਦਾ ਗਲਾਸ ਧਰਦਿਆਂ ਪੁੱਛਿਆ। ਫੀਮ ਲੈਣ ਗਿਆ, ਡਿੱਗ ਪਿਆ ਸੀ ਰਿਕਸ਼ੇ ਤੋਂ। ਸੱਟਾਂ ਤਾਂ ਬਹੁਤੀਆਂ ਨਹੀਂ ਸੀ ਲੱਗੀਆਂ, ਬਸ ਉਹੀ ਦਿਲ ਛੱਡ ਗਿਆ। ਅਗੇ ਡਿੱਗਣਾ ਤਾਂ ਇੱਕ ਬਹਾਨਾ ਹੈ, ਮੇਰਾ ਤਾਂ ਅਖੀਰ ਆ ਗਿਆ। ਬਹੁਤਾ ਦਰੇਗ ਉਦਣ ਦਾ ਕਰ ਗਿਆ ਜਿੱਦਣ ਦਾ ਮਾਨਸ਼ਾਹੀਆਂ ਦਾ ਮੁੰਡਾ ਮਾਰਿਆ। ਅਮਲੀ ਤਾਂ ਛੋਟੇ ਹੁੰਦੇ ਨੂੰ ਉਹਨੂੰ ਖਿਡਾਉਂਦਾ ਰਿਹਾ ਸੀ। ਜਿਸ ਦਿਨ ਉਹਦੀ ਲਾਸ਼ ਆਈ ਇਹੀ ਆਖੇ ਕਿ ਧਿਰ ਗਿਆ ਹੁਣ ਜਿਉਣ ਦਾ। ਬਿੰਦ ਕੁ ਚੁੱਪ ਕਰਕੇ ਪ੍ਰਤਾਪੀ ਆਪ ਹੀ ਫਿਰ ਬੋਲੀ, ਅਸਲ 'ਚ ਬੇਬੇ ਜੀ ਘਟਣਾ ਹੈ ਦੁਨੀਆ ਨੇ, ਕਿਸੇ ਹੀਲੇ ਘਟ ਜੇ। ਪਾਪ ਜੋ ਇੰਨੇ ਵੱਧ ਗਏ ਨੇ। ਦੇਖਿਆ ਨਹੀਂ ਚੰਦ ਕਿਵੇਂ ਟੇਢਾ ਚੜ੍ਹਦਾ? ਦੁਨੀਆ ਤੇ ਭਾਰ ਦੀ ਇਹ ਪੱਕੀ ਨਿਸ਼ਾਨੀ ਹੁੰਦੀ ਹੈ। ਪਾਪੀ ਅੱਜ ਕੱਲ੍ਹ ਫਲਦੇ ਨੇ ਪ੍ਰਤਾਪੀ, ਭੀੜਾਂ ਤਾਂ ਭਗਤਾਂ ਨੂੰ ਨੇ, ਬੇਜੀ ਆਖ ਰਹੇ ਸੀ। ਜੀ ਸੰਸਾ ਹੀ ਹੈ ਬੇਬੇ ਜੀ। ਬੇਬੇ ਜੀ ਭਰ ਕੇ ਬੇੜਾ ਡੁੱਬੂ ਪਾਪੀਆਂ ਦਾ, ਕਰਮ ਗਤੀ ਨਹੀਂ ਆਲੀ ਜਾਂਦੀ। ਕੁੱਤੇ ਬਿੱਲਿਆਂ ਦੀ ਜੂਨ 'ਚ ਤੁਰੇ ਫਿਰਨਗੇ, ਬੁਰਕੀ ਬੁਰਕੀ ਨੂੰ ਤਰਸਦੇ। ਅਗਲਾ ਜਨਮ ਕਿਹਨੇ ਦੇਖਿਆ ਪ੍ਰਤਾਪੀ? ਸਿਮਰਨ ਬੋਲੀ। ਲੈ ਹੈ ਬੀਬਾ ਜੀ, ਸਿਆਣਿਆਂ ਦੀਆਂ ਕਥੀਆਂ ਕੋਈ ਝੂਠ ਤਾਂ ਨਹੀਂ? ਤੁਸੀਂ ਸਦਨੀ ਕਸਾਈ ਦੀ ਗੱਲ ਨਹੀਂ ਸੁਣੀ? ਬੱਕਰੇ ਵੇਚਦਾ ਹੁੰਦਾ ਸੀ ਵੱਢ ਵੱਢ ਕੇ। ਇੱਕ ਦਿਨ ਛਿਪੇ ਕੋਈ ਗਾਹਕ ਆ ਗਿਆ। ਉਹਨੇ ਸੋਚਿਆ ਮਨਾ ਸਾਰਾ ਬੱਕਰਾ ਵੱਢੂੰਗਾ ਤਾਂ ਸਵੇਰ ਤਾਈਂ ਖਰਾਬ ਹੋ ਜਾਊ, ਇਉਂ ਕਰਦਾ ਇਹਦੀ ਇੱਕ ਟੰਗ ਵੱਢ ਲੈਣਾ। ਟੰਗ ਵੱਢਣ ਲੱਗਿਆ ਤਾਂ ਬੱਕਰਾ ਹੱਸ ਪਿਆ। ਸਦਨੇ ਕਸਾਈ ਨੇ ਪੁੱਛਿਆ, ਹੱਸਿਆ ਕਾਹਤੋਂ? ਬੱਕਰੇ ਨੇ ਦੱਸਿਆ, ਅੱਗੇ ਕਈ ਵਾਰੀ ਤੂੰ ਮੈਨੂੰ ਵੱਢਿਆ ਤੇ ਕਈ ਵਾਰੀ ਮੈਂ ਤੈਨੂੰ ਵੱਢਿਆ, ਪਰ ਇਹ ਟੰਗ ਵੱਢਣ ਵਾਲੀ ਰੀਤ ਤੂੰ ਨਵੀਂ ਪਾਉਣ ਲੱਗਿਆ। ਬੱਕਰੇ ਦੀ ਗੱਲ ਸੁਣ ਕੇ ਸਦਨੇ ਕਸਾਈ ਨੂੰ ਗਿਆਨ ਹੋ ਗਿਆ ਵੀ ਜੋ ਅਸੀਂ ਕਰਦੇ ਹਾਂ ਉਹ ਭਰਨਾ ਵੀ ਪੈਂਦਾ। ਪ੍ਰਤਾਪੀ ਦੱਸ ਰਹੀ ਸੀ, ਆ ਲੈ ਫੜ ਪੌਣੇ 5 ਗਜ਼ ਕੋਰਾ ਲੱਠਾ ਤੇ 200 ਰੁਪਈਏ ਲੱਕੜਾਂ ਨੂੰ, ਬੇਜੀ ਨੇ ਪ੍ਰਤਾਪੀ ਨੂੰ ਆਖਿਆ। ਸਿਮਰਨ ਹੈਰਾਨ ਸੀ। ਇਹ ਬਜ਼ੁਰਗ ਔਰਤਾਂ ਮੌਤ ਨੂੰ ਕਿੱਡੇ ਸਹਿਜ ਰੂਪ 'ਚ ਦੇਖ ਰਹੀਆਂ ਸਨ ਤੇ ਉਹਦੀ ਤਿਆਰੀ ਕਰ ਰਹੀਆਂ ਸਨ। ਤੀਸਰਾ ਅੰਗ। ਵੇਲਾ ਸਵੇਰ ਦਾ, ਚਿਲਕਵਾਂ ਜਿਹਾ ਦਿਨ ਚੜ੍ਹਿਆ। ਸਿਮਰਨ ਹੱਥ ਵਿੱਚ ਕਿਤਾਬ ਫੜੀ ਕੋਠੇ ਉੱਪਰੋਂ ਉਤਰੀ ਤਾਂ ਬੇਜੀ ਪਾਠ ਖਤਮ ਕਰਕੇ ਗੁਟਕਾ ਰੁਮਾਲ 'ਚ ਵਲੇਟ ਰਹੇ ਸਨ। ਬੇਜੀ ਅੱਜ ਕੁੱਕੂ ਮਾਸੀ ਜੀ ਦੀ ਵਲੈਤ ਤੋਂ ਚਿੱਠੀ ਆਊਗੀ, ਸਿਮਰਨ ਨੇ ਦੱਸਿਆ। ਤੈਨੂੰ ਕਿਵੇਂ ਪਤਾ? ਮੈਨੂੰ ਸੁਪਨਾ ਆਇਆ ਸੀ। ਫੇਰ ਆ ਜਾਊ ਜ਼ਰੂਰ। ਹੈ ਨਹੀਂ ਹੈਰਾਨੀ ਦੀ ਗੱਲ ਬਈ ਜੋ ਕੁਝ ਹੋਣਾ ਹੁੰਦਾ ਤੈਨੂੰ ਸੁਪਨੇ 'ਚ ਸਾਮਰ ਤੱਕ ਦਿਸ ਜਾਂਦਾ ਹੈ। ਸੀਮਾ ਨੇ ਤੈਨੂੰ ਖਬਰ ਨਹੀਂ ਕਿਹੋ ਜਿਹੀ ਮਿੱਟੀ ਲਾਈ ਹੈ। ਬੇਜੀ ਮਰ ਕੇ ਲੋਕ ਕਿੱਥੇ ਚਲੇ ਜਾਂਦੇ ਨੇ? ਇੱਕ ਸਿਮਰਨ ਨੇ ਪੁੱਛਿਆ। ਜਦੋਂ ਰੂਹ ਉਡਾਰੀ ਮਾਰ ਜਾਂਦੀ ਹੈ, ਮਿੱਟੀ ਦੀ ਬਣੀ ਇਹ ਦੇਹ ਮੁੜ ਮਿੱਟੀ 'ਚ ਰਲ ਜਾਂਦੀ ਹੈ ਤੇ ਰੂਹ, ਚੰਗੇ ਲੋਕਾਂ ਦੀ ਰੂਹ ਰੱਬ ਨਾਲ ਜਾ ਮਿਲਦੀ ਹੈ ਤੇ ਮਾੜੇ ਧਮਾਤੜਾਂ ਦੀ ਰੂਹ ਆਵਾਗਮਨ ਦੇ ਚੱਕਰ 'ਚ ਪਈ ਮੁੜ ਕੋਈ ਦੇਹ ਧਾਰਦੀ ਹੈ, ਮੁੜ ਕਿਧਰੇ ਜਨਮ ਲੈ ਲੈਂਦੀ ਹੈ। ਤੁਹਾਨੂੰ ਪੜ੍ਹ ਕੇ ਸੁਣਾਵਾਂ ਮਰਨ ਵਾਲਿਆਂ ਬਾਰੇ ਇਹ ਇਸ ਕਿਤਾਬ 'ਚ ਕੀ ਲਿਖਿਆ ਹੋਇਆ? ਸਿਮਰਨ ਨੇ ਕੁਰਸੀ ਉੱਪਰ ਬੈਠਦਿਆਂ ਨਿਸ਼ਾਨੀ ਰੱਖੀ ਵਾਲੀ ਥਾਂ ਤੋਂ ਕਿਤਾਬ ਖੋਲ੍ਹਦਿਆਂ ਪੁੱਛਿਆ। ਸੁਣਾ, ਬੇਜੀ ਬੋਲੀ। ਲਿਖਿਆ ਕਿ ਮਰਨ ਵਾਲਿਆਂ ਦੇ ਅੱਗੇ 2 ਰਾਹ ਹੁੰਦੇ ਨੇ, ਕਿ ਦੇਵਾਨਾ ਤੇ ਇੱਕ ਪਿਤਰਾਨਾ। ਮਰਨ ਤੋਂ ਮਗਰੋਂ ਜਿਹੜਾ ਬੰਦਾ ਦੇਵਤਿਆਂ ਦੇ ਰਾਹ 'ਤੇ ਜਾਂਦਾ ਹੈ ਉਹ ਚਿਤਾ ਦੀ ਅੱਗ 'ਚ ਚਲਿਆ ਜਾਂਦਾ ਹੈ। ਅੱਗ ਤੋਂ ਦਿਨ ਵਿੱਚ, ਦਿਨ ਤੋਂ ਮਹੀਨੇ ਦੇ ਚਾਨਣੇ ਪੱਖ ਵਿੱਚ, ਫਿਰ ਚਾਨਣੇ ਪੱਖ ਤੋਂ ਉਹਨਾਂ 6 ਮਹੀਨਿਆਂ ਵਿੱਚ ਪਹੁੰਚ ਜਾਂਦਾ ਹੈ ਜਦੋਂ ਸੂਰਜ ਉੱਤਰ ਵੱਲ ਜਾਂਦਾ ਹੈ। ਦੂਜੇ ਪਾਸੇ ਜੋ ਪਿਤਰਾਂ ਦਾ ਰਾਹ ਜਾਂਦਾ ਹੈ ਉਹ ਪਹਿਲੇ ਚਿਤਾ ਦੇ ਧੂੰਏਂ 'ਚ ਪ੍ਰਵੇਸ਼ ਕਰਦਾ ਹੈ। ਧੂੰਏਂ ਤੋਂ ਰਾਤ ਵਿੱਚ, ਰਾਤ ਤੋਂ ਮਹੀਨੇ ਦੇ ਹਨੇਰੇ ਪੱਖ ਵਿੱਚ, ਤੇ ਹਨੇਰੇ ਪੱਖ ਤੋਂ ਉਹਨਾਂ 6 ਮਹੀਨਿਆਂ 'ਚ ਜਦੋਂ ਸੂਰਜ ਦੱਖਣ ਵੱਲ ਜਾਂਦਾ ਹੈ। ਇਹਨਾਂ ਮਹੀਨਿਆਂ ਤੋਂ ਪਿਤਰਾਂ ਦੀਆਂ ਰੂਹਾਂ ਦੇ ਦੇਸ਼ ਚਲਾ ਜਾਂਦਾ ਹੈ। ਠੀਕ ਤਾਂ ਹੈ ਕਿ ਜਿਨ੍ਹਾਂ ਦੀ ਜ਼ਿੰਦਗੀ ਚਿੱਟੇ ਚਾਨਣ ਵਰਗੀ ਹੈ ਉਹ ਬ੍ਰਹਮ ਵਿੱਚ ਜਾ ਸਮਾਉਂਦੇ ਹਨ ਤੇ ਜਿਨ੍ਹਾਂ ਦੀ ਰਾਤ ਦੇ ਹਨੇਰੇ ਵਰਗੀ ਹੈ ਉਹ ਆਵਾਗਮਨ ਦੇ ਚੱਕਰ 'ਚ ਪਾਉਂਦੇ ਰਹਿੰਦੇ ਹਨ। ਬੇਜੀ ਨੇ ਸਾਰੀ ਗੱਲ ਨੂੰ ਜਿਵੇਂ 2 ਫਿਕਰਿਆਂ 'ਚ ਸਮੇਟ ਦਿੱਤਾ। ਤੇ ਮੇਰੀ ਮੰਮੀ ਕਿਸ ਰਾਹੋਂ ਗਈ ਹੋਏਗੀ? ਸਿਮਰਨ ਨੇ ਜਦੋਂ ਆਖਿਆ ਤਾਂ ਬੇਜੀ ਦਾ ਧਿਆਨ ਗਿਆ ਕਿ ਉਹ ਕਿਉਂ ਪੁੱਛ ਰਹੀ ਸੀ ਕਿ ਬੰਦੇ ਮਰ ਕੇ ਕਿੱਥੇ ਚਲੇ ਜਾਂਦੇ ਨੇ। ਸਿਮਰਨ, ਜਿਹੜੇ ਬੰਦੇ ਰੱਬ ਨੂੰ ਚੰਗੇ ਲੱਗਦੇ ਨੇ ਉਹ ਛੇਤੀ ਸੰਸਾਰ ਤੋਂ ਚਲੇ ਜਾਂਦੇ ਨੇ। ਇਹ ਜ਼ਿਆਦਤੀ ਹੈ ਰੱਬ ਦੀ, ਉਸ ਬੰਦੇ ਨਾਲ ਵੀ ਤੇ ਉਹਦੇ ਘਰਦਿਆਂ ਨਾਲ ਵੀ। ਸਿਮਰਨ ਨੇ ਪਤਾ ਨਹੀਂ ਕੀ ਸੋਚਦਿਆਂ ਤਪ ਕੇ ਆਖਿਆ। ਅਸੀਂ ਉਹਦੀ ਲੀਲਾ ਨੂੰ ਸਮਝ ਨਹੀਂ ਨਾ ਸਕਦੇ, ਇਸੇ ਕਾਰਨ ਦੁਖੀ ਹੁੰਦੇ ਰਹਿੰਦੇ ਹਾਂ। ਹਾਂ, ਉਸ ਲਈ ਤਾਂ ਉਹ ਲੀਲਾ ਹੀ ਹੈ।
ਤਮਾਸ਼ਾ ਹੀ ਹੈ, ਪਰ ਬੰਦਿਆਂ ਲਈ ਤਾਂ ਇਹੀ ਸੱਚ ਹੈ। ਨਹੀਂ ਸਿਮਰਨ, ਇੱਥੇ ਹੀ ਤਾਂ ਬੰਦਾ ਖੁੰਝ ਜਾਂਦਾ ਹੈ, ਜਦੋਂ ਉਸ ਚੱਲਣਹਾਰ ਸੰਸਾਰ ਨੂੰ ਸੱਚ ਸਮਝ ਲੈਂਦਾ ਹੈ। ਪਰ ਜੇ ਉਹ ਇਹਨੂੰ ਝੂਠ ਮੰਨ ਕੇ ਤੁਰੇ ਤਾਂ ਉਹ ਦਿਨ ਕੱਟੀ ਨਹੀਂ ਹੁੰਦੀ। ਇਹੀ ਤਾਂ ਬੰਦੇ ਦਾ ਸੰਤਾਪ ਹੈ। ਤੇ ਬੇਜੀ ਦੀ ਗੱਲ ਅੱਧ ਵਿਚਾਲੇ ਰਹਿ ਗਈ। ਸਾਹਮਣੇ ਉਹ ਬਾਬਾ ਜੱਸਾ ਸਿੰਘ ਦੇ ਡੇਰੇ ਵਾਲੇ ਬਾਬਾ ਜੀ ਸਿਰ ਉੱਪਰ ਰਸਦ ਵਾਲਾ ਟੋਕਰਾ ਚੁੱਕੀ ਹੱਥ 'ਚ ਖੁੰਡਾ ਫੜੀ ਤੁਰੇ ਆਉਂਦੇ ਦਿਸੇ। ਸਤਨਾਮ ਵਾਹਿਗੁਰੂ ਬੇਬੇ ਜੀ, ਕੱਲ੍ਹ ਨੂੰ ਸੰਗਰਾਂਦ ਹੈ, ਸੇਵਾ ਕਰੋ। ਬਾਬਾ ਜੀ ਨੇ ਰਸਦ ਵਾਲਾ ਟੋਕਰਾ ਲਾ ਕੇ ਮੇਜ਼ ਉੱਪਰ ਰੱਖਦਿਆਂ ਆਖਿਆ। ਪਹਿਲੇ ਛਕੋਗੇ ਕੀ ਬਾਬਾ ਜੀ? ਬੇਜੀ ਨੇ ਪੁੱਛਿਆ। ਹੁਣੇ ਵਕੀਲਾਂ ਦੇ ਦੁੱਧ ਛਕ ਕੇ ਆਇਆ, ਹੋਰ ਕਾਸੇ ਦੀ ਲੋੜ ਨਹੀਂ। ਬੀਬਾ ਪਾਸ ਹੋ ਗਈ? ਬਾਬਾ ਜੀ ਨੇ ਸਿਮਰਨ ਵੱਲ ਝਾਕ ਕੇ ਪੁੱਛਿਆ। ਇਹ ਤਾਂ ਬਾਬਾ ਜੀ ਕਦੋਂ ਦੀਆਂ ਸਾਰੀਆਂ ਜਮਾਤਾਂ ਪਾਸ ਕਰ ਹਟੀ ਹੈ, ਬੇਜੀ ਨੇ ਦੱਸਿਆ। ਫਿਰ ਇਹਦਾ ਵਿਆਹ ਕਰ ਦਿਓ, ਚੰਗਾ ਜਿਹਾ ਲੜਕਾ ਦੇਖ ਕੇ। ਸੰਜੋਗਾਂ ਦੇ ਅਖਤਿਆਰ ਹੈ ਬਾਬਾ ਜੀ। ਤੁਹਾਨੂੰ ਪਤਾ ਲੱਗਿਆ ਅੱਜ ਆਖਦੇ ਨੇ ਪੁਲਿਸ ਦਾ ਸੁਪਰਡੈਂਟ ਮਾਰਤਾ। ਪਰ ਇੱਕ ਗੱਲ ਹੈ ਬੀਬਾ, ਉਹ ਲੋਕ ਪਤਾ ਨਹੀਂ ਕਿੱਧਰੋਂ ਆਉਂਦੇ ਨੇ ਤੇ ਮਾਰ ਕੇ ਕਿੱਧਰ ਛਿਪਨ ਹੋ ਜਾਂਦੇ ਨੇ। ਇੱਕ ਵੀ ਕਦੇ ਥਾਂ ਉੱਤੇ ਨਹੀਂ ਫੜਿਆ ਗਿਆ ਤਾਂ ਜ਼ੋਰ ਲਾ ਲਿਆ ਪੁਲਿਸ ਨੇ, ਫੌਜ ਨੇ, ਅਗਲੇ ਦਿਨ ਦੀ ਵੀ ਮਾਰ ਕੇ ਲੰਘ ਜਾਂਦੇ ਨੇ, ਬਾਬਾ ਜੀ ਦੱਸ ਰਹੇ ਸਨ। ਬਾਬਾ ਜੀ ਪੰਜਾਬ ਨੂੰ ਤਾਂ ਖਬਰ ਨਹੀਂ ਕੀ ਸਾਧ ਸਰਾਪ ਹੋ ਗਿਆ, ਖਬਰ ਨਹੀਂ ਕੀ ਮਾੜੀ ਦੱਸੀ ਜਾਗ ਪਈ, ਹੋਣੀਆਂ ਅਣਹੋਣੀਆਂ ਹੋਣ ਲੱਗ ਪਈਆਂ ਨੇ। ਬੇਜੀ ਨੇ ਬਾਬਾ ਜੀ ਦੇ ਟੋਕਰੇ 'ਚ ਕੱਪੜੇ ਉੱਪਰ ਚੌਲਾਂ ਦਾ ਥਾਲ ਪਾਉਂਦਿਆਂ ਆਖਿਆ। ਪੁਲਿਸ ਤੋਂ ਤਾਂ ਮੁੰਡੇ ਬਦਲਾ ਹੀ ਲੈਂਦੇ ਨੇ, ਬਾਬਾ ਜੀ ਬੋਲੇ। ਪਰ ਬਾਬਾ ਜੀ ਆਪ ਬਦਲਾ ਲੈਣ ਦੀ ਥਾਂ ਰੱਬ ਨੂੰ ਆਖਣ, ਸਿਮਰਨ ਬੋਲੀ। ਬੀਬਾ ਰੱਬ ਵੀ ਤਾਂ ਬੰਦਿਆਂ ਦੇ ਰਾਹੀਂ ਸਭ ਕੁਝ ਕਰਦਾ ਹੈ, ਰੱਬ ਦੇ ਹੁਕਮ ਬਿਨਾਂ ਨਹੀਂ ਕੋਈ ਕੁਝ ਕਰ ਸਕਦਾ। ਫਿਰ ਤਾਂ ਸਰਕਾਰ ਵੀ ਤੇ ਪੁਲਿਸ ਵੀ ਜੋ ਕਰ ਰਹੀ ਹੈ ਇਹ ਵੀ ਰੱਬ ਦਾ ਹੁਕਮ ਹੀ ਹੋਏਗਾ। ਸਿਮਰਨ ਨੇ ਆਪਣੇ ਜਾਣੇ ਬਾਬਾ ਜੀ ਦੀ ਆਪਣੀ ਗੱਲ ਨਾਲ ਹੀ ਉਹਨਾਂ ਦੀ ਗੱਲ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਲੋਕ ਆਪਣਾ ਧਰਮ ਭੁੱਲ ਜਾਂਦੇ ਨੇ ਫਿਰ ਰੱਬ ਕਹਿਰ ਵਰਤਾਉਂਦਾ ਹੈ। ਚੰਗੇ ਭਲੇ ਬੈਠੇ ਸੀ, ਸੰਤ ਨੇ ਇਹੋ ਜਿਹਾ ਝਗੜਾ ਸ਼ੁਰੂ ਕੀਤਾ ਜਿਹਦਾ ਹੁਣ ਕੋਈ ਸਿਰਾ ਹੀ ਨਹੀਂ ਦਿਸਦਾ। ਬੇਜੀ ਨੇ ਚਿੰਤਾ ਉਤਰ ਜੇ ਹੋ ਕੇ ਆਖਿਆ। ਬਾਬਾ ਜੀ ਜਿਵੇਂ ਤੈਸ਼ 'ਚ ਆ ਗਏ, ਬੋਲੇ। ਸੰਤਾਂ ਕੀ ਕਿਸੇ ਜੱਦੀ ਜਾਗੀਰ ਪਿੱਛੇ ਲੜਦਾ ਸੀ ਜਾਂ ਮਿਨਿਸਟਰੀਆਂ ਭਾਲਦਾ ਸੀ? ਬਈ ਅਗਲਾ ਸੰਤ ਬੰਦਾ ਸੀ, ਦਿਨ ਰਾਤ ਉਹ ਪਾਠ ਕਰਦਾ ਸੀ, ਚਾਹ ਤੱਕ ਦਾ ਉਹਨੂੰ ਵੈਲ ਨਹੀਂ ਸੀ। ਉਹ ਤਾਂ ਧਮਾਤੜਾਂ ਖਾਤਰ ਲੜਦਾ ਸੀ ਵੀ ਦੁਕਾਨਦਾਰਾਂ ਦੀ ਗਵਰਨਮੈਂਟ ਸਾਨੂੰ ਵੇਚ ਕੇ ਨਾ ਖਾ ਜਾਏ। ਪਰ ਬਾਬਾ ਜੀ ਆਖਦੇ ਨੇ ਅੱਤਵਾਦੀ ਲੋਕਾਂ ਨੂੰ ਮਾਰ ਕੇ ਹਰਿਮੰਦਰ ਸਾਹਿਬ ਵਿੱਚ ਜਾ ਲੁਕਦੇ ਸਨ। ਤੂੰ ਤਾਂ ਬੀਬਾ ਕਮਲੀ ਹੈ। ਪੁਲਿਸ ਨੇ ਜਦੋਂ ਕਿਸੇ ਨੂੰ ਫੜਨਾ ਹੁੰਦਾ ਹੈ ਆਪੇ ਅਗਲੇ ਦੇ ਘਰ ਅਫੀਮ ਧਰ ਕੇ ਫੜ ਲੈਂਦੇ ਨੇ। ਹਰਿਮੰਦਰ ਦੇ ਚਾਰ ਚੁਫੇਰੇ ਤਾਂ ਪੁਲਿਸ ਤੇ ਫੌਜ ਦੇ ਪਹਿਰੇ ਨੇ, ਮੁੰਡੇ ਕਈ ਅਸਮਾਨ ਥਾਈਂ ਤਾਂ ਨਹੀਂ ਸੀ ਆ ਡਿੱਗਦੇ, ਬਾਬਾ ਜੀ ਬੋਲੇ। ਫਿਰ ਬਾਬਾ ਜੀ ਝਗੜਾ ਕੀ ਹੈ? ਸਿਮਰਨ ਨੇ ਬਾਬਾ ਜੀ ਦੇ ਵਿਚਾਰ ਜਾਣਨ ਲਈ ਪੁੱਛਿਆ। ਰਾਜਨੀਤੀ, ਹੋਰ ਕੀ? ਤੂੰ ਪੜ੍ਹਿਆ ਨਹੀਂ ਮਹਾਂਭਾਰਤ 'ਚ ਰਾਜ ਲੈਣ ਲਈ 18 ਖੂਹਣੀਆਂ ਬੰਦੇ ਮਰਵਾ ਦਿੱਤੇ। ਖੂਹਣੀ ਪਤਾ ਕੀ ਹੁੰਦੀ ਹੈ? ਬਈ ਜੀ ਇੱਕ ਖੂਹ ਹੋਵੇ, ਉਹਦੇ ਕੋਲੋਂ ਦੀ ਫੌਜਾਂ ਲੰਘ ਰਹੀਆਂ ਹੋਣ, ਗਰਦ ਉੱਡ ਉੱਡ ਕੇ ਜਦੋਂ ਖੂਹ ਭਰ ਜਾਵੇ ਤਾਂ ਇੱਕ ਖੂਹਣੀ ਹੁੰਦੀ ਹੈ। 18 ਖੂਹਣੀਆਂ ਨੂੰ ਤੂੰ ਆਪ ਸੋਚ ਕਿੰਨੇ ਬੰਦੇ ਹੋਣਗੇ। ਉਹਨਾਂ ਵਿੱਚ ਸਕੇ ਸੰਬੰਧੀ, ਭਾਈ ਭਤੀਜੇ, ਗੁਰੂ ਚੇਲੇ, ਯੋਧੇ, ਵਿਦਵਾਨ ਸਭ ਸ਼ਾਮਲ ਸਨ। ਉਹੀ ਗੱਲ ਹੁਣ। ਪਰ ਬਾਬਾ ਜੀ ਆਖਦੇ ਨੇ ਸਿੱਖ ਖਾਲਿਸਤਾਨ ਮੰਗਦੇ ਨੇ। ਸਿਮਰਨ ਨੇ ਬਾਬਾ ਜੀ ਨੂੰ ਪੁੱਛਿਆ। ਜੇ ਕਮਾਊ ਪੁੱਤ ਨਾਲ ਦਰੈਤ ਹੋਊ, ਉਹ ਆਖੂਗਾ ਹੀ ਵੀ ਮੈਨੂੰ ਅੱਡ ਕਰ ਦਿਓ। ਆਖਦੇ ਨੇ ਦਰਿਆ ਦਾ ਪਾਣੀ ਦਾ ਵੀ ਝਗੜਾ ਹੈ। ਸਿਮਰਨ ਨੇ ਜਾਣ ਕੇ ਗੱਲ ਗਾਂਹ ਤੋਰੀ। ਝਗੜਾ ਕੋਈ ਨਹੀਂ, ਝਗੜਾ ਜਾਣ ਬੁੱਝ ਕੇ ਬਣਾਇਆ ਹੋਇਆ। ਦੇਖੋ ਕੁਦਰਤ ਨੇ ਜਿਸ ਇਲਾਕੇ ਨੂੰ ਦਰਿਆ ਦਿੱਤੇ ਨੇ, ਪਹਿਲਾ ਹੱਕ ਉਹਦਾ ਹੈ ਦਰਿਆਵਾਂ ਦੇ ਪਾਣੀਆਂ ਤੇ। ਹੁਣ ਪੰਜਾਬ ਨੂੰ ਛੱਡ ਕੇ ਆਖਿਰ ਰਾਜਸਥਾਨ ਨੂੰ ਪਾਣੀ ਦੇਣਾ, ਬਈ ਯੂਪੀ ਤੋਂ ਕਿਉਂ ਨਹੀਂ ਲੈਂਦੇ? ਗੰਗਾ 'ਚੋਂ ਲੈਣ ਤਾਂ ਪਤਾ ਲੱਗੇ। ਵੀ ਸ਼ਰਮ ਕਰੋ, ਹੋਰਾਂ ਦੀਆਂ ਕੀਮਤਾਂ ਬਥੇਰੀਆਂ ਵਧਾ ਦਿੱਤੀਆਂ, ਬਿਜਲੀ ਦੀਆਂ ਬਥੇਰੀਆਂ ਕਟੌਤੀਆਂ ਕਰਤੀਆਂ, ਤੇਲ ਬਥੇਰਾ ਮਹਿੰਗਾ ਕਰ ਦਿੱਤਾ। ਉਹਦੇ ਮੁਕਾਬਲੇ 'ਚ ਕਣਕ ਤੇ ਜੀਰੀ ਦੇ ਭਾਅ ਕੀ ਨੇ? ਬਾਬਾ ਜੀ ਦੱਸ ਰਹੇ ਸਨ। ਫਿਰ ਕੀ ਬਣੂ ਬਾਬਾ ਜੀ ਪੰਜਾਬ ਦਾ? ਸਿਮਰਨ ਨੇ ਜਿਵੇਂ ਆਖਰੀ ਸਵਾਲ ਕੀਤਾ। ਜੋ ਦਾਤੇ ਨੂੰ ਮਨਜ਼ੂਰ ਹੈ ਬਣੀ ਜਾਂਦਾ ਹੈ, ਉਹਦਾ ਹੁਕਮ ਹੈ। ਚੰਗਾ ਫਿਰ ਕਰੋ ਸੇਵਾ, ਮੈਂ ਚੱਲਾਂ। ਬਾਬਾ ਜੀ ਨੇ ਪਹਿਲੀ ਗੱਲ ਸਿਮਰਨ ਤੇ ਦੂਜੀ ਬੇਜੀ ਨੂੰ ਆਖੀ। ਬੇਜੀ ਨੇ 21 ਰੁਪਈਏ ਦੇਗਲੇ ਦਿੱਤੇ, 1 ਕਿਲੋ ਦੇਸੀ ਘੀ, 1 ਥੈਲੀ ਆਟੇ ਦੀ ਬਾਬਾ ਜੀ ਨੂੰ ਲਿਆ ਫੜਾਈ। ਸਤਨਾਮ ਆਖ ਕੇ ਬਾਬਾ ਜੀ ਨੇ ਸੀਧੇ ਵਾਲਾ ਟੋਕਰਾ ਚੁੱਕਿਆ, ਸਿਰ ਉੱਪਰ ਰੱਖਿਆ, ਖੂੰਡਾ ਹੱਥ 'ਚ ਫੜਿਆ ਤੇ ਪਿੱਠ ਮੋੜ ਕੇ ਤੁਰ ਪਏ। ਆਖਦੇ ਨੇ ਬਾਬਾ ਜੀ ਨੂੰ ਜੰਮਦੇ ਨੂੰ ਮਾਪੇ ਡੇਰੇ ਚੜ੍ਹਾ ਗਏ ਸੀ। ਉਹਨਾਂ ਦੇ ਬੱਚੇ ਨਹੀਂ ਸੀ ਬਚਦੇ, ਹੋ ਮਰੀ ਜਾਂਦੇ ਸੀ। ਅਖੇ ਇਹ ਬੱਚਾ ਸੰਤਾਂ ਨੂੰ ਦਿੱਤਾ, ਸਾਡੇ ਨਾਂ ਸੀ ਉਹਨਾਂ ਦੇ ਭਾਗਾਂ ਨੂੰ ਹੀ ਬਚ ਰਹੇ।
ਫਿਰ ਬੜੇ ਵਰ੍ਹਿਆਂ ਮਗਰੋਂ ਜਦੋਂ ਇਹਨਾਂ ਦਾ ਪਿਓ ਮਰ ਗਿਆ ਤਾਂ ਇਹਨਾਂ ਦੀ ਮਾਂ ਇਹਨਾਂ ਨੂੰ ਲੈਣ ਆਈ। ਆਖੇ, ਪੁੱਤ ਮੈਂ ਮਾਂ ਦੇ ਨਾਲ ਆਪਣੇ ਘਰ ਚੱਲ ਕੇ ਜ਼ਮੀਨ ਜਾਇਦਾਦ ਨੂੰ ਸੰਭਾਲ। ਪਰ ਬਾਬਾ ਜੀ ਨੇ ਇਹ ਆਖ ਕੇ ਮੋੜ ਦਿੱਤਾ, ਮਾਈ ਸਿਰਫ ਜਨਮ ਦੇ ਦੇਣ ਨਾਲ ਤਾਂ ਕੋਈ ਮਾਂ ਨਹੀਂ ਬਣ ਜਾਂਦੀ, ਬੇਜੀ ਨੇ ਦੱਸਿਆ। ਚੌਥਾ ਅੰਗ, ਵੇਲਾ ਸਵੇਰ ਦਾ। ਸਟੇਸ਼ਨ ਕੋਲੋਂ ਸਿਮਰਨ ਨੇ ਯੂਨੀਵਰਸਿਟੀ ਜਾਣ ਲਈ ਬੱਸ ਫੜਨੀ ਸੀ। ਬੱਸ ਤਾਂ ਹੁਣੇ ਗਈ ਹੈ, ਦੂਜੀ ਤਾਂ 15-20 ਮਿੰਟਾਂ ਨੂੰ ਆਊਗੀ। ਕੋਲ ਵਾਲੇ ਸਾਈਕਲ ਸਟੈਂਡ ਉੱਪਰ ਕੰਮ ਕਰਦੇ ਮੁੰਡੇ ਨੇ ਆਪ ਹੀ ਸਿਮਰਨ ਨੂੰ ਦੱਸਿਆ। ਸਿਮਰਨ ਪਿੱਪਲ ਦੀ ਛਾਂ ਹੇਠ ਨੂੰ ਖੜੋ ਗਈ। ਸਟੇਸ਼ਨ 'ਤੇ ਆ ਕੇ ਗੱਡੀ ਰੁਕੀ। ਭਾਈਆਂ ਦੀ ਕਟੋਲੀ ਗੱਡੀ ਤੋਂ ਉਤਰੀ। ਅੱਧੋ ਰਾਣੇ, ਪਾਟੇ, ਮੈਲੇ ਕੱਪੜੇ, ਰਬੜ ਦੀਆਂ ਚੱਪਲਾਂ ਪਾਈ ਜਾਂ ਨੰਗੇ ਪੈਰੀ ਮਰੀਲ ਦੀਆਂ ਟੰਗਾਂ ਵਾਲੇ ਕਾਲੇ ਕਲੂਟੇ ਬਈਏ ਸਹਿਮੇ ਜਿਹੇ ਲੱਗ ਰਹੇ ਸਨ। ਰੋਟੀ ਰੋਜ਼ੀ ਦੀ ਖਾਤਰ ਪੰਖੇਰੂਆਂ ਵਾਂਗੇ ਸੈਂਕੜੇ ਮੀਲ ਘਰਾਂ ਤੋਂ ਦੂਰ ਲੰਘ ਆਉਂਦੇ ਨੇ। ਕਈ ਇਹਨਾਂ ਵਿੱਚੋਂ ਘਰਾਂ ਨੂੰ ਪਰਤਣ ਗਈ ਨਹੀਂ। ਪਤਾ ਨਹੀਂ ਕਿਉਂ ਸਿਮਰਨ ਨੂੰ ਖਿਆਲ ਆਇਆ। ਗੱਡੀ ਨੇ ਤੁਰਨ ਵੇਲੇ ਚੀਕ ਮਾਰੀ ਤੇ ਛਕ ਛਕ ਕਰਦੀ ਲੰਘ ਗਈ। ਕਿੰਨੇ ਲੋਕਾਂ ਨੂੰ ਇਹ ਗੱਡੀ ਇੱਥੇ ਛੱਡ ਜਾਂਦੀ ਹੈ, ਕਿੰਨੇ ਲੋਕਾਂ ਨੂੰ ਇਹ ਗੱਡੀ ਲੈ ਜਾਂਦੀ ਹੈ। ਇਹ ਸਟੇਸ਼ਨ ਵੀ ਜਿਵੇਂ ਇੱਕ ਸੰਸਾਰ ਹੋਵੇ। ਹੌਲੀ ਹੌਲੀ ਕੁਝ ਹੋਰ ਸਵਾਰੀਆਂ ਵੀ ਆ ਗਈਆਂ ਤੇ ਇੰਨੇ ਨੂੰ ਬੱਸ ਵੀ ਆ ਗਈ। ਸਵਾਰੀਆਂ ਲੈ ਕੇ ਉਦੋਂ ਹੀ ਤੁਰ ਪਈ। ਯੂਨੀਵਰਸਿਟੀ ਪਹੁੰਚ ਕੇ ਸਿਮਰਨ ਨੇ ਲਾਇਬ੍ਰੇਰੀ ਜਾਣ ਦੀ ਥਾਂ ਸੋਚਿਆ ਪਹਿਲੇ ਡਾਕਟਰ ਖੇੜੇ ਨੂੰ ਆਪਣੇ ਥੀਸਿਸ ਦਾ ਇੱਕ ਚੈਪਟਰ ਦੇਖਣ ਲਈ ਦੇ ਆਵੇ। ਉਹਦੇ ਕੰਮ ਦੀ ਪ੍ਰੋਗਰੈਸ ਰਿਪੋਰਟ ਤਾਂ ਆਖਰ ਉਸੇ ਨੇ ਭੇਜਣੀ ਸੀ। ਉਹ ਖੇੜੇ ਦੇ ਕਮਰੇ ਤੱਕ ਗਈ। ਅੰਦਰ ਡਾਕਟਰ ਖੇੜਾ ਕਿਸੇ ਨਾਲ ਗੱਲਾਂ ਕਰ ਰਹੇ ਸਨ। ਉਹ ਪਰਤਣ ਹੀ ਲੱਗੀ ਸੀ ਕਿ ਡਾਕਟਰ ਖੇੜੇ ਨੇ ਉਹਨੂੰ ਦੇਖ ਕੇ ਆਵਾਜ਼ ਮਾਰ ਲਈ, ਕੀ ਗੱਲ ਸਿਮਰਨ, ਮੁੜ ਚੱਲੀ? ਤੁਸੀਂ ਸਰ ਬਿਜ਼ੀ ਲੱਗਦੇ ਸੀ। ਸਿਮਰਨ ਨੇ ਕਮਰੇ 'ਚ ਬੈਠੇ ਖੱਦਰਧਾਰੀ ਅਧਖੜ ਬੰਦੇ ਵੱਲ ਝਾਕ ਕੇ ਆਖਿਆ, ਨਹੀਂ ਇਹ ਤਾਂ ਮੇਰੇ ਮਿੱਤਰ ਨੇ, MLA ਸਾਹਿਬ ਨੇ। ਲੋਕ ਤਾਂ ਇਹਨਾਂ ਦੇ ਮਗਰ ਮਗਰ ਤੁਰੇ ਫਿਰਦੇ ਨੇ। ਇਹ ਤਾਂ ਇਹਨਾਂ ਦੀ ਦਰਿਆ ਨਿਵਾਜ਼ੀ ਹੈ ਕਿ ਇਹ ਆਪ ਸਾਨੂੰ ਮਿਲਣ ਆ ਜਾਂਦੇ ਨੇ। ਡਾਕਟਰ ਖੇੜੇ ਨੇ MLA ਸਾਹਿਬ ਵੱਲ ਝਾਕ ਕੇ ਆਖਿਆ, ਪ੍ਰੋਫੈਸਰ ਸਾਹਿਬ ਵੱਡੇ ਤਾਂ ਤੁਸੀਂ ਲੋਕ ਹੋ ਜਿਨ੍ਹਾਂ ਕੋਲ ਏਡੀਆਂ ਵੱਡੀਆਂ ਵੱਡੀਆਂ ਡਿਗਰੀਆਂ ਨੇ। ਅਸੀਂ ਤਾਂ ਜਨਤਾ ਦੇ ਸੇਵਕ ਹਾਂ। MLA ਸਾਹਿਬ ਨੇ ਆਖਿਆ, ਮੈਂ ਤੁਹਾਨੂੰ ਸਰ ਇਹ ਚੈਪਟਰ ਦੇਣਾ ਸੀ। ਸਿਮਰਨ ਨੇ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਫਾਈਲ ਵਿੱਚੋਂ ਕੁਝ ਕਾਗਜ਼ ਡਾਕਟਰ ਖੇੜੇ ਵੱਲ ਕਰਦਿਆਂ ਆਖਿਆ, 1 ਮਿੰਟ ਬੈਠੋ ਤਾਂ ਸਹੀ, ਤੁਸੀਂ ਦੇਖ ਲੈਣਾ, ਮੈਂ ਫੇਰ ਲੈ ਜਾਵਾਂਗੀ। ਤੁਸੀਂ ਬੈਠੋ ਤਾਂ ਸਹੀ, ਆਪਾਂ ਡਿਸਕਸ ਕਰ ਲੈਂਦੇ ਹਾਂ ਕਿ ਇਸ ਚੈਪਟਰ ਵਿੱਚ ਮੇਨ ਗੱਲਾਂ ਤੁਸੀਂ ਕੀ ਦਿੱਤੀਆਂ ਨੇ। ਉਂਝ ਮੈਡਮ ਸੌਂਦੀ ਨੇ ਤਾਂ ਵਿਖਾਈ ਲਿਆ ਹੋਵੇਗਾ, ਲਿਖ ਕੇ ਤਾਂ ਨਹੀਂ ਵਿਖਾਇਆ, ਉਂਝ ਡਿਸਕਸ ਕੀਤਾ ਸੀ। ਸਿਮਰਨ ਨੇ ਅਣਮੰਨੇ ਜਿਹੇ ਮਨ ਨਾਲ ਬੈਠਦਿਆਂ ਆਖਿਆ, ਡਿਸਕਸ ਕਰ ਲਿਆ, ਠੀਕ ਹੈ। ਉਂਝ ਮੈਡਮ ਨੂੰ ਪੜ੍ਹਨ ਪੜ੍ਹਾਉਣ ਤੋਂ ਗਾਂਹ ਦਾ ਤਾਂ ਕੁਝ ਪਤਾ ਹੀ ਨਹੀਂ। ਦੇਖੋ ਨਾ, ਇੱਕ ਪਾਸੇ ਪੰਜਾਬ ਦਾ ਸੰਕਟ ਹੈ, ਦੂਜੇ ਪਾਸੇ ਸਾਰੇ ਦੇਸ਼ ਦੇ ਮਸਲੇ ਨੇ। ਇਹਨਾਂ ਨਾਲ ਮੇਲਿਆਂ ਔਰਤ ਲੇਖਕਾਂ ਔਰਤਾਂ ਦੇ ਮਸਲੇ ਬੜੀਆਂ ਛੋਟੀਆਂ ਗੱਲਾਂ ਰਹਿ ਜਾਂਦੀਆਂ ਨੇ। ਡਾਕਟਰ ਖੇੜੇ ਨੇ ਬੜੇ ਦਾਨਸ਼ਵਰਾਂ ਵਾਂਗ ਆਖਿਆ, ਸਰ ਛੋਟੀਆਂ ਗੱਲਾਂ ਤਾਂ ਨਹੀਂ, ਸੰਸਾਰ ਦੀ ਅੱਧੀ ਵਸੋਂ ਔਰਤਾਂ ਦੀ ਹੈ। ਸਿਮਰਨ ਨੇ ਇੰਨਾ ਹੀ ਆਖਿਆ, ਕਦਰ ਔਰਤਾਂ ਦੀ ਪੰਜਾਬ ਵਿੱਚ ਹੀ ਹੈ ਨਹੀਂ। MLA ਸਾਹਿਬ ਬੋਲੇ, ਪੰਜਾਬ ਅੱਜ ਕੱਲ੍ਹ ਹੋਰ ਹੀ ਗੱਲਾਂ ਕਰ ਰਿਹਾ ਹੈ ਤੇ ਪਰੇਸ਼ਾਨ ਹੈ। ਡਾਕਟਰ ਖੇੜਾ ਬੋਲੇ, ਮੈਨੂੰ ਤਾਂ ਪੰਜਾਬ ਦੀ ਸਥਿਤੀ ਬਾਰੇ ਸੋਚਦਿਆਂ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ ਕਿ ਸਿੱਖਾਂ ਨੇ ਇਹ ਸਮਝ ਕਿਵੇਂ ਲਿਆ ਕਿ ਪੰਜਾਬ ਸਿਰਫ ਉਹਨਾਂ ਦਾ ਹੀ ਹੈ। ਗਜ਼ਬ ਸਾਈਂ ਦਾ। ਉਹਨਾਂ ਦੇ 10 ਵਿੱਚੋਂ 9 ਗੁਰੂ ਹਿੰਦੂ ਸਨ ਤੇ ਆਖਦੇ ਨੇ ਹਮ ਹਿੰਦੂ ਨਹੀਂ। MLA ਸਾਹਿਬ ਨੇ ਆਖਿਆ, ਲੱਗਦਾ ਪਾਕਿਸਤਾਨ ਦੀ ਸ਼ਹਿ ਹੈ। ਉਹ ਚਾਹੁੰਦਾ ਜਿਵੇਂ ਬੰਗਲਾਦੇਸ਼ ਉਸ ਨਾਲੋਂ ਟੁੱਟ ਗਿਆ, ਉਸੇ ਤਰ੍ਹਾਂ ਪੰਜਾਬ ਭਾਰਤ ਨਾਲੋਂ ਟੁੱਟ ਜਾਵੇ। ਪਰ ਤੁਸੀਂ MLA ਸਾਹਿਬ ਦਿੱਲੀ ਦੀ ਸਰਕਾਰ ਨੂੰ ਸਲਾਹ ਦਿਓ ਕਿ ਇਲਾਕਿਆਂ ਪਾਣੀਆਂ ਦੇ ਝਗੜੇ ਬਾਰੇ ਜੋ ਫੈਸਲੇ ਕਰਨੇ ਹੈ ਕਰਨ। ਡਾਕਟਰ ਖੇੜੇ ਨੇ ਆਖਿਆ, ਦੇਖੋ ਜੀ, ਜਿਹੜੇ ਲੋਕ ਆਖਦੇ ਨੇ ਪੰਜਾਬੀ ਸਾਡੀ ਮਾਂ ਬੋਲੀ ਨਹੀਂ, ਉਹਨਾਂ ਤੋਂ ਮਾਰ ਕੇ ਤਾਂ ਸਰਕਾਰ ਰਖਵਾ ਨਹੀਂ ਸਕਦੀ ਕਿ ਜ਼ਰੂਰ ਆਖੋ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਅਗਲਿਆਂ ਦੀ ਮਰਜ਼ੀ ਹੈ। ਜੇ ਅਗਲੇ ਖੂਹ ਦੇ ਡੱਡੂ ਰਹਿਣ ਦੀ ਥਾਂ ਮੁਲਕ ਦੀ ਮੇਨ ਸਟ੍ਰੀਮ ਨਾਲ ਰਲ ਕੇ ਤੁਰਨਾ ਚਾਹੁੰਦੇ ਨੇ ਤੇ ਰਾਸ਼ਟਰ ਭਾਸ਼ਾ ਹਿੰਦੀ ਨੂੰ ਆਪਣੀ ਮਾਂ ਬੋਲੀ ਬਣਾਉਣਾ ਚਾਹੁੰਦੇ ਨੇ, ਬਣਾਉਣ ਦਿਓ। ਕਿਸੇ ਦਾ ਕੀ ਢਿੱਡ ਦੁਖਦਾ, ਇਉਂ ਠੋਸਣ ਨਾਲ ਨਹੀਂ ਕੋਈ ਮੰਨਦਾ ਹੁੰਦਾ। ਬਾਕੀ ਪੂਰੇ ਪੰਜਾਬ 'ਚ ਪੰਜਾਬੀ ਲਾਗੂ ਕਰਵਾਉਣ ਦੀ ਥਾਂ ਪਹਿਲਾਂ ਤਾਂ ਵਜ਼ੀਰੀਆਂ ਦੇ ਭੁੱਖਿਆਂ ਨੇ ਪੰਜਾਬੀ ਸੂਬਾ ਮੰਗਿਆ, ਕੀ ਖੱਟਿਆ ਪੰਜਾਬੀ ਸੂਬਾ ਬਣਾ ਕੇ। ਚਿੜੀ ਦੇ ਪਹੁੰਚੇ ਜਿੰਨਾ ਸਾਰਾ ਪੰਜਾਬ ਰਹਿ ਗਿਆ। ਉਸ ਵਿੱਚ ਵੀ ਅਖੇ ਹਮ ਖਾਲਿਸਤਾਨ ਬਣਾਏਂਗੇ।
ਸੈਂਟਰ ਨੂੰ ਚਾਹੀਦਾ ਹੈ ਬਣਾ ਲੈਣ ਦੇਵੇ, ਜੇ ਆਪਸ ਵਿੱਚ ਨਾ ਲੜ ਮਰਨ। ਬਾਕੀ ਰਹੀ ਦਰਿਆਵਾਂ ਦੇ ਪਾਣੀਆਂ ਦੀ ਗੱਲ, ਕੋਈ ਪੁੱਛੇ ਭਾਈ ਇੱਥੇ ਪਾਣੀ ਵਾਧੂ ਹੈ ਤੇ ਉਧਰ ਰਾਜਸਥਾਨ 'ਚ ਲੋਕ ਤਰਿਹਾਏ ਮਰਦੇ ਨੇ। ਹਾਂ, ਚੰਡੀਗੜ੍ਹ ਜ਼ਰੂਰ ਪੰਜਾਬ ਨੂੰ ਦੇ ਦੇਣਾ ਚਾਹੀਦਾ ਹੈ। MLA ਸਾਹਿਬ ਵਿਸਥਾਰ ਨਾਲ ਸਮਝਾ ਰਹੇ ਸਨ ਤੇ ਵਿੱਚ ਉਹ ਸਿਮਰਨ ਵੱਲ ਵੀ ਝਾਕ ਲੈਂਦੀ, ਜੋ ਆਪਣੇ ਧਿਆਨ ਨੀਵੀਂ ਪਾਈ ਬੈਠੀ ਆਪਣੀ ਇੱਕ ਕਿਤਾਬ ਦੇ ਟਾਈਟਲ ਵੱਲ ਹੀ ਲਗਾਤਾਰ ਵੇਖੀ ਜਾ ਰਹੀ ਸੀ। ਪਰ ਉਹਨਾਂ ਨੇ ਤਾਂ ਚੰਡੀਗੜ੍ਹ ਵੀ ਨਹੀਂ ਦਿੱਤਾ, ਡਾਕਟਰ ਖੇੜੇ ਨੇ ਆਖਿਆ। ਇਹ ਰੋਹਬ ਨਾਲ ਮੰਗਦੇ ਨੇ, ਸਰਕਾਰਾਂ ਕਦੇ ਕਿਸੇ ਦਾ ਰੋਹਬ ਮੰਨਦੀਆਂ ਹੁੰਦੀਆਂ ਨੇ ਭਲਾ? MLA ਸਾਹਿਬ ਨੇ ਆਖਿਆ। ਕਿਉਂ ਵੀ ਸਿਮਰਨ, ਤੂੰ ਸਭ ਬਾਰੇ ਕੀ ਸੋਚਦੀ ਹੈ? ਡਾਕਟਰ ਖੇੜੇ ਨੇ ਪੁੱਛਿਆ। ਮੈਨੂੰ ਇਹਨਾਂ ਗੱਲਾਂ ਬਾਰੇ ਸਰ ਤੁਹਾਡੇ ਜਿੰਨਾ ਨਹੀਂ ਨਾ ਪਤਾ, ਸਿਮਰਨ ਨੇ ਜਿਵੇਂ ਉੱਥੋਂ ਉੱਠ ਕੇ ਜਾਣ ਦਾ ਖਿਆਲ ਨਾਲ ਆਖਿਆ। ਫਿਰ ਵੀ ਇਹਨਾਂ ਗੱਲਾਂ ਬਾਰੇ ਕੁਝ ਤਾਂ ਸੋਚਦੇ ਹੋਗੇ। ਇਹ ਕਿਵੇਂ ਹੋ ਸਕਦਾ ਤੁਹਾਡੇ ਵਰਗੀ ਇੰਟੈਲੀਜੈਂਟ ਲੜਕੀ ਕੁਝ ਸੋਚਦੀ ਨਾ ਹੋਵੇ? MLA ਸਾਹਿਬ ਨੇ ਆਖਿਆ। ਲੜਕੀਆਂ ਦੀ ਇੰਟੈਲੀਜੈਂਸ ਬੜੀ ਸੀਮਤ ਜਿਹੀ ਹੁੰਦੀ ਹੈ ਸਰ, ਤੇ ਅੱਜ ਕੱਲ੍ਹ ਦੀ ਪੋਲੀਟਿਕਸ ਬੜੀ ਗੁੰਝਲਦਾਰ ਹੈ। ਫਿਰ ਵੀ ਆਮ ਲੋਕ ਇਸ ਸਭ ਕਾਸੇ ਬਾਰੇ ਕੀ ਸੋਚਦੇ ਨੇ, ਮੈਂ ਜਾਣਨਾ ਚਾਹੁੰਦਾ। ਦੱਸੋ ਤਾਂ ਸਹੀ, ਤੁਸੀਂ ਪੰਜਾਬ ਦੀ ਸਮੱਸਿਆ ਬਾਰੇ ਕੀ ਸਮਝਦੇ ਹੋ? MLA ਸਾਹਿਬ ਦੇ ਸਿਮਰਨ ਨੂੰ ਫਿਰ ਪੁੱਛਿਆ। ਇੰਨੇ ਨੂੰ ਮੈਡਮ ਸੌਂਦੀ ਉੱਧਰੋਂ ਲੰਘੇ, ਸ਼ਾਇਦ ਆਪਣੇ ਕਮਰੇ ਵੱਲ ਜਾ ਰਹੇ ਸੀ। ਆਜੋ ਮੈਡਮ ਜੀ, ਡਾਕਟਰ ਖੇੜੇ ਨੇ ਆਵਾਜ਼ ਦਿੱਤੀ। ਮੈਡਮ ਸਹਿੰਦੀ ਉੱਧਰ ਝਾਕੀ ਤੇ ਸਿਮਰਨ ਨੂੰ ਉੱਥੇ ਬੈਠੀ ਦੇਖ ਅੰਦਰ ਲੰਘ ਵੀ ਆਈ। ਪੰਜਾਬ ਪ੍ਰੋਬਲਮ ਬਾਰੇ ਆਪਾਂ ਮੈਡਮ ਨੂੰ ਪੁੱਛ ਲੈਂਦੇ ਹਾਂ, ਸਿਮਰਨ ਦੀ ਤਾਂ ਇੱਕੋ ਗੱਲ ਹੈ। ਤੇ ਡਾਕਟਰ ਖੇੜੇ ਨੇ ਜ਼ਰਾ ਕੁ ਹੱਸ ਕੇ ਪੁੱਛਿਆ, ਕਿਉਂ ਮੈਡਮ ਜੀ, ਤੁਹਾਡੇ ਖਿਆਲ 'ਚ ਪੰਜਾਬ ਪ੍ਰੋਬਲਮ ਦੇ ਅਸਲੀ ਕਾਰਨ ਕੀ ਹਨ? ਮੈਡਮ ਜ਼ਰਾ ਕੁਝ ਝਿਜਕੀ, ਫਿਰ ਆਖਣ ਲੱਗੀ, ਇਸ ਸਮੱਸਿਆ ਦੇ ਫਿਜ਼ੀਕਲ ਤੋਂ ਲੈ ਕੇ ਮੈਟਾਫਿਜ਼ੀਕਲ ਤੱਕ ਕਾਰਨ ਹਨ। ਜ਼ਰਾ ਵਿਸਥਾਰ ਨਾਲ ਦੱਸਣਾ? MLA ਸਾਹਿਬ ਨੇ ਆਪਣੀ ਕੁਰਸੀ ਉੱਤੇ ਠੀਕ ਹੋ ਕੇ ਬੈਠਦਿਆਂ ਪੁੱਛਿਆ। ਭੂਗੋਲਕ ਸਥਿਤੀ, ਇਤਿਹਾਸਕ ਗਤੀ, ਧਰਮ, ਅਰਥ, ਕਾਮ, ਮੋਕਸ਼ ਪ੍ਰਤੀ ਪਹੁੰਚ, ਇਹ ਸਭ ਰਲ ਕੇ ਤੁਹਾਡੇ ਅੰਦਰਲੇ ਤੇ ਬਾਹਰਲੇ ਜਗਤ ਨੂੰ ਸਿਰਜਦੇ ਹਨ, ਮੈਡਮ ਸੌਂਦੀ ਨੇ ਸਮਝਾਇਆ। ਇਹ ਤਾਂ ਮੈਡਮ ਜੀ ਤੁਸੀਂ ਫਿਲਾਸਫਰਾਂ ਵਾਲੀ ਗੱਲ ਕਰ ਦਿੱਤੀ ਹੈ। MLA ਸਾਹਿਬ ਤਾਂ ਇਹ ਜਾਣਨਾ ਚਾਹੁੰਦੇ ਨੇ ਕਿ ਪੰਜਾਬ ਨੂੰ ਕੀ ਹੋ ਗਿਆ ਤੇ ਪੰਜਾਬ ਦਾ ਕੀ ਕੀਤਾ ਜਾਵੇ, ਡਾਕਟਰ ਖੇੜੇ ਨੇ ਆਖਿਆ। ਅੱਗੇ ਜਿਉਣ ਦਾ ਮਾਡਲ ਧਰਮ ਦਿੰਦਾ ਸੀ ਤੇ ਮੌਤ ਜੀਵਨ ਦਾ ਅੰਤ ਨਹੀਂ ਸੀ ਹੁੰਦੀ। ਆਪਣੇ ਕਰਮਾਂ ਦਾ ਹਿਸਾਬ ਬੰਦੇ ਨੂੰ ਮੌਤ ਤੋਂ ਮਗਰੋਂ ਵੀ ਦੇਣਾ ਪੈਂਦਾ ਸੀ। ਪਰ ਹੁਣ ਪੰਜਾਬ ਪੋਲੀਟੀਸ਼ੀਅਨਾਂ ਦੇ ਧੱਕੇ ਚੜ੍ਹ ਗਿਆ, ਸਭ ਕੁਝ ਇਹਦੇ ਉਲਟ ਹੋ ਗਿਆ, ਮੈਡਮ ਸੌਂਦੀ ਨੇ ਜਦੋਂ ਆਖਿਆ। ਪਲ ਦੇ ਪਲ ਲਈ MLA ਸਾਹਿਬ ਤੇ ਡਾਕਟਰ ਖੇੜਾ ਮੈਡਮ ਦੇ ਮੂੰਹ ਵੱਲ ਵੇਖਦੇ ਰਹਿ ਗਏ। ਅੱਛਾ ਸਿਮਰਨ, ਚੱਲੀਏ, ਮੈਡਮ ਸੌਂਦੀ ਨੇ ਖੜੀ ਹੁੰਦੀ ਨੇ ਆਖਿਆ। ਸਿਮਰਨ ਵੀ ਉੱਠ ਖੜੀ ਹੋਈ। ਬੈਠੋ ਪਲੀਜ਼, 2 ਮਿੰਟ ਤਾਂ ਹੋਰ ਬੈਠੋ, ਬੜੀ ਖੁਸ਼ੀ ਹੋਈ ਤੁਹਾਡੇ ਵਿਚਾਰ ਸੁਣ ਕੇ। MLA ਸਾਹਿਬ ਨੇ ਫਿੱਕੀ ਜੀ ਹਾਸੀ ਹੱਸਦਿਆਂ ਆਖਿਆ। ਮੈਂ ਕਲਾਸ ਲੈਣੀ ਹੈ, ਮੈਡਮ ਸੌਂਦੀ ਨੇ ਆਖਿਆ। ਤੁਸੀਂ ਤਾਂ ਬੈਠੋ ਸਿਮਰਨ ਜੀ, MLA ਸਾਹਿਬ ਨੇ ਸਿਮਰਨ ਵੱਲ ਮੂੰਹ ਕਰਕੇ ਆਖਿਆ। ਮੈਂ ਲਾਇਬ੍ਰੇਰੀ ਜਾਣਾ ਹੈ। ਆਖ ਬਿਨਾਂ ਹੀ ਕੋਈ ਜਵਾਬ ਉਡੀਕਿਆ ਸਿਮਰਨ ਮੈਡਮ ਸੌਂਦੀ ਦੇ ਨਾਲ ਹੀ ਕਮਰੇ ਤੋਂ ਬਾਹਰ ਆ ਗਈ। ਉਹਨਾਂ ਦੇ ਜਾਣ ਮਗਰੋਂ MLA ਸਾਹਿਬ ਵੀ ਜਾਣ ਲਈ ਤਿਆਰ ਹੋ ਗਏ ਤੇ ਮਜ਼ਾਕ ਨਾਲ ਡਾਕਟਰ ਖੇੜੇ ਨੂੰ ਕਹਿਣ ਲੱਗੇ, ਮੈਨੂੰ ਨਹੀਂ ਸੀ ਪਤਾ ਅੱਜ ਕੱਲ੍ਹ ਖੇੜਾ ਸਾਹਿਬ ਕਿਉਂ ਬਹੁਤਾ ਯੂਨੀਵਰਸਿਟੀ ਵਿੱਚ ਹੀ ਮਿਲਦੇ ਹਨ। ਨਹੀਂ, ਐਸੀ ਕੋਈ ਗੱਲ ਨਹੀਂ, ਡਾਕਟਰ ਖੇੜੇ ਨੇ ਜਿਵੇਂ ਸਫਾਈ ਦਿੱਤੀ। ਲੜਕੀ ਇੰਟੈਲੀਜੈਂਟ ਤੇ ਸੁੰਦਰ ਵੀ ਹੈ। ਉਂਝ ਹੈ ਕਿਹਨਾਂ ਦੀ ਇਹ ਲੜਕੀ? MLA ਸਾਹਿਬ ਨੇ ਪੁੱਛਿਆ। ਅਸਲ 'ਚ ਮੈਡਮ ਸੌਂਦੀ ਇਹਨੂੰ ਖਰਾਬ ਕਰ ਰਹੀ ਹੈ। ਆਪ ਤਾਂ ਸਾਰੀ ਉਮਰ ਕੁਝ ਕੀਤਾ ਨਹੀਂ ਸਿਵਾਏ ਕਲਾਸਾਂ ਪੜ੍ਹਾਉਣ ਦੀ। ਇੱਥੋਂ ਤੱਕ ਕਿ ਕਿਸੇ ਮਾਮੂਲੀ ਤੋਂ ਮਾਮੂਲੀ ਆਦਮੀ ਨੂੰ ਵੀ ਆਪਣੇ ਵਿੱਚ ਇੰਟਰਸਟਿਡ ਨਹੀਂ ਕਰ ਸਕੀ। ਉਹ ਚਾਹੁੰਦੀ ਹੈ ਇਹ ਲੜਕੀ ਵੀ ਉਸ ਵਾਂਗ ਫਿਲਾਸਫੀ ਪੜ੍ਹਾਉਣ ਜੋਗੀ ਰਹਿ ਜਾਏ। ਡਾਕਟਰ ਖੇੜਾ ਨੇ ਸਿਮਰਨ ਦਾ ਤਾਂ ਪਤਾ ਦੱਸਣ ਦੀ ਥਾਂ ਗੱਲ ਹੋਰ ਪਾਸੇ ਪਾ ਗਈ। ਮੇਰਾ ਅੰਕਲ 20 ਕੁ ਸਾਲ ਵਲਾਇਤ ਰਹਿ ਕੇ ਇੱਧਰ ਵਿਆਹ ਕਰਵਾਉਣ ਆ ਰਿਹਾ ਹੈ। ਆਖਿਰ ਤਾਂ ਮੈਡਮ ਸੌਂਦੀ ਦਾ ਵਿਆਹ ਉਸ ਨਾਲ ਕਰਵਾ ਦਈਏ? MLA ਸਾਹਿਬ ਨੇ ਪੁੱਛਿਆ। ਛੱਡੋ ਜੀ, ਆਦਮੀ ਨੂੰ ਏਡੀ ਇੰਟੈਲੀਜੈਂਟ ਔਰਤ ਦੀ ਜ਼ਰੂਰਤ ਨਹੀਂ ਹੁੰਦੀ, ਡਾਕਟਰ ਖੇੜਾ ਨੇ ਦੱਸਿਆ। ਪ੍ਰੋਫੈਸਰ ਸਾਹਿਬ ਕੀ ਗੱਲਾਂ ਕਰਦੇ ਹੋ? ਮੈਂ ਸੱਚ ਆਖਦਾ, ਹਰ ਆਦਮੀ ਘੱਟੋ ਘੱਟ ਇੱਕ ਔਰਤ ਦੇ ਸਾਹਮਣੇ ਤਾਂ ਜ਼ਰੂਰ ਹੀਰੋ ਲੱਗਣਾ ਚਾਹੀਦਾ ਹੈ। ਆਪਾਂ ਕਿਸੇ ਦਿਨ ਮਿਸ ਸਿਮਰਨ ਦੇ ਘਰ ਜਾ ਸਕਦੇ ਹਾਂ? MLA ਸਾਹਿਬ ਨੇ ਡਾਕਟਰ ਖੇੜੇ ਨੂੰ ਪੁੱਛਿਆ। ਕੋਈ ਫਾਇਦਾ ਨਹੀਂ, ਇਹ ਲੜਕੀ ਕਈ ਗੱਲਾਂ 'ਚ ਬਹੁਤ ਬੈਕਵਰਡ ਹੈ। ਤੁਹਾਨੂੰ ਚੰਗੀ ਚਾਹ ਪਿਲਾ ਕੇ ਤੋਰ ਦੇਗੀ, ਤੁਸੀਂ ਜ਼ਰੂਰਤ ਹੀ ਨਹੀਂ ਕਰ ਸਕਦੇ ਕਿ ਕੋਈ ਲਾਈਟ ਗੱਲ ਕਰ ਸਕੋ। ਅੱਛਾ ਫਿਰ ਮੈਂ ਚੱਲਦਾ, ਪਰ ਤੁਸੀਂ ਯਾਦ ਰੱਖਣਾ ਕਿ ਸਾਡਾ ਮੁੰਡਾ ਇਸ ਵਾਰੀ ਜ਼ਰੂਰ ਪਾਸ ਕਰਵਾਉਣਾ ਹੈ, MLA ਸਾਹਿਬ ਨੇ ਖੜੇ ਹੁੰਦਿਆਂ ਆਖਿਆ। ਤੁਸੀਂ ਫਿਕਰ ਨਾ ਕਰੋ, ਸਭ ਇੰਤਜ਼ਾਮ ਹੋ ਜਾਏਗਾ। ਅਗਰ ਇਹ ਕੰਮ ਹੋ ਜਾਏਗਾ ਤਾਂ ਅਸੀਂ ਵੀ ਤੁਹਾਡੀ ਮੈਰਿਟ ਪ੍ਰਮੋਸ਼ਨ ਦੀ ਇੰਟਰਵਿਊ ਵੇਲੇ ਜਿਸ ਤੋਂ ਆਖੋਗੇ VC ਨੂੰ ਖਵਾ ਦਿਆਂਗੇ।
ਐਮਐਲਏ ਸਾਹਿਬ ਨੇ ਹੱਸ ਕੇ ਆਖਿਆ। ਦੇਖੋ ਜੀ, ਸਾਡਾ ਕੰਮ ਅਗਰ ਨਾ ਬਣਿਆ ਤਾਂ ਬਦਨਾਮੀ ਆਪ ਦੀ ਹੋਣੀ ਹੈ। ਲੋਕਾਂ ਨੇ ਆਖਣਾ ਐਮਐਲਏ ਸਾਹਿਬ ਦਾ ਬੰਦਾ ਹੋ ਕੇ ਵੀ ਕੰਮ ਨਹੀਂ ਕਰਵਾ ਸਕਿਆ। ਡਾਕਟਰ ਖੇੜੇ ਨੇ ਆਖਿਆ। ਤੁਸੀਂ ਫਿਰ ਇਉਂ ਕਿਉਂ ਨਹੀਂ ਕਰਦੇ ਕਿ 2-4 ਚਿੱਠੀਆਂ ਵੀਸੀ ਦੇ ਉਲਟ ਚਾਂਸਲਰ ਨੂੰ ਪਵਾ ਦਿਓ। ਇਨਕੁਆਇਰੀ ਅਸੀਂ ਸ਼ੁਰੂ ਕਰਵਾ ਦਿਆਂਗੇ, ਫਿਰ ਉਹ ਆਪੇ ਸਾਡੇ ਕੋਲ ਭੱਜਿਆ ਹੋ ਕੇ ਮਦਦ ਕਰੋ। ਤੁਹਾਡੇ ਖਿਆਲ 'ਚ ਕਿਹੜੀ ਗੱਲ ਦੀ ਸ਼ਿਕਾਇਤ ਜ਼ਿਆਦਾ ਇਫੈਕਟਿਵ ਰਹੇਗੀ? ਡਾਕਟਰ ਖੇੜੇ ਨੇ ਸੰਜੀਦਗੀ ਨਾਲ ਪੁੱਛਿਆ। ਦੇਖੋ ਜੀ, ਸਿਫਾਰਸ਼ੀ ਬੰਦੇ ਰੱਖਣਾ ਕੋਈ ਮਾੜੀ ਗੱਲ ਨਹੀਂ ਸਮਝੀ ਜਾਂਦੀ। ਪੈਸੇ ਦੀ ਹੇਰਾ ਫੇਰੀ ਨੂੰ ਕੋਈ ਨਹੀਂ ਪੁੱਛਦਾ। ਮੋਰਲ ਕਰਪਸ਼ਨ ਨੂੰ ਅੱਜ ਕੱਲ੍ਹ ਐਡਵਾਂਸ ਹੋਣਾ ਸਮਝਿਆ ਜਾਂਦਾ ਹੈ। ਬਸ ਇੱਕੋ ਗੱਲ ਹੈ ਜਿਸ ਬਾਰੇ ਗਵਰਨਮੈਂਟ ਬਹੁਤ ਸੈਂਸਿਟਿਵ ਹੈ, ਉਹ ਹੈ ਟੈਰਰਿਸਟਾਂ ਨੂੰ ਪਨਾਹ ਦੇਣੀ। ਲਿਖ ਦਿਓ ਕਿ ਵੀਸੀ ਦੇ ਟੈਰਰਿਸਟਾਂ ਨਾਲ ਸੰਬੰਧ ਹਨ। ਜੇ ਨਾ ਹੁੰਦੇ ਤਾਂ ਹੁਣ ਤੱਕ ਇਹਨੂੰ ਮਾਰ ਦਿੱਤਾ ਹੁੰਦਾ। ਦੂਜਾ, ਇੱਕ ਕੰਮ ਹੋਰ ਕਰੋ, ਕਈ ਸੰਸਥਾਵਾਂ ਦੀਆਂ ਮੋਹਰਾਂ ਬਣਵਾ ਲਓ। ਕਦੇ ਕਿਸੇ ਵੱਲੋਂ ਚਿੱਠੀ ਪਾਤੀ, ਕਦੇ ਕਿਸੇ ਵੱਲੋਂ। ਐਮਐਲਏ ਸਾਹਿਬ ਨੇ ਸਮਝਾਇਆ। ਜੇ ਕਿਧਰੇ ਪਤਾ ਲੱਗ ਗਿਆ ਕਿ ਇਹ ਚਿੱਠੀਆਂ ਫੇਕ ਹਨ, ਡਾਕਟਰ ਖੇੜੇ ਨੇ ਤੌਖਲਾ ਜ਼ਾਹਰ ਕੀਤਾ, ਇਸ ਤੋਂ ਪਹਿਲਾਂ ਕਿ ਪਤਾ ਲੱਗੇ, ਮੈਂ ਕਿਸੇ ਬਹਾਨੇ ਉਹਨੂੰ ਮਿਲ ਕੇ ਆਖਾਂਗਾ ਕਿ ਵੀਸੀ ਸਾਹਿਬ, ਗਵਰਨਰ ਸਾਹਿਬ ਆਪ ਬਾਰੇ ਗੱਲਾਂ ਕਰਦੇ ਸਨ ਕਿ ਤੁਹਾਡੀ ਯੂਨੀਵਰਸਿਟੀ ਟੈਰਰਿਸਟਾਂ ਦਾ ਅੱਡਾ ਬਣ ਗਈ ਹੈ। ਫਿਰ ਦੇਖੋ ਵੀਸੀ ਦੇ ਰੰਗ ਬਦਲਦੇ। ਐਮਐਲਏ ਸਾਹਿਬ ਨੇ ਜਦੋਂ ਸਾਰੀ ਸਕੀਮ ਸਮਝਾਈ ਤਾਂ ਡਾਕਟਰ ਖੇੜਾ ਜਿਵੇਂ ਖੁਸ਼ ਹੋ ਗਏ। ਉਹਦੇ ਚਲੇ ਜਾਣ ਮਗਰੋਂ ਵੀ ਡਾਕਟਰ ਖੇੜਾ ਸੋਚਦਾ ਰਿਹਾ, ਕਿਆ ਇੰਟੈਲੀਜੈਂਟ ਲੋਕ ਹੁੰਦੇ ਨੇ ਪੋਲੀਟੀਸ਼ੀਅਨ ਲੋਕ ਵੀ। ਇੱਕ ਡਾਕਟਰ ਖੇੜੇ ਨੂੰ ਕਲਾਸ ਦਾ ਖਿਆਲ ਆਇਆ। ਘੜੀ ਵੇਖੀ, ਕਲਾਸ ਦਾ ਵਕਤ ਤਾਂ ਲੰਘ ਗਿਆ ਸੀ। ਉਹਨੇ ਰਜਿਸਟਰ ਚੁੱਕਿਆ, ਸਾਰੀ ਜਮਾਤ ਦੀ ਹਾਜ਼ਰੀ ਲਾ ਦਿੱਤੀ ਤੇ ਰਜਿਸਟਰ ਮੁੜ ਮੇਜ਼ ਦੀ ਦਰਾਜ਼ 'ਚ ਰੱਖ ਕੇ ਜੰਦਰੀ ਮਾਰ ਦਿੱਤੀ। ਡਾਕਟਰ ਸਾਹਿਬ ਅੱਜ ਪੀਰੀਅਡ ਨਹੀਂ ਲਿਆ? ਉੱਧਰੋਂ ਲੰਘਦਿਆਂ ਹੈੱਡ ਨੇ ਹੱਸ ਕੇ ਪੁੱਛਿਆ। ਪੀਰੀਅਡ ਤਾਂ ਐਮਐਲਏ ਸਾਹਿਬ ਬਰਬਾਦ ਕਰ ਗਏ। ਅਖੇ ਗਵਰਨਰ ਸਾਹਿਬ ਨੇ ਤੁਹਾਡੀ ਯੂਨੀਵਰਸਿਟੀ ਬਾਰੇ ਕੁਝ ਜਾਣਕਾਰੀ ਮੰਗੀ ਹੈ। ਮੈਂ ਆਖਿਆ ਵੀ ਕਿ ਸ਼ਾਮ ਨੂੰ ਘਰ ਆ ਜਾਣਾ। ਆਖਣ ਲੱਗੇ, ਸ਼ਾਮ ਨੂੰ ਤਾਂ ਅੱਜ ਰਾਜ ਭਵਨ ਜਾਣਾ ਹੈ। ਡਾਕਟਰ ਖੇੜੇ ਨੇ ਜਵਾਬ ਦਿੱਤਾ ਤੇ ਸਿਮਰਨ ਦਾ ਚੈਪਟਰ ਹੱਥ 'ਚ ਫੜੀ ਉਹ ਕਾਫੀ ਹਾਊਸ ਵੱਲ ਨੂੰ ਤੁਰ ਪਿਆ। ਕਾਫੀ ਹਾਊਸ ਦੇ ਨੇੜੇ ਉਹਨੂੰ ਬਲਦੇਵ ਮਿਲ ਗਿਆ। ਬਲਦੇਵ, ਇਹ ਚੈਪਟਰ ਸਿਮਰਨ ਨੂੰ ਦੇ ਦੇਈਂ, ਆਖੀ ਹੋਰ ਇੰਪਰੂਵ ਕਰਨ ਦੀ ਲੋੜ ਹੈ। ਮੈਂ ਵਿੱਚੋਂ ਵਿੱਚ ਹੀ ਦੇਖ ਲਿਆ। ਡਾਕਟਰ ਖੇੜੇ ਨੇ ਚੈਪਟਰ ਬਲਦੇਵ ਨੂੰ ਫੜਾਉਂਦੇ ਆਖਿਆ। ਉਸਨੇ ਇੰਨੇ ਪੇਜ ਲਿਖ ਵੀ ਲਏ? ਫਿਰ ਤਾਂ ਉਹ ਛੇਤੀ ਥੀਸਿਸ ਮੁਕਾ ਲਏਗੀ। ਬਲਦੇਵ ਨੇ ਜਿਵੇਂ ਤੌਖਲੇ ਨਾਲ ਪੁੱਛਿਆ। ਹੋਰ ਕੁੜੀਆਂ ਨੂੰ ਕੰਮ ਵੀ ਕੀ ਨੇ ਪੜ੍ਹਨ ਲਿਖਣ ਤੋਂ ਬਿਨਾਂ? ਫਿਰ ਡਿਗਰੀਆਂ, ਨੌਕਰੀਆਂ, ਇਹ ਵੀ ਕੋਈ ਔਰਤਾਂ ਦੇ ਕੰਮ ਕਰਨ ਵਾਲੇ ਨੇ? ਮੁੰਡਿਆਂ ਨੂੰ ਨੌਕਰੀਆਂ ਮਿਲਦੀਆਂ ਨਹੀਂ, ਵਿਹਲੇ ਤੁਰੇ ਫਿਰਦੇ ਨੇ। ਉੱਪਰੋਂ ਕੁੜੀਆਂ ਇਸ ਰਾਹ 'ਤੇ ਤੁਰ ਪਈਆਂ ਨੇ ਬਈ ਵਿਆਹ ਕਰੋ, ਘਰ-ਬਾਰ ਸੰਭਾਲੋ, ਬੱਚੇ ਪਾਲੋ। ਬੱਚਿਆਂ ਨੂੰ ਛੱਡ ਆਉਂਦੀਆਂ ਨੇ ਕ੍ਰਿਚਾਂ ਵਿੱਚ। ਅੱਗੇ ਜਿਵੇਂ ਲੋਕ ਡੰਗਰਾਂ ਨੂੰ ਵੱਗ 'ਚ ਰਲਾ ਆਉਂਦੇ ਸੀ। ਡਾਕਟਰ ਖੇੜੇ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ। ਅੱਛਾ ਸਰ, ਮੈਂ ਦੇ ਦਿਆਂਗਾ ਇਹ ਚੈਪਟਰ ਸਿਮਰਨ ਨੂੰ, ਆਖ ਬਲਦੇਵ ਲਾਇਬ੍ਰੇਰੀ ਵੱਲੋਂ ਦੀ ਹੋ ਕੇ ਹੋਸਟਲ ਆਪਣੇ ਕਮਰੇ 'ਚ ਆ ਗਿਆ। ਉਹ ਦੇਖਣਾ ਚਾਹੁੰਦਾ ਸੀ ਸਿਮਰਨ ਨੇ ਆਪਣੇ ਇਸ ਚੈਪਟਰ 'ਚ ਕੀ ਲਿਖਿਆ ਤੇ ਫਿਰ ਅੰਦਰੋਂ ਬਾਹਰ ਬੰਦ ਕਰਕੇ ਸਿਮਰਨ ਦਾ ਲਿਖਿਆ ਚੈਪਟਰ ਪੜ੍ਹਨ ਲੱਗ ਪਿਆ। ਅੰਗ 5ਵਾਂ। ਰੁੱਖਾ ਜਿਹਾ ਦਿਨ, ਵੇਲਾ ਦੁਪਹਿਰ ਦਾ। ਯੂਨੀਵਰਸਿਟੀ ਆਪਣੀ ਕੈਬਿਨ 'ਚ ਬੈਠੀ ਸਿਮਰਨ ਪੜ੍ਹ ਨਹੀਂ ਸੀ ਰਹੀ। ਬਾਰੀ 'ਚੋਂ ਬਾਹਰ ਦੂਰ ਦੂਰ ਤੱਕ ਫੈਲੇ ਖੇਤ, ਦਰਖਤ, ਗੱਡੀ ਦੀ ਲਾਈਨ ਤੇ ਉਸ ਤੋਂ ਪਾਰ ਦਿਸ ਹੱਦੇ ਤੱਕ ਝਾਕਦੀ ਤੇ ਉਹਦੇ ਜਿਵੇਂ ਖੋਜ ਹੀ ਪਈ। ਉਹਨੂੰ ਇੱਕ ਬੇਚੈਨੀ ਜਿਹੀ ਮਹਿਸੂਸ ਹੋਈ। ਸਾਈਂ ਮੇਰੇ ਅੰਗ ਸੰਗ, ਸਾਈਂ ਮੇਰੇ ਸਾਥ, ਸਾਈਂ ਮੇਰੇ ਸਨਮੁਖ, ਸਾਈਂ ਮੇਰੇ ਅੰਗ ਸੰਗ, ਸਾਈਂ ਮੇਰੇ ਸਾਥ, ਸਾਈਂ ਮੇਰੇ ਸਨਮੁਖ। ਬਾਬੇ ਮਾੜੂ ਦਾਸ ਦਾ ਦੱਸਿਆ ਮੰਤਰ ਸਿਮਰਨ ਮੂੰਹ 'ਚ ਦੁਹਰਾਉਣ ਲੱਗੀ। ਉਹਨੂੰ ਪਤਾ ਸੀ ਜਦੋਂ ਕੁਝ ਮਾੜਾ ਵਾਪਰਨ ਵਾਲਾ ਹੋਵੇ ਜਾਂ ਕਿਧਰੇ ਵਾਪਰ ਰਿਹਾ ਹੋਵੇ, ਉਦੋਂ ਇਸੇ ਤਰ੍ਹਾਂ ਬੇਆਰਾਮ ਜਿਹੀ ਹੋ ਜਾਂਦੀ ਸੀ, ਬਿਨਾਂ ਹੀ ਕਿਸੇ ਗੱਲ ਦੇ ਪਤਾ ਹੋਣ ਦੇ। ਆਪਣੇ ਪਾਪਾ, ਆਪਣੇ ਮਾਮਾ ਜੀ, ਆਪਣੇ ਵਲੈਤ ਰਹਿੰਦੀ ਮਾਸੀ ਤੇ ਉਹਦੇ ਪਰਿਵਾਰ, ਆਪਣੇ ਨਾਨੀ ਜੀ, ਸਭ ਵੱਲ ਮਨ ਹੀ ਮਨ ਉਹਨੇ ਨਜ਼ਰ ਮਾਰੀ ਤੇ ਇਸ ਮੰਤਰ ਦੀ ਜਿਵੇਂ ਇੱਕ ਵਾੜ ਸਭ ਦੇ ਦੁਆਲੇ ਅਨੁਭਵ ਕੀਤੀ। ਪਰ ਫਿਜ਼ਾ 'ਚ ਬੇਚੈਨੀ ਅਜੇ ਵੀ ਜਿਵੇਂ ਉਸੇ ਤਰ੍ਹਾਂ ਮੰਡਲਾ ਰਹੀ ਸੀ। ਉਹਨੂੰ ਜਿਵੇਂ ਪੂਰਾ ਸਾਹ ਨਹੀਂ ਸੀ ਆ ਰਿਹਾ। ਮਨ ਹੀ ਮਨ ਮੰਤਰ ਨੂੰ ਜਿਵੇਂ ਉਹਨੇ ਬਦਲ ਲਿਆ। ਸਾਈਂ ਸਭ ਦੇ ਅੰਗ ਸੰਗ, ਸਾਈਂ ਸਭ ਦੇ ਸਾਥ, ਸਾਈਂ ਸਭ ਦੇ ਸਨਮੁਖ। ਸਭ ਦੇ ਵਿੱਚ ਮੈਡਮ ਸੌਂਦੀ, ਬਲਦੇਵ, ਧਰਮ, ਡਾਕਟਰ ਖੇੜਾ ਸਭ ਸ਼ਾਮਿਲ ਸਨ। ਸਾਰਾ ਪੰਜਾਬ, ਸਾਰਾ ਭਾਰਤ, ਸਾਰਾ ਸੰਸਾਰ ਸ਼ਾਮਿਲ ਸੀ। ਪਤਾ ਨਹੀਂ ਕਿਉਂ ਅੱਜ ਉਹਨੂੰ ਕਿੰਨੀ ਵਾਰ ਆਪਣੇ ਪਾਪਾ ਦਾ ਖਿਆਲ ਆਇਆ ਸੀ। ਉਹਦਾ ਪਾਪਾ ਉਹਦੀ ਮੰਮੀ ਨਾਲ ਸ਼ਾਇਦ ਸਾਰੇ ਸੰਸਾਰ ਦੀ ਹੀ ਕੋਈ ਗੱਲ ਕਰਨੀ ਚਾਹੁੰਦਾ ਸੀ, ਸਾਰੀ ਸ੍ਰਿਸ਼ਟੀ ਦੀ। ਰਿਸ਼ੀ ਆਖਦਾ ਹੈ, ਪਰਿਵਾਰ ਲਈ ਇੱਕ ਬੰਦਾ ਕੁਰਬਾਨ ਕੀਤਾ ਜਾ ਸਕਦਾ ਹੈ, ਪਿੰਡ ਲਈ ਇੱਕ ਪਰਿਵਾਰ, ਦੇਸ਼ ਲਈ ਇੱਕ ਪਿੰਡ, ਸਾਰੀ ਸ੍ਰਿਸ਼ਟੀ ਲਈ ਇੱਕ ਦੇਸ਼ ਕੁਰਬਾਨ ਕੀਤਾ ਜਾ ਸਕਦਾ ਹੈ।
ਤੇ ਆਤਮਾ ਲਈ ਸਾਰੀ ਸ੍ਰਿਸ਼ਟੀ ਕੁਰਬਾਨ ਕੀਤੀ ਜਾ ਸਕਦੀ। ਪਾਪਾ ਸ਼ਾਇਦ ਸਾਰੀ ਸ੍ਰਿਸ਼ਟੀ ਤੱਕ ਹੀ ਜਾ ਸਕਿਆ ਸੀ ਤੇ ਮੰਮੀ ਸ਼ਾਇਦ ਸ੍ਰਿਸ਼ਟੀ ਤੋਂ ਵੀ ਅਗਾਂਹ ਲੰਘ ਗਈ ਸੀ। ਪਰ ਉਹ ਪਾਪਾ ਤੋਂ ਪੁੱਛਣਾ ਚਾਹੁੰਦੀ ਸੀ ਕਿ ਪਾਪਾ ਨੇ ਦੇਸ਼ ਲਈ ਇੱਕ ਘਰ ਕੁਰਬਾਨ ਕੀਤਾ ਸੀ, ਜਾਂ ਪਰ ਕਿਹੜੇ ਦੇਸ਼ ਲਈ? MP ਸਾਹਿਬ ਦੇ ਦੇਸ਼ ਲਈ ਜਾਂ ਸਿਮਰਨ ਦੇ ਦੇਸ਼ ਲਈ? ਕੈਬਿਨ ਦੇ ਬੂਹੇ ਉੱਪਰ ਪੋਲੀ ਜੀ ਦਸਤਕ ਹੋਈ। ਆ ਜਾਓ, ਸਿਮਰਨ ਨੇ ਆਖਿਆ। ਸੋਨੀਆ ਅੰਦਰ ਲੰਘ ਆਈ। ਉਹ ਅੰਗਰੇਜ਼ੀ ਵਿਭਾਗ ਦੀ ਰਿਸਰਚ ਸਕਾਲਰ ਸੀ। ਹਾਰਡੀ ਦੇ ਨਾਵਲਾਂ 'ਚ ਮੁਹੱਬਤ ਅਤੇ ਮੌਤ ਦੇ ਸੰਕਲਪ ਉੱਤੇ ਰਿਸਰਚ ਕਰ ਰਹੀ ਸੀ। ਕੀ ਕੋਈ ਪ੍ਰੋਬਲਮ ਡਿਸਕਸ ਕਰਨੀ ਹੈ ਜਾਂ ਕਿਤਾਬ ਚਾਹੀਦੀ ਹੈ? ਉਹਨੂੰ ਕੋਲ ਪਈ ਕੁਰਸੀ ਉੱਪਰ ਬੈਠਣ ਲਈ ਆਖ ਸਿਮਰਨ ਨੇ ਜ਼ਰਾ ਕੁ ਹੱਸ ਕੇ ਪੁੱਛਿਆ। ਪ੍ਰੋਬਲਮ ਹੈ, ਪਰ ਮੇਰੀ ਨਹੀਂ, ਕਾਮਨੀ ਦੀ ਹੈ, ਸੋਨੀਆ ਨੇ ਦੱਸਿਆ। ਕੀ ਹੋ ਗਿਆ ਕਾਮਨੀ ਨੂੰ? ਜਿਸ ਲੜਕੇ ਨਾਲ ਉਹਦਾ ਅਫੇਅਰ ਸੀ ਉਹ ਉਹਨੂੰ ਡਿੱਚ ਕਰ ਗਿਆ ਤੇ ਉਹ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹੈ, ਸੋਨੀਆ ਨੇ ਬੇਤਕੱਲਫੀ ਨਾਲ ਦੱਸਿਆ। ਫਿਰ? ਸਿਮਰਨ ਨੇ ਪਰੇਸ਼ਾਨ ਜੀ ਹੋ ਕੇ ਪੁੱਛਿਆ। ਫਿਰ ਤੇਰੀ ਮਦਦ ਦੀ ਲੋੜ ਹੈ। ਮੇਰੀ? ਕਿਵੇਂ? ਕਾਮਨੀ ਨੇ ਸੋਚਿਆ ਸੀ ਸ਼ਾਇਦ ਬੱਚੇ ਕਰਕੇ ਹੀ ਉਹ ਬੰਦੇ ਨੂੰ ਵਿਆਹ ਲਈ ਮਜਬੂਰ ਕਰ ਸਕੇਗੀ। ਉਹ ਸਗੋਂ ਇਸ ਗੱਲ ਤੋਂ ਵਿਗੜ ਗਿਆ ਕਿ ਤੂੰ ਮੈਨੂੰ ਬਲੈਕਮੇਲ ਕਰਨਾ ਚਾਹੁੰਦੀ ਹੈ। ਫਿਰ ਹੁਣ ਅਬੋਰਸ਼ਨ ਤੋਂ ਬਿਨਾਂ ਕੋਈ ਚਾਰਾ ਨਹੀਂ। ਉਂਝ ਤੇ ਅਬੋਰਸ਼ਨ ਲੀਗਲ ਹੋ ਗਈ ਹੈ, ਉਹ ਹਸਪਤਾਲ ਵੀ ਜਾ ਸਕਦੀ ਹੈ, ਪਰ ਹਸਪਤਾਲ ਜਾਣ ਨਾਲ ਗੱਲ ਜ਼ਿਆਦਾ ਫੈਲ ਜਾਏਗੀ। ਇਸ ਲਈ ਉਹ ਚਾਹੁੰਦੀ ਹੈ ਕਿਸੇ ਪ੍ਰਾਈਵੇਟ ਕਲੀਨਿਕ ਤੋਂ ਅਬੋਰਸ਼ਨ ਕਰਵਾ ਕੇ ਉਸੇ ਵੇਲੇ ਉਹ ਘਰ ਆ ਜਾਏ, ਤੇ ਘਰ ਉਹਨੂੰ ਆਪਣੇ ਤੂੰ ਹੀ ਰੱਖ ਸਕਦੀ ਹੈ। ਤੁਹਾਡੇ ਘਰ ਸਿਰਫ ਤੇਰੇ ਨਾਨੀ ਜੀ ਹੀ ਹੁੰਦੇ ਨੇ। ਉਹਨਾਂ ਕੋਲ ਕਿਸੇ ਬਿਮਾਰੀ ਦਾ ਬਹਾਨਾ ਲਾਇਆ ਜਾ ਸਕਦਾ ਹੈ। ਹਫ਼ਤੇ ਕੁਝ ਉਹ ਠੀਕ ਹੋ ਜਾਏਗੀ। ਸੋਨੀਆ ਨੇ ਸਿਮਰਨ ਨੂੰ ਪੂਰੀ ਸਕੀਮ ਦੱਸੀ। ਨਹੀਂ, ਇਹ ਨਹੀਂ ਹੋ ਸਕਦਾ। ਬੇਜੀ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਉਹਨਾਂ ਨੇ ਝੱਟ ਸਮਝ ਜਾਣਾ। ਚਲੋ ਉਹਨਾਂ ਨੂੰ ਸੱਚੋ ਸੱਚ ਦੱਸ ਦਿਆਂਗੇ। ਨਹੀਂ, ਇਹ ਨਹੀਂ ਹੋ ਸਕਦਾ। ਮੈਂ ਬੇਜੀ ਨੂੰ ਇਹ ਨਹੀਂ ਦੱਸ ਸਕਦੀ ਕਿ ਯੂਨੀਵਰਸਿਟੀ ਵਿੱਚ ਇਹ ਕੁਝ ਵੀ ਹੈ। ਸਿਮਰਨ ਨੇ ਜਦੋਂ ਆਖਿਆ ਤਾਂ ਸੋਨੀਆ ਜਿਵੇਂ ਖਿੱਚ ਗਈ। ਆਖਣ ਲੱਗੀ, ਮੇਰਾ ਨਹੀਂ ਸੀ ਖਿਆਲ ਤੂੰ ਐਡੀ ਇਨਹਿਊਮਨ ਹੋਏਂਗੀ ਕਿ ਮੁਸ਼ਕਿਲ ਵੇਲੇ ਵੀ ਕਿਸੇ ਦੂਸਰੇ ਦੀ ਮਦਦ ਨਹੀਂ ਕਰੇਂਗੀ। ਉਹ ਆਪਣੇ ਘਰ ਕਿਉਂ ਨਹੀਂ ਚਲੀ ਜਾਂਦੀ? ਉਹ ਆਪਣੀ ਮਾਂ ਨੂੰ ਸੱਚੋ ਸੱਚ ਕਿਉਂ ਨਹੀਂ ਦੱਸ ਦਿੰਦੇ? ਸਿਮਰਨ ਨੇ ਆਖਿਆ, ਇਸ ਲਈ ਕਿ ਇਸ ਤੋਂ ਮਗਰੋਂ ਉਹਦੇ ਘਰ ਦੇ ਉਹਨੂੰ ਵਾਪਸ ਯੂਨੀਵਰਸਿਟੀ ਨਹੀਂ ਆਉਣ ਦੇਣਗੇ। ਪੜ੍ਹਾਈ ਬੰਦ ਹੋ ਜਾਏਗੀ। ਪੜ੍ਹਾਈ ਬੰਦ ਹੁੰਦੀ ਹੈ ਤਾਂ ਹੋ ਜਾਵੇ, ਅੱਗੇ ਕਿਹੜਾ ਪੜ੍ਹਾਈ ਤੋਂ ਉਹਨੇ ਕੁਝ ਸਿੱਖਿਆ? ਸੋਨੀਆ, ਗੁਨਾਹ ਰੱਬ ਦੀ ਇੰਨੀ ਉਲੰਘਣਾ ਨਹੀਂ ਜਿੰਨੀ ਨਿੱਜ ਨਾਲ ਧਰੋਹ ਹੈ, ਸਿਮਰਨ ਬੋਲੀ। ਮੈਂ ਇਹ ਸਭ ਕੁਝ ਤੈਨੂੰ ਤੇਰੇ ਕੋਲੋਂ ਭਾਸ਼ਣ ਸੁਣਨ ਲਈ ਨਹੀਂ ਦੱਸਿਆ। ਗਲਤੀ ਕਿਸ ਕੋਲੋਂ ਨਹੀਂ ਹੋ ਜਾਂਦੀ। ਇਹਦਾ ਮਤਲਬ ਇਹ ਨਹੀਂ ਕਿ ਅਗਲੇ ਨੂੰ ਕੰਡੈਮ ਕਰਕੇ ਲੱਗ ਜਾਓ। ਅਜਿਹੇ ਵੇਲੇ ਤਾਂ ਸਗੋਂ ਅਗਲੇ ਨੂੰ ਵੱਧ ਹਮਦਰਦੀ ਦੀ, ਵੱਧ ਸਹਾਰੇ ਦੀ ਲੋੜ ਹੁੰਦੀ ਹੈ, ਸੋਨੀਆ ਨੇ ਜ਼ਰਾ ਖਿੱਚ ਕੇ ਕਿਹਾ। ਸਾਹਮਣੇ ਸਿਮਰਨ ਦੀ ਕੈਬਿਨ ਵੱਲ ਮੈਡਮ ਸੌਂਦੀ ਤੁਰੀ ਆ ਰਹੀ ਸੀ। ਅੱਛਾ, ਮੈਂ ਚੱਲਦੀ ਹਾਂ, ਪਰ ਇਹ ਸਭ ਮੈਡਮ ਸੌਂਦੀ ਨੂੰ ਨਹੀਂ ਦੱਸਣਾ। ਉਹ ਨਹੀਂ ਇਹਨਾਂ ਗੱਲਾਂ ਨੂੰ ਸਮਝ ਸਕਦੀ। ਆਖ ਸੋਨੀਆ ਉੱਠ ਕੇ ਚਲੀ ਗਈ। ਕੀ ਗੱਲ ਸਿਮਰਨ, ਬੜੀ ਸੀਰੀਅਸ ਹੋਈ ਬੈਠੀ ਹੈ? ਮੈਡਮ ਨੇ ਅੰਦਰ ਆ ਕੇ ਪੁੱਛਿਆ। ਬੈਠੋ, ਤੁਸੀਂ ਬੈਠੋ ਪਲੀਜ਼। ਸਿਮਰਨ ਨੇ ਕੁਰਸੀ ਤੋਂ ਖੜੀ ਹੁੰਦੀ ਨੇ ਦੂਜੀ ਕੁਰਸੀ ਵੱਲ ਇਸ਼ਾਰਾ ਕਰਕੇ ਮੈਡਮ ਨੂੰ ਆਖਿਆ। ਕੌਫੀ ਪੀਣ ਚੱਲੀਏ? ਮੈਡਮ ਨੇ ਸਿਮਰਨ ਵੱਲ ਝਾਕ ਕੇ ਪੁੱਛਿਆ। ਇੱਥੇ ਹੀ ਪੀ ਲੈਂਦੇ ਹਾਂ, ਅੱਜ ਮੈਂ ਘਰੋਂ ਲਿਆਈ ਸੀ। ਸਿਮਰਨ ਨੇ ਥਰਮਸ ਵਿੱਚੋਂ 2 ਗਲਾਸਾਂ 'ਚ ਕੌਫੀ ਪਾਉਂਦਿਆਂ ਆਖਿਆ। ਇੱਕ ਗਲਾਸ ਮੈਡਮ ਨੂੰ ਫੜਾ ਕੇ ਤੇ ਦੂਜਾ ਆਪ ਫੜ ਕੇ ਚੁੱਪਚਾਪ ਕੌਫੀ ਪੀਣ ਲੱਗੀ। ਸਿਮਰਨ, ਦੱਸੋ ਕੀ ਗੱਲ ਹੈ? ਮੈਡਮ ਜੀ, ਜਦੋਂ ਲੜਕੀਆਂ ਦਾ ਇੱਕ ਨਾ ਇੱਕ ਦਿਨ ਵਿਆਹ ਹੋ ਜਾਣਾ ਹੁੰਦਾ ਹੈ, ਫਿਰ ਉਹ ਪਹਿਲਾਂ ਹੀ ਕਿਉਂ ਇੱਧਰ ਉੱਧਰ ਭਟਕਣ ਲੱਗ ਜਾਂਦੀਆਂ ਨੇ? ਇਸ ਲਈ ਕਿ ਨਾ ਉਹਨਾਂ ਨੂੰ ਆਪਣੇ ਆਪ ਦੀ ਸਮਝ ਹੁੰਦੀ ਹੈ ਤੇ ਨਾ ਹੀ ਦੁਨੀਆ ਦੀ, ਤੇ ਨਾ ਹੀ ਉਹ ਵਿਆਹ ਦੇ ਮਾਇਨੇ ਸਮਝਦੀਆਂ ਨੇ। ਵਿਆਹ ਅਸਲ 'ਚ ਕੀ ਹੁੰਦਾ? ਸਿਮਰਨ ਨੇ ਜਦੋਂ ਗੰਭੀਰਤਾ ਨਾਲ ਪੁੱਛਿਆ ਤਾਂ ਮੈਡਮ ਸੌਂਦੀ ਬੋਲੇ, ਮੈਨੂੰ ਕੀ ਪਤਾ, ਮੈਂ ਕਿਹੜਾ ਵਿਆਹ ਕੀਤਾ? ਨਹੀਂ ਮੈਡਮ ਜੀ, ਮੈਂ ਤਾਂ ਸੀਰੀਅਸਲੀ ਪੁੱਛ ਰਹੀ ਹਾਂ। ਸਿਮਰਨ ਨੇ ਜਦੋਂ ਆਖਿਆ ਤਾਂ ਮੈਡਮ ਸੌਂਦੀ ਦੱਸਣ ਲੱਗੀ ਕਿ ਉਪਨਿਸ਼ਦਾਂ ਅਨੁਸਾਰ ਵਿਆਹ ਮਨੁੱਖੀ ਕਮਜ਼ੋਰੀ ਨੂੰ ਰਿਆਤ ਨਹੀਂ, ਸਗੋਂ ਰੂਹਾਨੀ ਵਿਕਾਸ ਦਾ ਸਾਧਨ ਸਮਝਿਆ ਜਾਂਦਾ ਹੈ। ਦੂਸਰਾ, ਪਿਤਰਾਂ ਦਾ ਰਿਣ ਪੁੱਤਰ ਦੀ ਪ੍ਰਾਪਤੀ ਨਾਲ ਹੀ ਚੁਕਾਇਆ ਜਾ ਸਕਦਾ ਹੈ। ਸ਼ਾਇਦ ਇਸ ਲਈ ਮਨੂ ਪਹਿਲੇ ਪੁੱਤਰ ਨੂੰ ਧਰਮਜਾ ਭਾਵ ਫਰਜ਼ ਵਿੱਚੋਂ ਪੈਦਾ ਹੋਇਆ ਆਖਦਾ ਹੈ, ਦੂਜੇ ਨੂੰ ਕਾਮਜਾ। ਹੈਰਾਨੀ ਦੀ ਗੱਲ ਹੈ, ਪੱਛਮ ਨੂੰ ਅੱਜ ਜੋ ਕੁਝ ਫਰਾਇਡ ਨੇ ਦੱਸਿਆ ਹੈ, ਭਾਰਤੀਆਂ ਨੂੰ ਹਜ਼ਾਰਾਂ ਸਾਲ ਪਹਿਲਾਂ ਪਤਾ ਸੀ। ਇਸੇ ਕਾਰਨ ਉਹਨਾਂ ਨੇ ਕਾਮ ਦਾ ਵੀ ਸ਼ੁੱਧੀਕਰਨ ਜਾਂ ਪਵਿੱਤਰੀਕਰਨ ਕਰ ਲਿਆ ਸੀ। ਇਸੇ ਗੱਲ ਨੂੰ ਸਮਝਣ ਲਈ ਹੀ ਮਨੂ ਸਿਮਰਤੀ 'ਚ ਆਖਿਆ ਕਿ ਆਦਮੀ ਪਤਨੀ ਦੀ ਰੱਖਿਆ ਕਰਕੇ ਆਪਣੇ ਬੱਚਿਆਂ ਦੀ ਰੱਖਿਆ ਕਰ ਰਿਹਾ ਹੁੰਦਾ, ਤੇ ਆਪਣੇ ਬੱਚਿਆਂ ਦੀ ਰੱਖਿਆ ਕਰਕੇ ਉਹ ਆਪਣੇ ਆਪ ਦੀ ਰੱਖਿਆ ਕਰ ਰਿਹਾ ਹੁੰਦਾ।
ਗੱਲ ਕਰਦੀ ਕਰਦੀ ਮੈਡਮ ਸੌਂਦੀ ਹੱਸ ਕੇ ਕਹਿਣ ਲੱਗੀ, ਟੀਚਰਾਂ ਨੂੰ ਭਾਸ਼ਣ ਦੇਣ ਦੀ ਆਦਤ ਹੀ ਪੈ ਜਾਂਦੀ ਹੈ। ਤੇ ਇੱਕ ਗੱਲ ਪੁੱਛੀ ਸੀ ਤੇ ਮੈਂ ਬੋਲੀ ਜਾ ਰਹੀ ਹਾਂ। ਤਦ ਹੀ ਤਾਂ ਕਿਸੇ ਨੇ ਲਤੀਫਾ ਬਣਾਇਆ ਕਿ ਇੱਕ ਪ੍ਰੋਫੈਸਰ ਆਪਣੀ ਘਰਵਾਲੀ ਨਾਲ ਲੜ ਰਿਹਾ ਸੀ। ਉਹ ਬੋਲੀ ਗਿਆ ਤੇ ਅੱਗੋਂ ਘਰਵਾਲੀ ਚੁੱਪ ਰਹੀ। ਸਵੇਰੇ ਗੁਆਂਢਣ ਪੁੱਛਣ ਲੱਗੀ ਕਿ ਰਾਤੀ ਪ੍ਰੋਫੈਸਰ ਸਾਹਿਬ ਬੜਾ ਬੋਲ ਰਹੇ ਸੀ ਤੇ ਤੁਸੀਂ ਕੋਈ ਜਵਾਬ ਨਹੀਂ ਸੀ ਦੇ ਰਹੇ। ਪ੍ਰੋਫੈਸਰ ਦੀ ਘਰਵਾਲੀ ਆਖਣ ਲੱਗੀ, ਜਵਾਬ ਦੇਣ ਦੀ ਕੀ ਲੋੜ ਸੀ? 50 ਮਿੰਟਾਂ ਮਗਰੋਂ ਮਤਲਬ ਹੈ ਪੀਰੀਅਡ ਲਗਾ ਕੇ ਉਹਨਾਂ ਨੇ ਆਪ ਹੀ ਚੁੱਪ ਕਰ ਜਾਣਾ ਸੀ। ਇਹ ਸਭ ਸਮਝਦੇ ਹੋਏ ਵੀ ਤੁਸੀਂ ਵਿਆਹ ਨਹੀਂ ਕੀਤਾ? ਸਿਮਰਨ ਨੇ ਉਸੇ ਗੰਭੀਰਤਾ ਨਾਲ ਪੁੱਛਿਆ। ਸਾਡਾ ਤਾਂ ਇਹ ਹਾਲ ਹੋਇਆ ਕਿ ਇੱਕ ਦੋਸਤ ਦੂਜੇ ਨੂੰ 20 ਕੁ ਸਾਲ ਮਗਰੋਂ ਮਿਲਿਆ ਤੇ ਪੁੱਛਣ ਲੱਗਾ, ਸੁਣਾ ਬਾਲ ਬੱਚੇ ਦਾ ਕੀ ਹਾਲ ਹੈ? ਦੂਜੇ ਨੇ ਦੱਸਿਆ, ਬਾਲ ਬੱਚੇ ਕਿੱਥੇ, ਮੈਂ ਤੇ ਵਿਆਹ ਹੀ ਨਹੀਂ ਕੀਤਾ। ਕਿਉਂ? ਪਹਿਲੇ ਨੇ ਪੁੱਛਿਆ। ਇਸ ਲਈ ਕਿ ਮੈਂ ਆਈਡੀਅਲ ਕੁੜੀ ਲੱਭਦਾ ਸੀ। ਮਿਲੀ ਨਹੀਂ? ਫਿਰ ਮਿਲੀ ਸੀ, ਪਰ ਉਹ ਆਈਡੀਅਲ ਆਦਮੀ ਲੱਭਦੀ ਸੀ। ਲਤੀਫਾ ਦੱਸ ਕੇ ਮੈਡਮ ਹੱਸ ਪਈ। ਸਿਮਰਨ ਨੂੰ ਲੱਗਿਆ ਮੈਡਮ ਉਹਦੀ ਸੰਜੀਦਗੀ ਤੋਂ ਘਬਰਾ ਕੇ ਅਜੇ ਇੰਨੀਆਂ ਲਾਈਟ ਗੱਲਾਂ ਕਰ ਰਹੀ ਸੀ। ਅੱਛਾ, ਮੈਂ ਤਾਂ ਪੀਰੀਅਡ ਲਗਾਣੇ ਹੈ ਜਾ ਕੇ, ਮੈਡਮ ਨੇ ਉੱਠ ਕੇ ਖੜੀ ਹੁੰਦੀ ਆਖਿਆ। ਮੈਡਮ ਲਾਇਬ੍ਰੇਰੀ ਦੀਆਂ ਪੌੜੀਆਂ ਉਤਰ ਰਹੀ ਸੀ ਜਦੋਂ ਉਹਨੂੰ ਬਲਦੇਵ ਮਿਲਿਆ ਤੇ ਆਖਣ ਲੱਗਾ, ਮੈਡਮ ਜੀ, ਡਾਕਟਰ ਖੇੜੇ ਨੇ ਸਿਮਰਨ ਦਾ ਚੈਪਟਰ ਦਿੱਤਾ। ਕਰ ਵੀ ਦਿੱਤਾ ਚੈੱਕ? ਚੈੱਕ ਤਾਂ ਕਰੂ ਜੇ ਸਮਝ ਲੱਗੂ। ਸਿਮਰਨ ਨੂੰ ਦਿਆ ਕੈਬਿਨ ਵਿੱਚ ਆਪਣੇ 'ਚ। ਆਖ ਮੈਡਮ ਪੌੜੀਆਂ ਉਤਰ ਗਈ। ਪੌੜੀਆਂ ਚੜ੍ਹ ਕੇ ਬਲਦੇਵ ਸਿਮਰਨ ਦੀ ਕੈਬਿਨ ਕੋਲ ਪਹੁੰਚ ਗਿਆ। ਅੰਦਰ ਆ ਜਾਵਾਂ ਸਿਮਰਨ? ਬਲਦੇਵ ਨੇ ਹੌਲੀ ਦੇ ਕੇ ਕੈਬਿਨ ਦੇ ਦਰਵਾਜ਼ੇ ਉੱਪਰ ਦਸਤਕ ਦੇ ਕੇ ਪੁੱਛਿਆ। ਆ ਜਾ, ਸਿਮਰਨ ਨੇ ਆਖਿਆ। ਇਹ ਤੇਰਾ ਚੈਪਟਰ ਡਾਕਟਰ ਖੇੜੇ ਨੇ ਦਿੱਤਾ ਤੇ ਆਖਿਆ ਕਿ ਹੋਰ ਇੰਪਰੂਵਮੈਂਟ ਦੀ ਲੋੜ ਹੈ। ਉਹੀ ਘਿਸਿਆ ਪੱਟਿਆ ਫਿਕਰਾ, ਹੋਰ ਇੰਪਰੂਵਮੈਂਟ ਦੀ ਲੋੜ ਹੈ। ਉਂਝ ਤੂੰ ਆਪਣੀ ਰਿਸਰਚ ਮੁਕਾ ਕੇ ਕੀ ਕਰੇਂਗੀ? ਜੌਬ ਕਰੇਂਗੀ ਕਿ ਸ਼ਾਦੀ? ਪਤਾ ਨਹੀਂ। ਕੱਲ ਬਾਜ਼ਾਰ ਮੈਂ ਇੱਕ ਬੜੀ ਸੋਹਣੀ ਚੁੰਨੀ ਦੇਖੀ। ਫੌਰਨ ਤੋਂ ਆਈ ਇੱਕ ਲੇਡੀ ਖਰੀਦ ਰਹੀ ਸੀ। ਮਨ ਹੋਇਆ ਤੇਰੇ ਲਈ ਲੈ ਚੱਲਾਂ। ਫਿਰ ਸੋਚਿਆ ਪਤਾ ਨਹੀਂ ਤੂੰ ਲਵੇਂਗੀ ਕਿ ਨਹੀਂ, ਇਸ ਲਈ ਹੌਸਲਾ ਨਾ ਕਰ ਸਕਿਆ। ਉਂਝ ਸਿਮਰਨ, ਪਰਮਾਤਮਾ ਦੀ ਕਸਮ, ਮੈਂ ਕਦੇ ਤੇਰੇ ਬਾਰੇ ਕੁਝ ਵੀ ਗਲਤ ਨਹੀਂ ਸੋਚਿਆ। ਮੈਨੂੰ ਪਤਾ ਹੈ ਤੂੰ ਮੇਰੇ ਬਾਰੇ ਕਦੇ ਗਲਤ ਨਹੀਂ ਸੋਚਿਆ। ਕਦੇ ਕਦੇ ਮਨ ਤੈਨੂੰ ਚਿੱਠੀ ਲਿਖਦਾ, ਫਿਰ ਡਰ ਜਾਂਦਾ ਕਿਧਰੇ ਤੂੰ ਨਾਰਾਜ਼ ਹੀ ਨਾ ਹੋ ਜਾਏ। ਤੂੰ ਅਜੇ ਬਹੁਤ ਛੋਟਾ ਹੈ, ਪੜ੍ਹਿਆ ਲਿਖਿਆ ਕਰ। ਸਿਮਰਨ ਨੇ ਜਦੋਂ ਹੱਸ ਕੇ ਆਖਿਆ, ਬਲਦੇਵ ਨੂੰ ਲੱਗਿਆ ਜਿਵੇਂ ਉਹ ਸੱਚੀ ਬੜਾ ਛੋਟਾ ਸੀ। ਅੰਗ 6ਵਾਂ। ਮੈਡਮ ਨੇ ਜਿਹੜੀਆਂ ਗੱਲਾਂ ਸਿਮਰਨ ਨਾਲ ਕੀਤੀਆਂ ਸਨ, ਉਹਨਾਂ ਨੂੰ ਮਨ ਹੀ ਮਨ ਦੁਹਰਾਉਂਦੀ ਸਿਮਰਨ ਅੱਜ ਛੇਤੀ ਘਰ ਵਾਪਸ ਆ ਗਈ। ਘਰ ਆ ਕੇ ਹੱਥ ਮੂੰਹ ਧੋ ਕੇ ਅਜੇ ਰੋਟੀ ਖਾਣ ਲੱਗੀ ਸੀ ਕਿ ਬਾਹਰਲਾ ਗੇਟ ਖੜਕਿਆ। ਗਿੰਦਾ ਰਾਮ ਨੇ ਖੋਲ੍ਹਿਆ। ਤਾਈ ਭਾਗਵੰਤੀ ਦੁੱਖਲੀ ਜੁੱਤੀ ਪਾਈ, ਉੱਪਰ ਚਿਕਨ ਦੀ ਚਾਦਰ ਲਈ ਖਾਲੀ ਹੱਥੀਂ ਤੁਰੀ ਆ ਰਹੀ ਸੀ। ਉਂਝ ਤਾਂ ਤਾਈ ਭਾਗਵੰਤੀ ਸਿਮਰਨ ਦੀ ਮੰਮੀ ਦੀ ਤਾਈ ਸੀ, ਪਰ ਜਿਵੇਂ ਉਹ ਆਪਣੀ ਨਾਨੀ ਨੂੰ ਬੇਜੀ ਆਖਦੀ ਸੀ, ਉਸੇ ਤਰ੍ਹਾਂ ਨਾਨੀਆਂ ਦੇ ਥਾਂ ਲੱਗਦੀ ਤਾਈ ਭਾਗਵੰਤੀ ਨੂੰ ਵੀ ਉਹ ਤਾਈ ਜੀ ਹੀ ਆਖਦੀ ਸੀ। ਕਮਾਲ ਹੋ ਗਈ, ਅੱਜ ਤਾਂ ਤਾਈ ਜੀ ਆ ਰਹੇ ਨੇ। ਸਿਮਰਨ ਨੇ ਕੁਰਸੀ ਉਸ ਵੱਲ ਕਰਦਿਆਂ ਆਖਿਆ। ਕਾਹਦੀ ਆ ਰਹੀਆਂ ਪੁੱਤ? ਅਸੀਂ ਤਾਂ ਬਿਪਤਾ ਨੂੰ ਫੜੇ ਹੋਏ ਹਾਂ। 4 ਦਿਨ ਹੋ ਗਏ, ਨਾ ਖਾਂਦਿਆਂ ਨੂੰ ਖਾਣਾ, ਨਾ ਪੀਂਦਿਆਂ ਨੂੰ ਪੀਣਾ। ਤਾਈ ਨੇ ਸਿਮਰਨ ਦਾ ਮੋਢਾ ਪਲੋਸਦਿਆਂ ਕਿਹਾ। ਕਿਉਂ, ਸੁੱਖ ਹੈ ਬੇਬੇ? ਬੇਜੀ ਨੇ ਰਸੋਈ 'ਚੋਂ ਆ ਕੇ ਤਾਈ ਭਾਗਵੰਤੀ ਦੇ ਪੈਰੀਂ ਹੱਥ ਲਾਉਂਦਿਆਂ ਪੁੱਛਿਆ। ਜਿਉਂਦੀ ਰਹਿ, ਗੁਰੂ ਭਲਾ ਕਰੇ, ਤੇਰੇ ਬੱਚੇ ਜਿਉਂ। ਸੁੱਖ ਕਾਹਦੀ ਹੈ? 4 ਦਿਨ ਹੋਏ ਅਰਜਨ ਸਿੰਘ ਦੇ ਮੁੰਡੇ ਨੂੰ ਫੜ ਕੇ ਲੈ ਗਏ। ਕਾਹਤੋਂ ਲੈ ਗਏ ਫੜ ਕੇ? ਬੇਜੀ ਨੇ ਪੁੱਛਿਆ। ਖਬਰ ਹੈ ਕਾਹਤੋਂ ਲੈ ਗਏ? ਚੰਗਾ ਭਲਾ ਸ਼ਹਿਰੋਂ ਆਉਂਦਾ ਸੀ, 2 ਮੁੰਡੇ ਹੋਰ ਸੀ ਨਾਲ। ਰਾਤ 'ਚੋਂ ਹੀ ਲੈ ਗਏ ਫੜ ਕੇ, ਸਾਈਕਲ ਵੀ ਨਾਲ ਹੀ ਧਰ ਕੇ ਲੈ ਗਏ। ਉਹ ਤਾਂ ਨਿੱਕੂ ਨਾਈ ਦੇ ਮੁੰਡੇ ਨੇ ਕਿਤੇ ਫੜ ਕੇ ਲਈ ਜਾਂਦੇ ਦੇਖ ਲਈ। ਉਹਨੇ ਪਿੰਡ ਆ ਕੇ ਦੁਹਾਈ ਦਿੱਤੀ। ਪਿੰਡ ਦੇ ਸਰਪੰਚ ਨੂੰ ਲੈ ਕੇ ਅਰਜਨ ਸਿੰਘ ਥਾਣੇ ਨੂੰ ਨੱਠਿਆ। ਥਾਣੇ ਵਾਲਿਆਂ ਨੇ ਕੋਈ ਰਾਹ ਥਵਾ ਨਾ ਦਿੱਤਾ। ਫਿਰ ਪਟਿਆਲੇ ਆਏ, ਚੰਡੀਗੜ੍ਹ ਗਏ, ਸਾਰੇ ਭਕਾਈ ਕੀਤੀ, ਮੁੰਡਿਆਂ ਦੀ ਕੋਈ ਉੱਗ ਸੁੱਗ ਨਹੀਂ ਨਿਕਲੀ। ਕੱਲ੍ਹ ਦਾ ਤਾਂ ਅਰਜਨ ਸਿੰਘ 100 ਦੇ ਨੋਟਾਂ ਦਾ ਝੋਲਾ ਭਰ ਕੇ ਨਾਲ ਲੈ ਕੇ ਜਾਂਦਾ ਵੀ ਮੁੰਡਾ ਕਿਸੇ ਤਰ੍ਹਾਂ ਜਿਉਂਦਾ ਜਾਗਦਾ ਘਰ ਆ ਜਾਏ। ਬਸ ਇੰਨਾ ਕੁ ਪਤਾ ਲੱਗਿਆ ਵੀ ਮਾਰ ਕੁਟਾਈ ਲਈ ਮੁੰਡਿਆਂ ਨੂੰ ਫੌਜੀਆਂ ਦੇ ਕੈਂਪ 'ਚ ਲੈ ਗਏ। ਬਹਿ ਜੇ ਇਹਨਾਂ ਨਪੁੱਤਿਆਂ ਦੀ ਬੇੜੀ, ਅਖੇ ਆਪਣੀ ਸਰਕਾਰ ਹੈ। ਹਾਰ ਕੇ ਸੋਚਿਆ ਵੀ ਆਪਣਾ ਕੁਲਦੀਪ ਸਿੰਘ ਵੀ ਤਾਂ ਫੌਜੀ ਹੈ, ਨਾਲ ਅਫਸਰ ਹੈ। ਉਸੇ ਨੂੰ ਆਖਦਿਆਂ ਵੀ ਪਤਾ ਕਰੇ। ਤਾਈ ਭਾਗਵੰਤੀ ਇੱਕੋ ਸਾਹ ਕਿੰਨਾ ਕੁਝ ਆ ਗਈ। ਪਰ ਤਾਈ ਜੀ, ਅਰਜਨ ਸਿੰਘ ਬਾਈ ਦਾ ਮੁੰਡਾ ਫੜ ਕੇ ਕਾਹਤੋਂ ਲੈ ਗਏ? ਜਾਣਦਿਆਂ ਦੇ ਰੋਣ ਨੂੰ। ਅਖੇ ਅੱਤਵਾਦੀਆਂ ਨਾਲ ਇਹਨਾਂ ਦਾ ਬਹਿਣ ਉੱਠਣ। 4 ਸਾਲ ਸੀ, 14 ਜਮਾਤਾਂ ਪਾਸ ਕੀਤੀਆਂ ਨੂੰ। ਕੋਈ 20 ਥਾਈਂ ਅਰਜ਼ੀਆਂ ਦਿੱਤੀਆਂ ਨੌਕਰੀ ਲਈ, ਕਿਸੇ ਨੇ ਸਿਆਣ ਨਹੀਂ ਕੱਢੀ। ਹਾਰ ਕੇ ਅਰਜਨ ਸਿੰਘ ਨੇ ਪੈਟਰੋਲ ਪੰਪ ਲਾ ਕੇ ਦਿੱਤਾ।
ਪੈਟਰੋਲ ਪੰਪ ਤੇ ਤਾਂ ਜਣੇ ਖਣੇ ਨੇ ਪੈਟਰੋਲ ਲੈਣ ਆਉਂਦਾ ਹੁੰਦਾ ਹੈ। ਆਖੇ ਉਸ ਦਾ ਅੱਤਵਾਦੀਆਂ ਨਾਲ ਬਹਿਣ ਉੱਠਣਾ ਹੈ। ਉਹ ਤਾਂ ਵਿਚਾਰਾ ਸੱਤਿਆਵਾਨ ਕਦੇ ਅੱਖ 'ਚ ਪਾਇਆ ਕਿਹੜਾ ਰੜਕਿਆ ਸੀ। ਇਹ ਤਾਂ ਉਹੀ ਦੂਸ਼ਣ ਲਾਉਂਦੇ ਨੇ। ਤਾਈ ਭਾਗਵੰਤੀ ਆਪ ਮੁਹਾਰੀ ਦੱਸੀ ਜਾ ਰਹੀ ਸੀ। ਲੈ ਬੇਬੇ ਚਾਹ ਲੈ। ਬੇਜੀ ਨੇ ਕੱਚ ਦਾ ਗਲਾਸ ਤਾਈ ਭਾਗਵੰਤੀ ਦੇ ਅੱਗੇ ਕਰਦਿਆਂ ਆਖਿਆ, ਕਾਹਦੀ ਚਾਹ, ਮੇਰੇ ਤਾਂ ਪਾਣੀ ਦੀ ਘੁੱਟ ਕਿਹੜਾ ਲੰਘਦੀ ਹੈ। ਖਬਰ ਨਹੀਂ ਕੁੱਟ ਕੁੱਟ ਕੇ ਮੁੰਡੇ ਦਾ ਕੀ ਹਾਲ ਕਰਦੇ ਹੋਣਗੇ। ਆਖਦੇ ਨੇ ਕਈਆਂ ਨੂੰ ਤਾਂ ਮਾਰ ਕੇ ਬਾਰਡਰ 'ਤੇ ਸਿੱਟ ਆਉਂਦੇ ਨੇ। ਮਗਰੋਂ ਆਖ ਦਿੰਦੇ ਨੇ ਇਹ ਪਾਕਿਸਤਾਨ ਤੋਂ ਆ ਰਿਹਾ ਸੀ। ਪੁਲਿਸ ਨਾਲ ਮੁਕਾਬਲਾ ਹੋ ਗਿਆ। ਕੋਈ ਪੁੱਛਣ ਵਾਲਾ ਹੋਵੇ ਪਾਕਿਸਤਾਨ ਕੀ ਤੁਹਾਨੂੰ ਰੋਣ ਜਾਂਦੇ ਨੇ। ਜੇ ਆਪਣੇ ਮੁਲਕ 'ਚ ਢੋਈ ਨਹੀਂ, ਬਗਾਨਾ ਦੇਸ਼ ਕੀ ਬਾਹਰੋਂ ਬਣੂ। ਹੁਣ ਧੀਏ ਸਿਮਰਨ, ਤੂੰ ਤਾਂ ਪੜ੍ਹੀ ਲਿਖੀ ਹੈ। ਇਹ ਗੌਰਮੈਂਟ ਮੁੰਡਿਆਂ ਨੂੰ ਕਿਉਂ ਮਰਵਾਈ ਜਾਂਦੀ ਹੈ। ਬੰਦੇ ਤਾਂ ਲੱਖੀ ਹਜ਼ਾਰੀ ਨਹੀਂ ਇੱਥੇ ਆਉਂਦੇ ਕਿੱਧਰੋਂ। ਇਹ ਵੀ ਮਾਵਾਂ ਦੇ ਪੁੱਤ ਨੇ। ਚਾਹ ਪੀਂਦੀ ਤਾਈ ਭਾਗਵੰਤੀ ਆਖ ਰਹੀ ਸੀ। ਬਾਈ ਅਰਜਨ ਨਾਲ ਨਹੀਂ ਆਇਆ ਤੁਹਾਡੇ? ਸਿਮਰਨ ਨੇ ਪੁੱਛਿਆ। ਉਹ ਕਿਸੇ ਦਿੱਲੀ ਦੇ ਵਜ਼ੀਰ ਦੇ ਰਿਸ਼ਤੇਦਾਰ ਨੂੰ ਲੈ ਕੇ ਚੰਡੀਗੜ੍ਹ ਨੂੰ ਗਿਆ। ਆਖਦੇ ਨੇ ਸਾਰੇ ਹੁਕਮ ਦਿੱਲੀ ਤੋਂ ਪਹਿਲਾਂ ਚੰਡੀਗੜ੍ਹ ਆਉਂਦੇ ਨੇ। ਇਉਂ ਕਰੋ ਬੇਬੇ, ਹਾੜੇ ਮੇਰੀ ਭੈਣ, ਮੇਰੇ ਨਾਲ ਚੱਲ, ਆਪਾਂ ਕੁਲਦੀਪ ਸਿੰਘ ਕੋਲ ਦਿੱਲੀ ਚੱਲੀਏ। ਉਹਨੂੰ ਨਾਲ ਲੈ ਕੇ ਆਈਏ ਵੀ ਮੁੰਡਿਆਂ ਦਾ ਪਤਾ ਕਰੇ। ਤਾਈ ਭਾਗਵੰਤੀ ਨੇ ਬੇਜੀ ਦੀ ਮਿੰਨਤ ਕਰਨ ਵਾਂਗ ਆਖਿਆ। ਆਪਾਂ ਉਹਨੂੰ ਟੈਲੀਫੋਨ ਕਰ ਲੈਂਦੇ ਹਾਂ, ਬੇਜੀ ਨੇ ਆਖਿਆ। ਟੈਲੀਫੋਨ 'ਤੇ ਉਹ ਮੰਨ ਜੂ, ਆਪ ਜਾਣ ਦੀ ਹੋਰ ਗੱਲ ਹੁੰਦੀ ਹੈ। ਤਾਈ ਭਾਗਵੰਤੀ ਨੇ ਬੇਧਿਆਨੀ ਨਹੀਂ ਫਟਾਫਟ ਚਾਹ ਮੁਕਾ ਕੇ ਪੁੱਛਿਆ। ਲੈ ਹੈ ਬੇਬੇ, ਆਪ ਜਾਣ ਨੂੰ ਉਹ ਕੋਈ ਬਗਾਨਾ ਹੈ। ਨਾਲੇ ਜੇ ਜਾਵਾਂਗੇ ਤਾਂ ਕੱਲ੍ਹ ਨੂੰ ਸਾਰਾ ਦਿਨ ਤਾਂ ਜਾਣ ਨੂੰ ਲੱਗ ਜੂ। ਸਮੇਂ ਉਹ ਭਲਕੇ ਜੇ ਕੋਈ ਹੋਰ ਜ਼ਰੂਰੀ ਕੰਮ ਨਾ ਹੋਇਆ ਇੱਥੇ ਆ ਜੂ, ਬੇਜੀ ਨੇ ਦੱਸਿਆ। ਹਾੜੇ ਮੇਰੀ ਭੈਣ, ਆਖ 100 ਜ਼ਰੂਰੀ ਕੰਮ ਛੱਡ ਕੇ ਵੀ ਆ ਜਾਵੇ। ਅਸੀਂ ਤਾਂ ਸਾਰੀ ਉਮਰ ਅਹਿਸਾਨ ਨਹੀਂ ਭੁਲਾਉਂਦੇ, ਤਾਈ ਭਾਗਵੰਤੀ ਨੇ ਜਿਵੇਂ ਅੱਧਕੁਦੀ ਹੋ ਕੇ ਆਖਿਆ। ਸਿਮਰਨ ਨੇ ਦਿੱਲੀ ਫੋਨ ਕੀਤਾ, ਸਾਰੀ ਗੱਲ ਦੱਸੀ। ਮਾਮਾ ਜੀ ਨੇ ਦੱਸਿਆ, ਮੈਂ ਪਰਸੋਂ ਐਤਵਾਰ ਨੂੰ ਵੈਸੇ ਹੀ ਪਟਿਆਲੇ ਆ ਰਿਹਾ ਸੀ, ਸੋ ਪਰਸੋਂ ਦੀ ਥਾਂ ਕੱਲ੍ਹ ਆ ਜਾਵਾਂਗਾ। ਤਾਈ ਭਾਗਵੰਤੀ ਨੂੰ ਜਦੋਂ ਤਸੱਲੀ ਹੋ ਗਈ ਕਿ ਕੁਲਦੀਪ ਸਿੰਘ ਕੱਲ੍ਹ ਨੂੰ ਆ ਰਿਹਾ, ਤਾਂ ਉਸ ਦਿਨ ਬੜੀ ਰਾਤ ਗਈ ਤੱਕ ਬੇਜੀ ਨਾਲ ਘਰ ਗ੍ਰਸਤੀ ਦੀਆਂ, ਖੇਤੀਬਾੜੀ ਦੀਆਂ, ਲੈਣ ਦੇਣ ਦੀਆਂ, ਮਾੜੇ ਸਮਿਆਂ ਦੀਆਂ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਕਰਦੀ ਰਹੀ। ਮੈਂ ਕਿਹਾ, ਬੇਬੇ ਕੀ ਹੁਣ ਗੁਰੂ ਧਾਮਾਂ 'ਚ ਸੱਤਿਆ ਨਹੀਂ ਰਹੀ ਕਿ ਕਲਯੁਗ ਪਹਿਰੇ ਪਾਪ ਮਹਾਬਲੀ ਹੋ ਗਿਆ। ਇਉਂ ਤਾਂ ਕਦੇ ਨਹੀਂ ਸੁਣਿਆ ਵੀ ਫੌਜਾਂ ਆਉਣ, ਤੋਪਾਂ ਚੱਲਣ ਅਤੇ ਗੁਰਧਾਮ ਢਾਹ ਦਿੱਤੇ ਜਾਣ, ਨਿਹੱਥੇ ਨਿਰਦੋਸ਼ੇ ਲੋਕ ਤੀਰਥਾਂ 'ਤੇ ਗਏ ਮਾਰੇ ਜਾਣ। ਚੱਲ ਊਂ ਤਾਂ ਜਿਨ੍ਹਾਂ ਨੇ ਉੱਥੇ ਪ੍ਰਾਣ ਦਿੱਤੇ ਉਹਨਾਂ ਦੀ ਤਾਂ ਜਾਨ ਲੇਖੇ ਲੱਗ ਗਈ। ਕੋਈ ਬੜੇ ਕਰਮਾਂ ਵਾਲਾ ਹੀ ਤੀਰਥਾਂ 'ਤੇ ਜਾ ਕੇ ਮਰਦਾ ਹੈ। ਪਰ ਉਹ ਆਖਦੇ ਨੇ ਅਨਿਆਈ ਮਰੇ ਦੀ ਗੱਤ ਨਹੀਂ ਹੁੰਦੀ। ਤਾਈ ਭਾਗਵੰਤੀ ਜਿਵੇਂ ਆਪ ਹੀ ਸਵਾਲ ਕਰਦੀ ਸੀ ਅਤੇ ਆਪ ਹੀ ਜਵਾਬ ਦੇ ਲੈਂਦੀ ਸੀ। ਰੱਬ ਦੀਆਂ ਰੱਬ ਹੀ ਜਾਣੇ ਬੇਬੇ, ਆਖ ਬੇਜੀ ਨੇ ਗੱਲ ਮੁਕਾਈ। ਰਾਤ ਨੂੰ ਸੌਣ ਵੇਲੇ ਜਦੋਂ ਸਿਮਰਨ ਬੇਜੀ ਦੇ ਕਮਰੇ 'ਚ ਆਈ ਤਾਂ ਤਾਈ ਭਾਗਵੰਤੀ ਨੇ ਉਸ ਵੱਲ ਝਾਕ ਕੇ ਆਖਿਆ, ਦੇਖ ਲੈ ਬੇਬੇ, ਇਹੋ ਜਿਹੇ ਵੀ ਪਿਓ ਹੁੰਦੇ ਨੇ। ਮੁੜ ਕੇ ਸਾਰ ਹੀ ਨਹੀਂ ਲਈ, ਇੰਨੇ ਵਰ੍ਹੇ ਹੋ ਗਏ। ਉਹ ਡਾਕਟਰ ਅਮਰ ਦੀ ਗੱਲ ਕਰ ਰਹੀ ਸੀ। ਸਭ ਕਰਮਾਂ ਦੀਆਂ ਗੱਲਾਂ ਨੇ ਬੇਬੇ ਭਾਗਵੰਤੀ, ਨਹੀਂ ਧੀਆਂ ਦੇ ਪਿਓ ਤਾਂ ਵੰਡੇ ਗਏ ਰਾਤ ਨਹੀਂ ਕੱਟਦੇ ਕਿਤੇ। ਬੇਜੀ ਨੇ ਹੌਕਾ ਭਰ ਕੇ ਆਖਿਆ। ਤੇਰੇ ਪਾਪੇ ਨੇ ਵਿਆਹ ਤਾਂ ਕਰ ਲਿਆ ਹੋਊ ਹੋਰ ਉੱਥੇ ਜਾ ਕੇ? ਤਾਈ ਨੇ ਸਿਮਰਨ ਨੂੰ ਪੁੱਛਿਆ। ਪਤਾ ਨਹੀਂ, ਸਿਮਰਨ ਨੇ ਆਖਿਆ। ਭਾਵੇਂ ਉਹਨੂੰ ਪਤਾ ਸੀ ਕਿ ਉਹਦੇ ਪਾਪਾ ਨੇ ਬੰਗਾਲ ਜਾ ਕੇ ਬੰਗਾਲੀ ਔਰਤ ਨਾਲ ਵਿਆਹ ਕੀਤਾ ਹੋਇਆ ਸੀ ਅਤੇ ਉਹਦੇ 2 ਬੱਚੇ ਵੀ ਸਨ। ਕੁਛ ਵੀ ਹੋਵੇ, ਸਾਡੀ ਸੋਨੇ ਵਰਗੀ ਕੁੜੀ ਭੰਗ ਦੇ ਭਾਣੇ ਤੋਰਤੀ, ਨਿੱਜ ਹੋਏ ਨੇ। ਤਾਈ ਭਾਗਵੰਤੀ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ। ਮੰਮੀ ਦੇ ਤਾਂ ਦਿਮਾਗ ਦੀ ਨਾੜੀ ਫਟ ਗਈ ਸੀ ਤਾਈ ਜੀ। ਹੋਇਆ ਭਾਵੇਂ ਕੁਛ ਵੀ ਹੋਵੇ, ਇਸ ਉਮਰੇ ਕੋਈ ਕੁੜੀ ਆਪਣੀ ਮੌਤ ਨਾਲ ਨਹੀਂ ਮਰਦੀ ਹੁੰਦੀ, ਤਾਈ ਭਾਗਵੰਤੀ ਨੇ ਪੱਕੇ ਵਿਸ਼ਵਾਸ ਨਾਲ ਆਖਿਆ। ਫਿਰ ਬੋਲੀ, ਮੈਂ ਤਾਂ ਪਹਿਲਾਂ ਹੀ ਬੇਬੇ ਨੂੰ ਆਖਦੀ ਹੁੰਦੀ ਸੀ, ਭੈਣੇ ਇਸ ਕੁੜੀ ਨੂੰ ਨਜ਼ਰ ਤੋਂ ਬਚਾਈ। ਉਹੀ ਗੱਲ ਹੋਈ, ਚੰਦਰੀ ਸਭ ਕੁਛ ਪਛਾੜੀ ਸੁੱਟ ਕੇ ਜਾਂਦੇ ਰਾਹੀਆਂ ਨਾਲ ਰਲ ਗਈ। ਤਾਈ ਭਾਗਵੰਤੀ ਆਪ ਮੁਹਾਰੀ ਗੱਲਾਂ ਕਰੀ ਜਾ ਰਹੀ ਸੀ। ਕੁਲਦੀਪ ਸਿੰਘ ਆ ਜਾਊਗਾ ਨਾ ਭਲਕੇ? ਤਾਈ ਨੇ ਫਿਰ ਆਪਣੇ ਪੋਤਰੇ ਬਾਰੇ ਚਿੰਤਾਤੁਰ ਹੋ ਕੇ ਪੁੱਛਿਆ। ਆਹੋ, ਕਿਉਂ ਨਹੀਂ, ਬੇਜੀ ਨੇ ਆਖਿਆ। ਕਹਿੰਦੇ ਨੇ ਜਿਹਨੂੰ ਫੜ ਕੇ ਲੈ ਜਾਂਦੇ ਨੇ ਬੜਾ ਹੀ ਕੁੱਟਦੇ ਨੇ। ਮੇਰੇ ਫੁੱਲ ਵਰਗੇ ਜਵਾਨ ਤੋਂ ਕੀ ਮਾਰ ਸਹਿ ਹੋਣੀ। ਚੰਦਰੇ ਨੂੰ ਖਬਰ ਨਹੀਂ ਰੋਟੀ ਦਾ ਭੋਰਾ ਵੀ ਮਿਲਿਆ ਕਿ ਨਹੀਂ। ਤਾਈ ਭਾਗਵੰਤੀ ਨੂੰ ਮੁੜ ਆਪਣਾ ਪੋਤਰਾ ਯਾਦ ਆ ਰਿਹਾ ਸੀ। ਉਹ ਕਿਹੜਾ ਕੋਈ ਚੋਰ ਡਾਕੂ ਹੈ ਵੀ ਮਾਰਨਗੇ? ਨਾਲੇ ਭਲਕੇ ਕੁਲਦੀਪ ਆ ਜਾਊ, ਕਰ ਲੂ ਪਤਾ, ਬੇਜੀ ਨੇ ਦਿਲਾਸਾ ਦੇਣ ਵਾਂਗ ਆਖਿਆ। ਚੋਰ ਡਾਕੂ ਤਾਂ ਸਰਕਾਰ ਆਪ ਬਣਾਉਂਦੀ ਹੈ। ਆਪਣੇ ਪਿੰਡੋਂ ਸੰਤੇ ਨਾਈ ਦਾ ਮੁੰਡਾ 14 ਜਮਾਤਾਂ ਪੜ੍ਹ ਕੇ ਕਿੰਨਾ ਚਿਰ ਨੌਕਰੀ ਲਈ ਜਣੇ ਖਣੇ ਦੀਆਂ ਮਿੰਨਤਾਂ ਕਰਦਾ ਰਿਹਾ। ਕਿਤੇ ਹੱਥ ਨਾ ਪੈਂਦਾ ਦੇਖ ਪਿਓ ਨੇ ਇੱਕ ਦਿਨ ਆਖਿਆ ਵੀ
ਨਾਈਆਂ ਵਾਲਾ ਹੀ ਕੰਮ ਕਰ ਫਿਰ। ਮੁੰਡਾ ਟੋਬੇ 'ਚ ਡੁੱਬ ਕੇ ਮਰ ਗਿਆ। ਪਿਓ ਹੁਣ ਕਮਲਾ ਹੋਇਆ ਫਿਰਦਾ। ਤੈਨੂੰ ਬੇਬੇ ਪਿੰਡ ਗਈ ਨੂੰ ਕਿੰਨਾ ਕੁ ਚਿਰ ਹੋ ਗਿਆ? ਬੇਜੀ ਨੇ ਤਾਈ ਨੂੰ ਪੁੱਛਿਆ। ਸੁਪਨਿਆਂ 'ਚ ਤਾਂ ਜਾਣੀ ਹਰ ਰੋਜ਼ ਹੀ ਉੱਥੇ ਤੁਰੀ ਫਿਰਦੀ ਰਹਿੰਦੀ ਆ। ਹੁਣ ਤਾਂ ਉਹ ਪੁਰਾਣਾ ਪਿੰਡ ਹੀ ਨਹੀਂ ਰਹਿ ਗਿਆ। ਸਾਰੀ ਉਮਰ 'ਚ ਕਦੇ ਉਸ ਪਿੰਡ 'ਚ ਪੁਲਿਸ ਨਹੀਂ ਸੀ ਆਈ, ਕਦੇ ਡੰਗਰਾਂ ਦੀ ਬਿਮਾਰੀ ਨਹੀਂ ਸੀ ਪਈ, ਕਦੇ ਕੋਈ ਸਾਧ ਫਕੀਰ ਭੁੱਖਾ ਨਹੀਂ ਸੀ ਗਿਆ, ਕਦੇ ਕਿਸੇ ਨੇ ਦੁੱਧ ਤੇ ਪੁੱਤ ਨਹੀਂ ਸੀ ਵੇਚਿਆ। ਪਰ ਹੁਣ ਤਾਂ ਸਭ ਕੁਝ ਹੋਣ ਲੱਗ ਪਿਆ। ਹਰੀਏ ਕੇ ਬਚਨੇ ਦੀ ਬਹੂ ਜਲ ਕੇ ਮਰ ਗਈ। ਮੱਲ ਸਿਉਂ ਦੀ ਭੈਣ ਖਮਾਣੋਂ ਵਾਲਿਆਂ ਨੇ ਛੱਡਤੀ। ਜਦੋਂ ਦਾ ਬਾਬਾ ਗਿਆਨਦਾਸ ਮਰਿਆ ਹੈ, ਉਹਦਾ ਡੇਰਾ ਸੁੰਨਾ ਪਿਆ ਹੈ। ਦੁੱਧ ਤੀਵੀਆਂ ਡੈਰੀ 'ਚ ਪਾਉਣ ਲੱਗ ਪਈਆਂ ਨੇ ਤੇ ਲਾਗੀ ਤੱਥੀ ਲੱਸੀ ਦੀ ਘੁੱਟ ਨੂੰ ਤਰਸਦੇ ਰਹਿੰਦੇ ਨੇ। ਪਿੰਡ ਉੱਤੇ ਜਿਵੇਂ ਉਹ ਪਹਿਲਾਂ ਵਾਲਾ ਭਾਗ ਹੀ ਨਹੀਂ ਰਿਹਾ। ਸ਼ਹੀਦਾਂ ਦੀ ਮੱਟੀ ਕੋਲ ਕੀਲੇ ਗੱਡ ਕੇ ਅਗਲਿਆਂ ਨੇ ਡੰਗਰ ਬੰਨੇ ਹੋਏ ਸੀ। ਹੁਣ ਤਾਂ ਸ਼ਹੀਦਾਂ ਵਿਚਾਰਿਆਂ ਵਿੱਚ ਵੀ ਜਿਵੇਂ ਕੋਈ ਬਲ ਨਹੀਂ ਰਿਹਾ। ਤਾਈ ਭਾਗਵੰਤੀ ਕਿੰਨਾ ਹੀ ਕੁਝ ਪਿੰਡ ਬਾਰੇ ਦੱਸ ਰਹੀ ਸੀ। ਖਾਣਾ ਲਾ ਦੂੰ ਜੀ? ਗਿੰਦਾ ਰਾਮ ਨੇ ਰਸੋਈ ਵਿੱਚ ਆ ਕੇ ਪੁੱਛਿਆ। ਤੂੰ ਹੱਥ ਮੂੰਹ ਧੋਣਾ ਹੈ ਤਾਂ ਧੋ ਲੈ ਬੇਬੇ, ਗੁਸਲਖਾਨੇ 'ਚ ਜਾ ਕੇ, ਬੇਜੀ ਨੇ ਤਾਈ ਨੂੰ ਆਖਿਆ। ਲਿਆ ਹੱਥ ਧੋ ਲੈਂਦੀ ਆ। ਹੱਥ ਮੂੰਹ ਕਾਹਦਾ ਧੋਣਾ? ਜਿੱਦਣ ਦੇ ਇਸ ਬਿਪਤਾ ਨੂੰ ਫੜਿਆ ਜਾਣੀ ਆਸਾਨ ਮਰੇ ਪਏ ਨੇ, ਤਾਈ ਨੇ ਉੱਠ ਕੇ ਗੁਸਲਖਾਨੇ ਵੱਲ ਜਾਂਦੀ ਨੇ ਆਖਿਆ। ਰੋਟੀ ਖਾ ਕੇ ਤਾਈ ਬੇਜੀ ਦੇ ਕੋਲ ਹੀ ਕਮਰੇ 'ਚ ਪੈ ਗਈ। ਅੱਧੀ ਕੁ ਰਾਤ ਉੱਠ ਕੇ ਮੂੰਹ ਧੋ ਕੇ ਕੁਰਲੀ ਕਰਕੇ ਮਾਲਾ ਫੇਰਨ ਬੈਠ ਗਈ। 3 ਵਜੇ ਬੇਜੀ ਜਦੋਂ ਪਾਠ ਕਰਨ ਉੱਠੇ ਤਾਂ ਤਾਈ ਬੋਲੀ, ਮੈਂ ਕਿਹਾ ਸਿਮਰਨ ਲਈ ਕੋਈ ਮੁੰਡਾ ਦੇਖਿਆ? ਕਹਿੰਦੀ ਹੈ ਜੇ ਹੋਰ ਪੜ੍ਹਨਾ। ਬੇਜੀ ਨੇ ਦੱਸਿਆ। ਮੁੰਡਾ ਕਿਸੇ ਘਰਾਣੇ ਘਰ ਦਾ ਦੇਖੀ। ਧੀ ਤਾਂ ਤੇਰੀ ਇਹ ਵੀ ਐਵੇਂ ਕਿਵੇਂ ਨਹੀਂ ਰੁਮਾਲਾਂ 'ਚ ਵਲੇਟ ਕੇ ਰੱਖਣ ਵਾਲੀ ਹੈ। ਦੇਖੀ ਕਿਤੇ ਕਿਸੇ ਦੀ ਨਿਰੀ ਸ਼ਕਲ ਦੇਖ ਕੇ ਡੁੱਲ ਜੇ, ਜਾਂ ਨਿਰਾ ਪੈਸਾ ਦੇਖ ਕੇ ਸਾਖ ਕਰ ਦਵੇਂ। ਉਹ ਨਾ ਹੋਵੇ ਅਖੇ ਬੇਕਦਰਾਂ ਨਾਲ ਦੋਸਤੀ ਤੈਂ ਕਿਉਂ ਲਾਈ ਹੰਸ। ਤੇਰਾ ਸੂਏ ਮਾਸ ਪਰੋਲਿਆ, ਤੇਰੇ ਬੀਹੇ ਰੁਲਦੇ ਪੰਖ। ਤਾਈ ਭਾਗਵੰਤੀ ਆਖ ਰਹੀ ਸੀ। ਬੇਜੀ ਨੇ ਕੋਈ ਉੱਤਰ ਨਾ ਦਿੱਤਾ। ਪਤਾ ਨਹੀਂ ਕਿਹੜੀਆਂ ਸੋਚਾਂ 'ਚ ਗੁੰਮ ਗਵਾਚ ਗਏ ਸਨ। ਦੁੱਖ ਨਿਵਾਰਨ ਗੁਰਦੁਆਰੇ ਤੋਂ ਪਾਠ ਦੀ ਆਵਾਜ਼ ਆ ਰਹੀ ਸੀ। ਤਾਈ ਭਾਗਵੰਤੀ ਗੁਰਦੁਆਰੇ ਵੱਲ ਮੂੰਹ ਕਰਕੇ ਅੱਖਾਂ ਮੀਟ ਕੇ ਹੱਥ ਜੋੜ ਕੇ ਅਰਦਾਸ ਕਰ ਰਹੀ ਸੀ। ਮੰਨਤਾਂ ਮੰਨ ਰਹੀ ਸੀ, ਮਿੰਨਤਾਂ ਤਰਲੇ ਕਰ ਰਹੀ ਸੀ ਕਿ ਭਲਕੇ ਉਹਦੇ ਪੋਤੇ ਦਾ ਜ਼ਰੂਰ ਪਤਾ ਲੱਗ ਜਾਏ। ਅੰਗ 7ਵਾਂ। ਦੁਪਹਿਰ ਵੇਲੇ ਹਮੇਸ਼ਾ ਵਾਂਗ 11 ਵਜੇ ਸਿਮਰਨ ਲਾਇਬ੍ਰੇਰੀ ਵਿੱਚ ਉੱਠੀ ਤੇ ਹੌਲੀ ਹੌਲੀ ਤੁਰਦੀ ਕਾਫੀ ਹਾਊਸ 'ਚ ਆ ਕੇ ਬੈਠ ਗਈ। ਬਹਿਰਾ ਪਾਣੀ ਰੱਖਿਆ। ਉਹਨੂੰ ਪਤਾ ਸੀ ਮੈਡਮ ਸੌਂਦੀ ਦੇ ਆਉਣ ਉੱਪਰ ਹੀ ਸਿਮਰਨ ਚਾਹ ਕੌਫੀ ਦਾ ਆਰਡਰ ਦੇਗੀ। ਪੰਛੀਆਂ ਵਰਗੇ ਮੁੰਡੇ ਕੁੜੀਆਂ ਕਾਫੀ ਹਾਊਸ ਦੇ ਟੇਬਲਾਂ ਦੁਆਲੇ ਬੈਠੇ ਚਾਹ ਕੌਫੀ ਪੀ ਕੇ ਚਹਿ ਰਹੇ ਸਨ। ਅਜੇ ਜ਼ਿੰਦਗੀ ਇਹਨਾਂ ਲਈ ਕਿੰਨੀ ਸਹਿਜ ਤੇ ਸਰਲ ਸੀ। ਤੇ ਫਿਰ ਇੱਕ ਦਿਨ ਇਹ ਸਭ ਇੱਥੋਂ ਉੱਡ ਜਾਣਗੇ। ਉੱਡਦੇ ਉੱਡਦੇ ਕਈ ਤਾਂ ਦੇਸ ਪਰਦੇਸ ਲੰਘ ਜਾਣਗੇ, ਕਈ ਥੱਕ ਹਾਰ ਕੇ ਰਾਹ ਵਿੱਚ ਹੀ ਰਹਿ ਜਾਣਗੇ। ਕਦੇ ਕਦੇ ਕੋਈ ਪਿਛਾਂ ਵੀ ਪਰਤੇਗਾ। ਇੱਥੇ ਕਿਸੇ ਖਾਲੀ ਮੇਜ਼ ਦੁਆਲੇ ਬੈਠ ਕੇ ਕੌਫੀ ਪੀਂਦਾ ਵਰਤਮਾਨ ਤੇ ਭੂਤ ਵਿਚਕਾਰ ਡੋਲਦਾ ਪਰਤ ਜਾਏਗਾ। ਸਿਮਰਨ, ਮੈਡਮ ਸੌਂਦੀ ਨੇ ਉਹਦੇ ਕੋਲ ਆ ਕੇ ਉਹਨੂੰ ਬੇਧਿਆਨੀ ਦੇਖ ਜਿਵੇਂ ਆਵਾਜ਼ ਦਿੱਤੀ। ਆਓ ਬੈਠੋ, ਸਿਮਰਨ ਨੇ ਖੜੀ ਹੁੰਦੀ ਨੇ ਆਖਿਆ। ਮੈਂ ਵੀ ਆ ਜਾਵਾਂ? ਪਰਾਂ ਤੋਂ ਤੁਰੇ ਆਉਂਦੇ ਬਲਦੇਵ ਨੇ ਹੱਸ ਕੇ ਪੁੱਛਿਆ। ਆ ਜਾ। ਬਲਦੇਵ ਨੂੰ ਦੇਖ ਕੇ ਹੈਰਾਨੀ ਲੱਗਦੀ ਹੈ ਕਿ ਅਜੇ ਵੀ ਹੱਸ ਸਕਦਾ, ਮੈਡਮ ਸੌਂਦੀ ਨੇ ਆਖਿਆ। ਮੈਂ ਕਿਧਰੇ ਪੜ੍ਹਿਆ ਸੀ ਕਿ ਦੂਜੇ ਵਿਸ਼ਵ ਯੁੱਧ ਵੇਲੇ ਵਰਜੀਨੀਆ ਵੁਲਫ ਇੰਨੀ ਡਿਸਟਰਬ ਹੋ ਗਈ ਸੀ ਕਿ ਉਹ ਸਮੁੰਦਰ ਵਿੱਚ ਡੁੱਬ ਕੇ ਮਰ ਗਈ ਸੀ। ਉਦੋਂ ਲੱਗਦਾ ਸੀ ਯੁੱਧ ਤਾਂ ਸਭ ਲਈ ਸੀ, ਫਿਰ ਵਰਜੀਨੀਆ ਕਿਉਂ ਡੁੱਬ ਗਈ? ਪਰ ਹੁਣ ਸਮਝ ਲੱਗਦੀ ਹੈ, ਸਿਮਰਨ ਨੇ ਆਖਿਆ। ਅੱਜ ਤਾਂ ਮਾੜੀ ਖਬਰ ਹੈ, ਸ਼ਹਿਰ ਗੋਲੀ ਚੱਲ ਗਈ ਹੈ ਤੇ ਕਿਸੇ SSP ਦਾ ਮੈਡੀਕਲ 'ਚ ਪੜ੍ਹਦਾ ਮੁੰਡਾ ਮਾਰ ਦਿੱਤਾ ਗਿਆ ਹੈ, ਬਲਦੇਵ ਨੇ ਤੌਖਲੇ ਨਾਲ ਦੱਸਿਆ। ਬਹੁਤ ਗਲਤ ਹੋ ਰਿਹਾ, ਮੈਡਮ ਸੌਂਦੀ ਬੋਲੀ। ਮੈਨੂੰ ਤਾਂ ਲੱਗਦਾ ਸਭ ਕੁਝ ਛਡਾ ਕੇ ਇਸ ਕੁੱਤੇ ਮੁਲਕ ਤੋਂ ਕਿਤੇ ਬਾਹਰ ਚਲੇ ਜਾਣਾ ਚਾਹੀਦਾ ਹੈ, ਬਲਦੇਵ ਆਖਣ ਲੱਗਿਆ। ਪਰ ਬਲਦੇਵ, ਸਾਰੇ ਲੋਕ ਤਾਂ ਇਉਂ ਨਹੀਂ ਕਰ ਸਕਦੇ। ਬਾਕੀਆਂ ਨੂੰ ਤਾਂ ਇਹ ਰਾਵਣੀ ਰਾਜ ਭੁਗਤਣਾ ਹੀ ਪੈਣਾ, ਮੈਡਮ ਬੋਲੀ। ਰਾਵਣੀ ਰਾਜ? ਹਾਂ, ਰਾਵਣੀ ਰਾਜ। ਹਜ਼ਾਰਾਂ ਵਰ੍ਹਿਆਂ ਦੇ ਗਿਆਨ ਧਿਆਨ ਦੇ ਮਗਰੋਂ ਹੀ ਸਾਡੇ ਪੁਰਖਿਆਂ ਨੇ ਤੱਤ ਕੱਢਿਆ ਸੀ ਕਿ ਰਾਜਾ ਰਿਸ਼ੀ ਦੇ ਪੈਰ ਛੂਹੇਗਾ। ਮਤਲਬ ਸੀ ਕਿ ਸਪਿਰਿਚੁਅਲ ਪਾਵਰ ਪੋਲੀਟੀਕਲ ਪਾਵਰ ਉੱਪਰ ਨਿਯੰਤਰਣ ਰੱਖੇਗੀ। ਪਰ ਰਾਵਣ ਕਿਉਂਕਿ ਬ੍ਰਾਹਮਣ ਰਾਜਾ ਸੀ, ਜਿਸ ਕਰਕੇ ਇਸ ਨਿਯੰਤਰਣ ਤੋਂ ਬਰੀ ਹੋ ਗਿਆ ਤੇ ਹਸ਼ਰ ਸਾਡੇ ਸਾਹਮਣੇ ਹੈ, ਮੈਡਮ ਨੇ ਦੱਸਿਆ। ਮੈਡਮ ਜੀ, ਜਿਹੋ ਜਿਹੀਆਂ ਗੱਲਾਂ ਤੁਸੀਂ ਦੱਸਦੇ ਹੋ ਅਜਿਹੀਆਂ ਕਿਤਾਬਾਂ 'ਚ ਤਾਂ ਕਿਧਰੇ ਨਹੀਂ ਮਿਲਦੀਆਂ, ਬਲਦੇਵ ਬੋਲਿਆ। ਜਿਹੜੀਆਂ ਕਿਤਾਬਾਂ ਵਿੱਚੋਂ ਕੁਝ ਮਿਲ ਸਕਦਾ, ਮੇਰਾ ਮਤਲਬ ਹੈ ਵੇਦ ਉਪਨਿਸ਼ਦ, ਉਹ ਸਭ ਸੰਸਕ੍ਰਿਤ ਸਨ।
ਉਹ ਅਸੀਂ ਪੜ੍ਹ ਹੀ ਨਹੀਂ ਸਕਦੇ। ਮੈਡਮ ਬੋਲੀ, ਜੇ ਵੇਦ ਉਪਨਿਸ਼ਦ ਮਤਲਬ ਹੈ ਜ਼ਰੂਰੀ ਕਿਤਾਬਾਂ ਅਸੀਂ ਪੜ੍ਹ ਹੀ ਨਹੀਂ ਸਕਦੇ, ਫਿਰ ਇੰਨੇ ਵਾਰੀ ਅਸੀਂ ਕਾਹਦੇ ਲਈ ਗਾਲ ਦਿੰਦੇ ਹਾਂ? ਬਲਦੇਵ ਨੇ ਪੁੱਛਿਆ। ਬਸ ਗਾਲ ਹੀ ਦਿੰਦੇ ਹਾਂ, ਸਾਡੀ ਸਾਰੀ ਪੜ੍ਹਾਈ ਲਿਖਾਈ ਕੁਝ ਜਾਣਕਾਰੀ ਤੋਂ ਅੱਗੇ ਨਹੀਂ ਜਾਂਦੀ, ਮੈਡਮ ਨੇ ਸਮਝਾਇਆ। ਅੱਜ ਮੈਂ ਕੁਝ ਜਲਦੀ ਘਰ ਜਾਣਾ ਹੈ, ਮਾਮਾ ਜੀ ਦਿੱਲੀ ਤੋਂ ਆ ਰਹੇ ਨੇ। ਕੌਫੀ ਖ਼ਤਮ ਕਰਦਿਆਂ ਸਿਮਰਨ ਨੇ ਦੱਸਿਆ। ਮਾਮਾ ਜੀ ਫੇਰ ਕਿਧਰੇ ਕੋਈ ਲੜਕਾ ਲੱਭ ਕੇ ਦੱਸਣ ਤਾਂ ਨਹੀਂ ਆ ਰਹੇ? ਮੈਡਮ ਨੇ ਮਜ਼ਾਕ ਕੀਤਾ। ਲੜਕਾ ਤਾਂ ਉਹਨਾਂ ਨੇ ਹਰ ਵਾਰੀ ਕੋਈ ਨਾ ਕੋਈ ਲੱਭਿਆ ਹੁੰਦਾ ਹੈ। ਪਿਛਲੀ ਵਾਰੀ ਨਾਲਾਗੜ੍ਹ ਦੀ ਰਿਆਸਤ ਦੀ ਕਿਸੇ ਰਾਇਲ ਫੈਮਿਲੀ ਵਿੱਚੋਂ ਦੱਸਦੇ ਸੀ, ਸਿਮਰਨ ਨੇ ਸਹਿਜ ਭਾਅ ਨਾਲ ਦੱਸਿਆ। ਰਾਇਲ ਫੈਮਿਲੀ ਦੇ ਲੋਕ ਤਾਂ ਮੋਸਟ ਰੋਟਨ ਹੁੰਦੇ ਨੇ, ਬਲਦੇਵ ਨੇ ਖਿਝ ਦਬਾਉਂਦਿਆਂ ਆਖਿਆ। ਤੂੰ ਫਿਰ ਕੀ ਆਖਿਆ? ਮੈਡਮ ਨੇ ਪੁੱਛਿਆ। ਮੈਂ ਕੁਝ ਨਹੀਂ ਆਖਿਆ। ਹੁਣ ਤਾਂ ਮੈਡਮ ਜੀ ਜਿਵੇਂ ਕਿਸੇ ਵੀ ਗੱਲ ਦਾ ਕੋਈ ਮਤਲਬ ਨਹੀਂ ਲੱਗਦਾ। ਸਾਡੀ ਤਕਦੀਰ ਹੁਣ ਸਾਡੀ ਰਹਿ ਹੀ ਨਹੀਂ ਗਈ। ਸਮਾਜ ਨਾਲ, ਦੇਸ਼ ਨਾਲ, ਇੱਥੋਂ ਤੱਕ ਕਿ ਸਾਰੀ ਦੁਨੀਆ ਦੀ ਤਕਦੀਰ ਨਾਲ ਜੁੜੀ ਹੋਈ ਹੈ। ਸਾਰਤਰ ਨੇ ਠੀਕ ਹੀ ਤਾਂ ਆਖਿਆ ਕਿ ਜਦੋਂ ਤੱਕ ਦੁਨੀਆ 'ਚ ਇੱਕ ਵੀ ਬੰਦਾ ਭੁੱਖਾ ਜਾਂ ਅਨਪੜ੍ਹ ਹੈ, ਤੁਹਾਡਾ ਸੁੱਖ ਤੇ ਸ਼ਾਂਤੀ ਤਾਂ ਖਤਰੇ ਵਿੱਚ ਹਨ। ਗਾਂਧੀ ਜੀ ਦੀ ਇਸ ਸੋਚ ਦੇ ਪਿੱਛੇ ਸਾਰਾ ਭਾਰਤੀ ਚਿੰਤਨ ਹੈ ਕਿ ਇਸੇ ਬੁਨਿਆਦੀ ਸਾਂਝ ਨੂੰ ਸਮਝਣ ਲਈ ਉਹ ਦਾਲਕ ਰਿਸ਼ੀ ਸਵੇਤਕੇਤੂ ਨੂੰ ਆਖਦਾ ਕਿ ਮਿੱਟੀ ਦੀ ਇੱਕ ਚੀਜ਼ ਤੋਂ ਮਿੱਟੀ ਦੀਆਂ ਸਾਰੀਆਂ ਚੀਜ਼ਾਂ ਬਾਰੇ ਜਾਣਿਆ ਜਾ ਸਕਦਾ ਹੈ। ਮੈਡਮ ਜੀ, ਮੈਡਮ ਟਿਵਾਣਾ ਨੇ ਇੱਕ ਵਾਰੀ ਕਿਧਰੇ ਲਿਖਿਆ ਸੀ ਕਿ ਜਦੋਂ ਕੋਈ ਮਰਦਾ ਹੈ ਤਾਂ ਉਸ ਮਰਨ ਵਾਲੇ ਦੇ ਨਾਲ ਜਿੰਨਾ ਜਿੰਨਾ ਕਿਸੇ ਦਾ ਰਿਸ਼ਤਾ ਹੁੰਦਾ ਹੈ, ਉਹਨਾਂ ਉਹ ਵੀ ਮਰਦਾ ਹੈ, ਉਹਨਾਂ ਉਹ ਵੀ ਸਿਵੇ 'ਚ ਬਲਦਾ ਹੈ। ਕੀ ਇਸ ਗੱਲ ਦਾ ਵੀ ਇਹ ਮਤਲਬ ਹੈ? ਬਲਦੇਵ ਨੇ ਦੂਰੋਂ ਲੰਘੀ ਜਾਂਦੀ ਮੈਡਮ ਟਿਵਾਣਾ ਨੂੰ ਦੇਖ ਕੇ ਮੈਡਮ ਸੌਂਦੀ ਨੂੰ ਪੁੱਛਿਆ। ਨਹੀਂ, ਮੈਡਮ ਟਿਵਾਣਾ ਸਿਰਫ ਦੁੱਖ ਦੀ ਗੱਲ ਕਰ ਰਹੀ ਹੈ, ਪਰ ਉਪਨਿਸ਼ਦ ਮੌਤ ਨੂੰ ਜ਼ਿੰਦਗੀ ਦਾ ਅੰਤ ਨਹੀਂ ਮੰਨਦੇ। ਉਹ ਤਾਂ ਆਖਦੇ ਹਨ ਕਿਉਂਕਿ ਆਤਮਾ ਮਰਦੀ ਨਹੀਂ, ਫਿਰ ਆਪਣੇ ਕਰਮਾਂ ਅਨੁਸਾਰ ਜਨਮ ਧਾਰਦੀ ਹੈ। ਫਿਰ ਮੈਡਮ ਜੀ, ਆਤਮਾ ਕੀ ਹੈ? ਇਹੀ ਸਵਾਲ ਉਪਨਿਸ਼ਦਾਂ ਵਿੱਚ ਸ਼ਿਸ਼ ਗੁਰੂ ਨੂੰ ਪੁੱਛਦਾ ਹੈ। ਗੁਰੂ ਉਹਨੂੰ ਨਾਰੀਅਲ ਲੈ ਕੇ ਆਉਣ ਲਈ ਆਖਦਾ ਹੈ। ਜਦੋਂ ਨਾਰੀਅਲ ਲੈ ਆਉਂਦਾ ਹੈ ਤਾਂ ਗੁਰੂ ਆਖਦਾ ਇਹਨੂੰ ਤੋੜ। ਸ਼ਿਸ਼ ਤੋੜਦਾ ਹੈ ਤੇ ਗੁਰੂ ਪੁੱਛਦਾ ਵਿੱਚੋਂ ਕੀ ਨਿਕਲਿਆ? ਖੋਪੇ ਦਾ ਗੁੱਟ। ਸ਼ਿਸ਼ ਦੱਸਦਾ ਹੈ ਗੁੱਟ ਨੂੰ ਵੀ ਤੋੜ ਤੇ ਦੱਸ ਵਿੱਚੋਂ ਕੀ ਨਿਕਲਿਆ। ਸ਼ਿਸ਼ ਗੁੱਟ ਨੂੰ ਵੀ ਤੋੜਦਾ, ਦੱਸਦਾ ਵਿੱਚੋਂ ਬੀਜ ਨਿਕਲਿਆ। ਬੀਜ ਨੂੰ ਵੀ ਤੋੜ, ਗੁਰੂ ਆਖਦਾ ਸ਼ਿਸ਼ ਬੀਜ ਤੋੜਦਾ, ਵਿੱਚੋਂ ਕੀ ਨਿਕਲਿਆ? ਗੁਰੂ ਪੁੱਛਦਾ ਕੁਝ ਵੀ ਨਹੀਂ। ਸ਼ਿਸ਼ ਦੱਸਦਾ ਹੈ। ਗੁਰੂ ਆਖਦਾ ਕਿ ਜੋ ਕੁਛ ਵੀ ਨਹੀਂ, ਇਹੀ ਆਤਮਾ ਹੈ। ਕਿਉਂਕਿ ਬੀਜ ਨੂੰ ਜਦੋਂ ਧਰਤੀ 'ਚ ਬੀਜੀਦਾ ਹੈ ਤਾਂ ਬੀਜ ਤਾਂ ਧਰਤੀ ਵਿੱਚ ਰਲ ਜਾਂਦਾ ਹੈ। ਇਸ ਕੁਛ ਨਹੀਂ ਵਿੱਚੋਂ ਹੀ ਬੂਟਾ ਫੁੱਟਦਾ ਹੈ। ਇਸ ਤਰ੍ਹਾਂ ਇੱਕ ਦੇਹ ਦੇ ਛਿੱਜ ਜਾਣ ਮਗਰੋਂ ਇਹੀ ਆਤਮਾ ਦੂਜੇ ਸਰੀਰ ਨੂੰ ਧਾਰਨ ਕਰਦੀ ਹੈ ਤੇ ਇਉਂ ਜਨਮਾਂ ਜਨਮਾਂਤਰਾਂ ਦਾ ਸਿਲਸਿਲਾ ਤੁਰਦਾ ਰਹਿੰਦਾ ਹੈ। ਫਿਰ ਤਾਂ ਹੋ ਸਕਦਾ ਆਪਾਂ ਸਾਰੇ ਪਿਛਲੇ ਕਿਸੇ ਜਨਮ ਵਿੱਚ ਹੀ ਕਿਧਰੇ ਇਕੱਠੇ ਹੋਈਏ, ਬਲਦੇਵ ਨੇ ਹੱਸ ਕੇ ਆਖਿਆ। ਹੋ ਸਕਦਾ। ਜਦੋਂ ਸਿਮਰਨ ਨੇ ਆਖਿਆ ਤਾਂ ਬਲਦੇਵ ਜਿਵੇਂ ਖੁਸ਼ ਹੋ ਗਿਆ ਤੇ ਆਖਣ ਲੱਗਾ, ਮੈਂ ਤਾਂ ਜਿਵੇਂ ਸਿਮਰਨ ਨੂੰ ਲੱਭਦਾ ਹੀ ਇਹਦੇ ਮਗਰ ਮਗਰ ਆ ਗਿਆ, ਤੇ ਸਿਮਰਨ ਤਾਂ ਜਿਵੇਂ ਅਜੇ ਆਪਣੇ ਆਪ ਨੂੰ ਹੀ ਲੱਭਦੀ ਫਿਰ ਰਹੀ ਹੈ ਨਾ ਸਿਮਰਨ? ਮੈਡਮ ਸੌਂਦੀ ਨੇ ਜਦੋਂ ਆਖਿਆ, ਸਿਮਰਨ ਜਿਵੇਂ ਚੌਂਕ ਜੀ ਪਈ। ਘੜੀ ਦੇਖ ਕੇ ਆਖਣ ਲੱਗੀ, ਮੈਂ ਤੇ ਅੱਜ ਜਲਦੀ ਘਰ ਜਾਣਾ। ਹੋ ਸਕਦਾ ਇਸ ਵਾਰੀ ਸਿਮਰਨ ਦੇ ਮਾਮਾ ਜੀ ਸੀਰੀਅਸਲੀ ਕਿਸੇ ਲੜਕੇ ਦੀ ਗੱਲ ਕਰਨ ਆ ਰਹੇ ਹੋਣ। ਬਲਦੇਵ ਨੇ ਪਤਾ ਨਹੀਂ ਕੀ ਸੋਚ ਕੇ ਆਖਿਆ, ਤੂੰ ਸਿਮਰਨ ਆਪਣੇ ਮਾਮਾ ਜੀ ਨੂੰ ਆਪਣਾ ਕੋਈ ਫੈਸਲਾ ਦੱਸਦੀ ਕਿਉਂ ਨਹੀਂ? ਤੂੰ ਐਡੀ ਕਾਇਰ ਕਿਉਂ ਹੈ? ਮੈਡਮ ਸੌਂਦੀ ਬੋਲੀ। ਮੈਡਮ ਠੀਕ ਆਖਦੇ ਨੇ, ਸਿਮਰਨ ਨਹੀਂ ਤਾਂ ਮਾਮਾ ਜੀ ਆਪੇ ਕੋਈ ਬੰਦਾ ਲੱਭ ਕੇ ਤੇਰਾ ਵਿਆਹ ਕਰ ਦੇਣਗੇ, ਤੇ ਤੂੰ ਅਜਿਹੇ ਬੰਦੇ ਨਾਲ ਕਿਵੇਂ ਰਹਿ ਸਕੇਂਗੀ ਜਿਹਨੂੰ ਜਾਣਦੀ ਤੱਕ ਨਾ ਹੋਵੇ? ਬਲਦੇਵ ਆਖ ਰਿਹਾ ਸੀ। ਅਸੀਂ ਹਿੰਦੁਸਤਾਨੀ ਬਹੁਤ ਝੂਠੇ ਤੇ ਬਹੁਤ ਰੂਪੀਏ ਲੋਕ ਕਦੇ ਕਿਸੇ ਨੂੰ ਆਪਣਾ ਅਸਲੀ ਆਪਾ ਦੇਖਣ ਦਿੰਦੇ ਹਾਂ? ਜਾਣ ਪਹਿਚਾਣ ਮਗਰੋਂ ਵੀ ਅਸੀਂ ਕਦੋਂ ਕਿਸੇ ਨੂੰ ਜਾਣ ਸਕਦੇ ਹਾਂ? ਸਿਮਰਨ ਬੋਲੀ। ਜਿਵੇਂ ਗੁੱਸੇ 'ਚ ਕੋਈ ਫੈਸਲਾ ਨਹੀਂ ਕਰੀਦਾ, ਉਸੇ ਤਰ੍ਹਾਂ ਉਦਾਸੀ ਵੇਲੇ ਵੀ ਕੋਈ ਫੈਸਲਾ ਨਹੀਂ ਕਰੀਦਾ। ਮੈਨੂੰ ਲੱਗਦਾ ਅੱਜ ਕੱਲ੍ਹ ਤੂੰ ਬਹੁਤ ਉਦਾਸ ਹੈ, ਸੋ ਮਾਮਾ ਜੀ ਦੀ ਬਿਨਾਂ ਸੋਚੇ ਸਮਝੇ ਕਿਸੇ ਗੱਲ ਦੀ ਹਾਂ ਨਾ ਕਰ ਦੇਈਂ, ਮੈਡਮ ਸੌਂਦੀ ਨੇ ਆਖਿਆ। ਮੈਡਮ ਦੀ ਗੱਲ ਠੀਕ ਹੈ ਸਿਮਰਨ, ਅਜੇ ਤੈਨੂੰ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ, ਬਲਦੇਵ ਬੋਲਿਆ। ਚੱਲੀਏ? ਕੌਫੀ ਮੁਕਾ ਕੇ ਸਿਮਰਨ ਨੇ ਪੁੱਛਿਆ। ਤਿੰਨੇ ਉੱਠ ਖੜੇ ਹੋਏ। ਸਿਮਰਨ ਕਾਊਂਟਰ ਵੱਲ ਪੈਸੇ ਦੇਣ ਲਈ ਜਾਣ ਲੱਗੀ ਤਾਂ ਬਲਦੇਵ ਕਾਹਲੀ ਨਾਲ ਲੱਗੇ ਹੋ ਕੇ ਬੋਲਿਆ, ਨਹੀਂ ਸਿਮਰਨ, ਪੈਸੇ ਮੈਂ ਦੇਵਾਂਗਾ। ਤੇਰੇ ਜਿੰਨੀ ਸਕਾਲਰਸ਼ਿਪ ਮੈਨੂੰ ਮਿਲਦਾ, ਸਿਮਰਨ ਨੇ ਆਖਿਆ। ਗੱਲ ਸਿਰਫ ਪੈਸਿਆਂ ਦੀ ਨਹੀਂ, ਹੋਰ ਕੀ ਹੈ? ਤੁਸੀਂ ਦੋਵੇਂ ਰਹਿੰਦੇ ਹੋ, ਅੱਜ ਪੈਸੇ ਮੈਂ ਦੇਵਾਂਗੀ, ਆਖ ਮੈਡਮ ਅੱਗੇ ਹੋਈ। ਮੈਡਮ ਜੀ, ਮੈਂ ਤੁਹਾਡੇ ਪੈਰੀ ਪੈਂਦਾ, ਆਖ ਬਲਦੇਵ ਪੈਸੇ ਦੇਣ ਚਲਾ ਗਿਆ। ਸਿਮਰਨ ਬੱਸ ਲੈਣ ਲਈ ਚਲੀ ਗਈ ਤਾਂ ਕਾਊਂਟਰ ਤੋਂ ਵਾਪਸ ਆ ਕੇ ਬਲਦੇਵ ਨੇ ਮੈਡਮ ਸੌਂਦੀ ਨੂੰ ਆਖਿਆ, ਮੈਡਮ ਜੀ, ਕਿਸੇ ਦਿਨ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਠੀਕ ਹੈ, ਕਰ ਲਈ,
ਮੈਡਮ ਨੇ ਆਖ ਦਿੱਤਾ। ਪਰ ਮਗਰੋਂ ਉਹ ਸੋਚਦੀ ਰਹੀ, ਬਲਦੇਵ ਨੇ ਮੇਰੇ ਨਾਲ ਕੀ ਗੱਲਾਂ ਕਰਨੀਆਂ ਨੇ। ਭਾਗ 8ਵਾਂ। ਬੱਸ 'ਚ ਬੈਠੀ ਘਰ ਨੂੰ ਆ ਰਹੀ ਸਿਮਰਨ ਨੂੰ ਪਤਾ ਨਹੀਂ ਕਿਉਂ ਅੱਜ ਦਿਨ ਹੋਰ ਤਰ੍ਹਾਂ ਦਾ ਹੀ ਲੱਗਿਆ। ਉਹਨੂੰ ਇਹ ਵੀ ਭੁੱਲ ਗਿਆ ਕਿ ਸਰਦੀਆਂ ਦਾ ਮੌਸਮ ਆ ਰਿਹਾ, ਸਰਦੀ ਦਾ ਮੌਸਮ ਜਾ ਰਿਹਾ। ਫਿਰ ਉਹਨੇ ਜਿਵੇਂ ਆਪਣੇ ਆਪ ਨੂੰ ਦੱਸਣਾ ਸ਼ੁਰੂ ਕੀਤਾ, ਪਟਿਆਲਾ, ਇਹ ਪਟਿਆਲਾ ਹੈ, ਵੱਡੇ ਸਾਰੇ ਸ਼ਹਿਰ ਦੇ, ਵੱਡੇ ਸਾਰੇ ਸੰਸਾਰ ਦੇ ਇੱਕ ਮੁਲਕ ਦੇ ਇੱਕ ਹਿੱਸੇ ਵਿੱਚ ਇਹ ਸ਼ਹਿਰ ਪਤਾ ਨਹੀਂ ਕਦੋਂ ਦਾ ਤੁਰਿਆ ਹੋਇਆ। ਇਸੇ ਸ਼ਹਿਰ 'ਚ ਭੁਪਿੰਦਰਾ ਨਗਰ ਹੈ। ਭੁਪਿੰਦਰਾ ਨਗਰ 'ਚ ਇੱਕ ਵੱਡੀ ਸਾਰੀ ਪੁਰਾਣੀ ਕੋਠੀ ਹੈ। ਆਖਦੇ ਨੇ ਇਸ ਕੋਠੀ ਦਾ ਇੱਕ ਆਪਣਾ ਇਤਿਹਾਸ ਹੈ। ਇਸ ਕੋਠੀ ਵਿੱਚ ਵੀ ਕਦੇ ਬੜੀਆਂ ਰੌਣਕਾਂ ਸਨ, ਬੜੀ ਚਹਿਲ ਪਹਿਲ ਸੀ। ਇਸ ਕੋਠੀ ਦੇ ਇੱਕ ਕਮਰੇ 'ਚ ਬੈਠ ਕੇ ਸੀਮਾ ਪੇਂਟਿੰਗ ਕਰਦੀ ਹੁੰਦੀ ਸੀ। ਸੀਮਾ ਕੌਣ ਸੀ? ਮੇਰੀ ਮੰਮੀ ਸੀ। ਆਖਦੇ ਨੇ ਮਾਂ ਬੱਚਾ ਨਹੀਂ ਚੁਣਦੀ, ਸਗੋਂ ਬੱਚੇ ਦੀ ਰੂਹ ਮਾਂ ਚੁਣਦੀ ਹੈ। ਕਿ ਮੇਰੀ ਰੂਹ ਨੇ ਸੀਮਾ ਨੂੰ ਮਾਂ ਚੁਣਿਆ ਸੀ? ਕਿਉਂ ਚੁਣਿਆ ਸੀ ਮੈਂ ਉਹਨੂੰ ਆਪਣੀ ਮਾਂ? ਕਿ ਉਹਨੂੰ ਇਹ ਰਿਸ਼ਤਾ ਕਬੂਲ ਨਹੀਂ ਸੀ? ਉਹਨੇ ਆਪਣੇ ਆਪ ਨੂੰ ਸਭ ਕਾਸੇ ਵਿੱਚੋਂ ਕਿਉਂ ਐਡੀ ਛੇਤੀ ਮਨਫੀ ਕਰ ਲਿਆ ਸੀ? ਇਹ ਮਰਨ ਜੰਮਣ ਵੀ ਆਖਿਰ ਕੀ ਹੈ? ਇਸ ਜਨਮ ਤੋਂ ਪਹਿਲਾਂ ਮੈਂ ਕੌਣ ਸੀ, ਕਿੱਥੇ ਸੀ? ਇਸ ਤੋਂ ਮਗਰੋਂ ਮੈਂ ਕੌਣ ਹੋਵਾਂਗੀ? ਕੁਝ ਪਤਾ ਨਹੀਂ। ਹਨੇਰੇ ਤੋਂ ਹਨੇਰੇ ਤੱਕ ਦਾ ਸਫ਼ਰ ਹੀ ਹੈ ਸ਼ਾਇਦ ਇਸੇ ਲਈ ਯੱਗ ਹਵਨ ਤੋਂ ਮਗਰੋਂ ਪ੍ਰਾਰਥਨਾ ਕੀਤੀ ਜਾਂਦੀ ਸੀ, ਮੈਨੂੰ ਅਸਤ ਤੋਂ ਸੱਤ ਵੱਲ, ਧੁੰਦੂਕਾਰ ਤੋਂ ਰੋਸ਼ਨੀ ਵੱਲ, ਕਾਲ ਤੋਂ ਅਕਾਲ ਵੱਲ ਲੈ ਚੱਲ। ਰਿਸ਼ੀ ਆਖਦਾ ਹੈ ਇਹ ਮਨ ਦਾ ਹਨੇਰਾ ਹੀ ਹੈ, ਜਿਸ ਕਾਰਨ ਪੁਰਸ਼ ਆਪਣੇ ਆਪ ਨੂੰ ਸਰੀਰ, ਇੰਦਰੀਆਂ, ਮਨ ਤੇ ਬੁੱਧੀ ਨਾਲ ਜੋੜਦਾ ਹੈ ਤੇ ਉਹਨਾਂ ਨਾਲ ਤਦ ਰੂਪਤਾ ਮਹਿਸੂਸ ਕਰਦਾ ਹੈ। ਸਿਮਰਨ, ਹੇਠਾਂ ਤੋਂ ਬੇਜੀ ਨੇ ਆਵਾਜ਼ ਦਿੱਤੀ। ਪਲ ਦੇ ਪਲ ਹੀ ਉਹ ਭੁਚੱਕੀ ਜਿਹੀ ਰਹਿ ਗਈ। ਸਿਮਰਨਾਂ ਦੀ ਭੀੜ ਵਿੱਚੋਂ ਪਤਾ ਨਹੀਂ ਬੇਜੀ ਕਿਹੜੀ ਸਿਮਰਨ ਨੂੰ ਆਵਾਜ਼ਾਂ ਦੇ ਰਹੇ ਸਨ। ਸਿਮਰਨ, ਬੇਜੀ ਨੇ ਫਿਰ ਹਾਕ ਮਾਰੀ। ਹੁਣ ਉਹਨੂੰ ਲੱਗਿਆ ਬੇਜੀ ਅਸਲ 'ਚ ਉਹਦਾ ਨਾਮ ਲੈ ਕੇ ਉਹਦੀ ਮੰਮੀ ਨੂੰ ਆਵਾਜ਼ਾਂ ਦੇ ਰਹੇ ਸਨ। ਆਈ ਬੇਜੀ, ਉਹਨੇ ਜਦੋਂ ਆਖਿਆ ਉਹਨੂੰ ਲੱਗਿਆ ਕਿ ਉਹਨੇ ਨਹੀਂ, ਜਿਵੇਂ ਉਹਦੀ ਮੰਮੀ ਸੀਮਾ ਨੇ ਆਖਿਆ ਸੀ, ਆਈ ਬੇਜੀ। ਉਹਨੇ ਹੇਠਾਂ ਆ ਕੇ ਦੇਖਿਆ ਕੁਲਦੀਪ ਸਿੰਘ, ਉਹਦੇ ਮਾਮਾ ਜੀ ਆ ਗਏ ਸਨ, ਪਰ ਉਹ ਬੜੇ ਉਦਾਸ ਤੇ ਥੱਕੇ ਲੱਗ ਰਹੇ ਸਨ। ਗਿੰਦਾ ਰਾਮ ਨੇ ਪਾਣੀ ਦਿੱਤਾ ਪੀਣ ਲਈ। ਉਹ ਬੇਧਿਆਨੇ ਜੇ ਪੀ ਗਈ ਤੇ ਦੂਜੇ ਹੀ ਪਲ ਉਹਨਾਂ ਨੇ ਗਿੰਦਾ ਰਾਮ ਨੂੰ ਫਿਰ ਆਵਾਜ਼ ਦਿੱਤੀ ਕਿ ਪਾਣੀ ਕਿਉਂ ਨਹੀਂ ਦੇ ਕੇ ਗਿਆ? ਕਿਉਂ ਪਤਾ ਲੱਗਿਆ ਪੁੱਤਾ? ਸਹਿਮ ਜੀ ਤਾਈ ਭਗਵੰਤੀ ਨੇ ਕੋਲ ਆ ਕੇ ਪੁੱਛਿਆ। ਅਜੇ ਨਹੀਂ, ਇੱਕ ਦੋ ਦਿਨਾਂ ਤੱਕ ਸ਼ਾਇਦ ਪਤਾ ਲੱਗ ਜਾਏ, ਉਹਨਾਂ ਤਾਈ ਭਗਵੰਤੀ ਤੋਂ ਪਰਾਂ ਝਾਕਦਿਆਂ ਆਖਿਆ। ਇਉਂ ਕਰਦੀਆਂ ਫਿਰ ਮੈਂ ਅੱਜ ਪਿੰਡ ਵਗ ਜਾਂਦੀ ਹਾਂ। ਸਾਰੀ ਜੀ ਜਨ ਤੋਂ ਉਧਰਿਆ ਪਿਆ, ਨਾਲੇ ਡੰਗਰ ਬੱਚਾ ਕੀਲਿਆਂ 'ਤੇ ਹੀ ਖੜਾ ਹੋ। ਕਿੰਨੇ ਦਿਨ ਹੋ ਗਏ ਸਾਨੂੰ ਤਾਂ, ਨਾ ਖਾਂਦਿਆਂ ਨੂੰ ਖਾਣਾ ਹੈ, ਨਾ ਪੀਂਦਿਆਂ ਨੂੰ ਪੀਣਾ ਹੈ। ਜਾ ਕੇ ਦੱਸਾਂ ਵੀ ਕੁਲਦੀਪ ਸਿੰਘ ਆ ਗਿਆ, ਆਪੇ ਪਤਾ ਕਰੂ। ਮੈਂ ਤਾਂ ਆਖਦੀ ਹਾਂ ਬੇਸ਼ੱਕ ਸਾਡਾ ਘਰ ਬਾਹਰ ਲੱਗ ਜੇ, ਪਰ ਮੁੰਡਾ ਮਿਲ ਜੇ ਜਿਉਂਦਾ ਜਾਗਦਾ। ਤਾਈ ਭਗਵੰਤੀ ਨੇ ਉੱਠ ਕੇ ਜੁੱਤੀ ਪਾਉਂਦਿਆਂ ਬੇਜੀ ਨੂੰ ਆਖਿਆ। ਸਿਮਰਨ ਦੇ ਮਾਮਾ ਜੀ ਉੱਠ ਕੇ ਗੁਸਲਖਾਨੇ 'ਚ ਚਲੇ ਗਏ, ਸ਼ਾਇਦ ਮੂੰਹ ਹੱਥ ਧੋਣ। ਉਹਨਾਂ ਦੇ ਬਾਹਰ ਆਉਣ 'ਤੇ ਇੱਕ ਤਾਈ ਭਗਵੰਤੀ ਜਾ ਚੁੱਕੀ ਸੀ। ਬੇਜੀ ਨੇ ਬਥੇਰਾ ਆਖਿਆ ਕਿ ਆਥਣ ਹੋਣ ਵਾਲਾ ਬੇਬੇ, ਸਵੇਰੇ ਚਲੀ ਜਾਈਂ, ਪਰ ਉਹਦੇ ਜੀ ਨੂੰ ਟੇਕ ਕਿੱਥੇ? ਚਾਹ ਨਾਲ ਹੋਰ ਕੀ ਲਏਗਾ? ਬੇਜੀ ਨੇ ਕਾਜੂਆਂ ਦੀ ਪਲੇਟ ਆਪਣੇ ਪੁੱਤਰ ਅੱਗੇ ਕਰਦਿਆਂ ਆਖਿਆ। ਕੁਛ ਨਹੀਂ। ਦੁਪਹਿਰੇ ਰੋਟੀ ਖਾ ਲਈ ਸੀ? ਬੇਜੀ ਨੇ ਪੁੱਛਿਆ। ਕੁਲਦੀਪ ਚਿੰਤਾਤੁਰ ਜਿਹਾ ਦਿਸਦਾ ਸੀ। ਉਹਨੇ ਬੇਜੀ ਦੀ ਗੱਲ ਸ਼ਾਇਦ ਸੁਣੀ ਨਹੀਂ, ਤਾਂ ਫਿਰ ਸੁਣ ਕੇ ਜਵਾਬ ਨਹੀਂ ਦਿੱਤਾ। ਤੂੰ ਗਿਆ ਸੀ ਉੱਥੇ ਜਿੱਥੇ ਮੁੰਡੇ ਫੜ ਕੇ ਰੱਖੇ ਹੋਏ ਨੇ? ਆਖਦੇ ਨੇ ਬੜੇ ਤਸੀਹੇ ਦਿੰਦੇ ਨੇ, ਬੇਜੀ ਨੇ ਪੁੱਛਿਆ। ਕੁਲਦੀਪ ਨੇ ਫਿਰ ਵੀ ਕੋਈ ਉੱਤਰ ਨਾ ਦਿੱਤਾ। ਅਸਲ 'ਚ ਜੋ ਕੁਝ ਉਹ ਆਰਮੀ ਦੇ ਇੰਟੈਰੋਗੇਸ਼ਨ ਸੈਂਟਰ 'ਚ ਦੇਖ ਕੇ ਆਇਆ ਸੀ, ਉਹਨੇ ਉਹਨੂੰ ਬਹੁਤ ਬੇਆਰਾਮ ਕੀਤਾ ਸੀ। ਉਹਨੇ ਪਤਾ ਕਰ ਲਿਆ ਸੀ ਕਿ ਤਾਈ ਭਾਗਵੰਤੀ ਦਾ ਪੋਤਰਾ ਮਾਰਨ ਨਾਲ ਮਰ ਗਿਆ ਸੀ। ਕਰਨਲ ਮਿਸ਼ਰਾ ਉਹਦਾ ਵੱਖ ਫੋਨ ਕਰਕੇ ਪਤਾ ਲੱਗ ਗਿਆ ਸੀ। ਕਰਨਲ ਮਿਸ਼ਰਾ ਸਗੋਂ ਆਪ ਬੜਾ ਦੁਖੀ ਸੀ ਕਿ ਸਰਕਾਰ ਨੇ ਸਾਨੂੰ ਕਿਹੜੇ ਕੰਮ ਲਾ ਦਿੱਤਾ। ਗੁਰਮੀਤ ਬਾਰੇ ਕੁਛ ਤਾਂ ਪਤਾ ਲੱਗਿਆ ਹੋਊ ਵੀ ਕਿੱਥੇ ਲੈ ਗਏ? ਬੇਜੀ ਨੇ ਚਿੰਤਾਤੁਰ ਜਿਹੇ ਬੈਠੇ ਕੁਲਦੀਪ ਨੂੰ ਫਿਰ ਪੁੱਛਿਆ। ਪਰ ਕੁਲਦੀਪ ਨੂੰ ਅਜੇ ਵੀ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਬੇਜੀ ਨੂੰ ਕੀ ਦੱਸੇ ਤੇ ਕਿਵੇਂ ਦੱਸੇ। ਤੁਸੀਂ ਤੇ ਸਿਮਰਨ ਕੁਝ ਦਿਨਾਂ ਲਈ ਦਿੱਲੀ ਚੱਲੋ, ਇੱਥੇ ਮਾਹੌਲ ਠੀਕ ਨਹੀਂ। ਜਦੋਂ ਕੁਲਦੀਪ ਨੇ ਆਖਿਆ, ਬੇਜੀ ਸਵਾਰ ਕੇ ਉਸ ਵੱਲ ਝਾਕੇ। ਕੱਲ੍ਹ ਨੂੰ ਤੇਰੀ ਤਾਈ ਭਾਗਵੰਤੀ ਫਿਰ ਪਤਾ ਕਰਨਾ ਹੋ। ਬੇਜੀ, ਉਹਨਾਂ ਦਾ ਮੁੰਡਾ ਜਿਉਂਦਾ ਨਹੀਂ। ਗੱਲ ਟੁੱਕ ਕੇ ਕੁਲਦੀਪ ਨੇ ਜਦੋਂ ਆਖਿਆ ਤਾਂ ਬੇਜੀ ਹੈਰਾਨ ਪਰੇਸ਼ਾਨ ਸਿਰ ਫੜ ਕੇ ਬੈਠ ਗਏ। ਸਿਮਰਨ ਨੇ ਵੀ ਚਾਹ ਦਾ ਕੱਪ ਉੱਥੇ ਹੀ ਰੱਖਤਾ। ਮੇਰਾ ਤਾਂ ਪਹਿਲਾਂ ਹੀ ਮੱਥਾ ਠਣਕਿਆ ਸੀ ਵੀ ਕੁਲਦੀਪ ਜਿਹੜਾ ਐਡਾ ਚੁੱਪ ਹੈ ਸੁੱਖ ਨਹੀਂ। ਉਸ ਵਿਚਾਰੀ ਦੇ ਤਾਂ ਘਰ ਨੂੰ ਪੱਥਰ ਦਾ ਜੰਦਰਾ ਲੱਗ ਗਿਆ।
ਨਕਰਮਨ ਨੂੰ ਕੱਲ ਨੂੰ ਮੈਂ ਦੱਸੂਗੀ ਕਿਵੇਂ ਵੀ ਤੂੰ ਤਾਂ ਪੱਟੀ ਗਈ ਦੋਵਾਂ ਜਹਾਨਾਂ ਤੋਂ, ਪਾਲਿਆ ਪਲੋਸਿਆ ਪੁੱਤ ਭੰਗ ਦੇ ਭਾਣੇ ਗਿਆ। ਬੇਜੀ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੇ ਸੀ। ਕੱਲ ਆਪਾਂ ਦਿੱਲੀ ਚੱਲਾਂਗੇ, ਕੁਲਦੀਪ ਨੇ ਜਿਵੇਂ ਫੈਸਲਾ ਸੁਣਾ ਦਿੱਤਾ। ਨਹੀਂ ਕਾਕਾ, ਤੂੰ ਸਿਮਰਨ ਨੂੰ ਲੈ ਜਾਣੀ ਹੈ। ਮੈਂ ਤਾਂ ਤੇਰੀ ਤਾਈ ਦੇ ਪੋਤੇ ਦੇ ਭੋਗ ਮਗਰੋਂ ਹੀ ਆਉਂਗੀ। ਗੁਰਮੀਤ ਬਾਰੇ ਅਜੇ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਦੱਸਣਾ, ਸੋ ਚੰਗਾ ਆਪਾਂ ਵੀ ਕੁਝ ਨਾ ਦੱਸੀਏ, ਕੁਲਦੀਪ ਨੇ ਸੰਜੀਦਗੀ ਨਾਲ ਆਖਿਆ। ਪਰ ਕਾਕਾ, ਜੇ ਪਤਾ ਲੱਗ ਜੂ ਅਗਲੇ ਆਪਣੇ ਨੂੰ ਰੋ ਧੋ ਕੇ ਘਰੇ ਤਾਂ ਬੈਠ ਜਾਣਗੇ। ਹੁਣ ਕਿਵੇਂ ਬਿੱਲੀ ਵਾਂਗੂ ਤੜਫਦੇ ਫਿਰਦੇ ਆ। ਫਿਰ ਜਦੋਂ ਬਹੁਤ ਸਾਰੇ ਲੋਕਾਂ ਦੇ ਮੁੰਡੇ ਘਰਾਂ ਨੂੰ ਨਹੀਂ ਮੁੜਨਗੇ, ਲਾਪਤਾ ਹੋਣਗੇ, ਉਦੋਂ ਇਹਨਾਂ ਨੂੰ ਵੀ ਪਤਾ ਲੱਗ ਜੂ। ਪਰ ਕਾਕਾ, ਇਹ ਸਭ ਕਿਉਂ ਹੋ ਰਿਹਾ ਹੈ? ਕਿਉਂ ਮਾਵਾਂ ਦੇ ਪੁੱਤਾਂ ਨੂੰ ਮਾਰੀ ਜਾਂਦੇ ਆ? ਨਾਲੇ ਜਾ ਵੱਡੀ ਆਪਣੀ ਸਰਕਾਰ ਹੈ। ਬਖਸ਼ੀ ਮਹਾਰਾਜ, ਇਹੋ ਜਿਹੇ ਵੇਲਿਆਂ ਤੋਂ ਬੇਜੀ ਬੇਚੈਨ ਹੋਏ ਆਖ ਰਹੇ ਸਨ। ਕੁਲਦੀਪ ਉੱਠ ਕੇ ਉੱਪਰ ਆਪਣੇ ਕਮਰੇ 'ਚ ਚਲਾ ਗਿਆ ਤੇ ਜਾਂਦਾ ਹੀ ਅਲਮਾਰੀ ਵਿੱਚੋਂ ਕੱਢ ਕੇ ਰੰਮ ਪੀਣ ਲੱਗ ਪਿਆ। ਰੋਟੀ ਖਾਣ ਜਦੋਂ ਹੇਠਾਂ ਉਤਰਿਆ ਤਾਂ ਉਹਦੇ ਪੈਰ ਬਹੁਤੀ ਪੀਣ ਕਰਕੇ ਥਿੜਕ ਰਹੇ ਸਨ। ਬੇਜੀ, ਸਿਮਰਨ ਦਾ ਵਿਆਹ ਕਰ ਦੇਈਏ? ਰੋਟੀ ਖਾਂਦਿਆਂ ਉਹਨੇ ਸਿਮਰਨ ਵੱਲ ਦੇਖ ਕੇ ਪੁੱਛਿਆ। ਦੇਖ ਫਿਰ ਕੋਈ ਚੱਜ ਦਾ ਮੁੰਡਾ, ਬੇਜੀ ਨੇ ਉੱਤਰ ਦਿੱਤਾ। ਸਿਮਰਨ ਲਈ ਲੜਕਾ ਬਹੁਤ ਅੱਛਾ ਚਾਹੀਦਾ ਹੈ। ਉਹ ਜੋ ਮੰਗੇਗਾ ਮੈਂ ਦਿਆਂਗਾ। ਜ਼ਮੀਨ, ਕੋਠੀ, ਕਾਰ, ਕੈਸ਼, ਜੋ ਕਹੇਗਾ। ਬੇਜੀ, ਸਿਮਰਨ ਮੇਰੀ ਬੇਟੀ ਹੈ। ਕੁਲਦੀਪ ਸ਼ਾਇਦ ਜ਼ਿਆਦਾ ਹੀ ਪੀ ਗਿਆ ਸੀ। ਤੁਸੀਂ ਮਾਮਾ ਜੀ ਮੇਰਾ ਫਿਕਰ ਨਾ ਕਰਿਆ ਕਰੋ, ਮੈਂ ਆਪੇ ਦੱਸ ਦਿਆਂਗੀ ਜਦ ਸ਼ਾਦੀ ਕਰਨੀ ਹੋਈ। ਸਿਮਰਨ ਨੇ ਮਾਮਾ ਜੀ ਵੱਲ ਗਰਮ ਫੁਲਕਾ ਕਰਦਿਆਂ ਆਖਿਆ। ਨਹੀਂ ਸਿਮਰਨ, ਤੇਰੀ ਆਪੇ ਵਾਲੀ ਸ਼ਾਦੀ ਮੈਂ ਨਹੀਂ ਕਰਾਂਗਾ। ਫਿਰ ਤੂੰ ਹੀ ਕੋਈ ਗੱਲ ਮੈਨੂੰ ਨਹੀਂ ਦੱਸਿਆ ਕਰੇਂਗੀ, ਕਿਸੇ ਨੂੰ ਵੀ ਨਹੀਂ ਦੱਸਿਆ ਕਰੇਂਗੀ, ਤੇ ਫਿਰ ਦਿਮਾਗ ਦੀਆਂ ਨਾੜਾਂ ਫਟ ਜਾਣ ਨਾਲ ਮਰ ਜਾਏਂਗੀ। ਪਲੀਜ਼ ਮਾਮਾ ਜੀ ਖਾਣਾ ਖਾਓ, ਸਿਮਰਨ ਨੇ ਸਬਜ਼ੀ ਵਾਲਾ ਡੋਂਗਾ ਉਸ ਵੱਲ ਕਰਦਿਆਂ ਆਖਿਆ। ਪਰ ਕੁਲਦੀਪ ਨੇ ਖਾਣਾ ਖਾਧਾ ਨਹੀਂ। ਉੱਠ ਕੇ ਦਿੱਲੀ ਨੂੰ ਫੋਨ ਕਰਨ ਲੱਗ ਪਿਆ। 2-3 ਵਾਰੀ ਕੋਸ਼ਿਸ਼ ਕੀਤੀ, ਫੋਨ ਮਿਲਿਆ ਨਹੀਂ, ਤੇ ਫਿਰ ਕੁਲਦੀਪ ਉਸੇ ਤਰ੍ਹਾਂ ਬਿਨਾਂ ਕੁਝ ਖਾਧੇ ਪੀਤੇ ਡਿੱਕੋ ਡੋਲੇ ਖਾਂਦਾ ਉੱਪਰ ਜਾ ਕੇ ਆਪਣੇ ਕਮਰੇ 'ਚ ਪੈ ਗਿਆ। ਗੇਂਦਾ ਰਾਮ ਸਰਾਣੇ ਦੁੱਧ ਰੱਖ ਆਇਆ, ਲਾਈਟ ਬੁਝਾ ਕੇ ਬਾਹਰ ਭੇੜ ਆਇਆ। ਅਜੇ ਦਿਨ ਚੜ੍ਹਿਆ ਹੀ ਸੀ ਕਿ ਤਾਈ ਭਾਗਵੰਤੀ ਆ ਪਹੁੰਚੀ। ਮੈਨੂੰ ਤਾਂ ਮਸਾਂ ਰਾਤ ਨਿਕਲੀ। ਜਾਗਰ ਨੂੰ ਆਖਿਆ, ਸਾਊ ਮੈਨੂੰ ਤਾਂ ਮੋਟਰਸਾਈਕਲ 'ਤੇ ਲੈ ਕੇ ਚੱਲ, ਬਸ ਤਾਂ ਅੱਗ ਲੱਗਣੀ ਖਬਰ ਨਹੀਂ ਕਿਹੜੇ ਵੇਲੇ ਆਊਗੀ, ਤਾਈ ਦੱਸ ਰਹੀ ਸੀ। ਬੇਜੀ ਨੇ ਤਾਈ ਦੇ ਪੈਰੀਂ ਹੱਥ ਲਾਏ। ਜਿਉਂਦੀ ਵਸਦੀ ਰਹੋ, ਤੇਰਾ ਪੁੱਤ ਜੀਵੇ, ਰੱਬ ਤੇਰੀਆਂ ਅੱਖਾਂ ਠੰਡੀਆਂ ਰੱਖੇ। ਕੀ ਖਬਰ ਲਿਆਇਆ ਕੁਲਦੀਪ ਸਿਉਂ? ਜੇ ਰੁਪਈਏ ਦੇ ਕੇ ਕੰਮ ਬਣਦਾ ਅਸੀਂ ਤਾਂ ਮੁੰਡੇ ਦੇ ਬਰਾਬਰ ਤੋਲ ਦਿਆਂਗੇ, ਤਾਈ ਆਖ ਰਹੀ ਸੀ। ਸਿਮਰਨ, ਚਾਹ ਲਿਆ ਬੇਬੇ ਲਈ। ਤੂੰ ਬਹਿ ਜਾ ਜਾਗਰ ਸਿਉਂ, ਬੇਜੀ ਬੋਲੀ। ਚਾਹ ਰਹਿਣ ਦਿਓ, ਅਸੀਂ ਪੀ ਕੇ ਆਏ ਹਾਂ। ਕਿਸੇ ਚੀਜ਼ ਨੂੰ ਵੱਡੀ ਰੂਹ ਕਿਹੜਾ ਕਰਦੀ ਹੈ? ਇਦੋਂ ਤਾਂ ਰੱਬ ਮੈਨੂੰ ਚੱਕ ਲਏ। 4 ਦਿਨਾਂ 'ਚ ਅਰਜਨ ਸਿਉਂ ਦਾ ਮੂੰਹ ਇਉਂ ਹੋ ਗਿਆ ਜਿਵੇਂ ਦੱਬ ਕੇ ਕੱਢਿਆ ਹੋਵੇ। ਰੱਬ ਨੂੰ ਜਾਨ ਦੇਣੀ ਹੈ। ਬੇਬੇ ਗੁਰਮੀਤ ਤਾਂ ਕਦੇ ਅੱਖ 'ਚ ਪਾਇਆ ਕਿਹੜਾ ਰੜਕਦਾ ਸੀ। ਉਹਨੇ ਇਹੋ ਜਿਹਾ ਕੀ ਕਰਤਾ ਹੋ ਵੀ ਨਪੁੱਤੇ ਦੇ ਫੜ ਕੇ ਲੈ ਗਏ, ਤਾਈ ਭਾਗਵੰਤੀ ਆਖੀ ਜਾ ਰਹੀ ਸੀ। ਕਾਕਾ, ਕੁਲਦੀਪ ਆਖਦਾ ਸੀ ਛੇਤੀ ਪਤਾ ਲੱਗਣਾ ਮੁਸ਼ਕਿਲ ਹੈ। ਕਿਧਰੇ ਦੂਰ ਲੈ ਗਏ ਖਾਸੇ ਸਾਰੇ ਮੁੰਡਿਆਂ ਨੂੰ, ਬੇਜੀ ਬੋਲੀ। ਹਾੜੇ ਭੈਣੇ, ਆਖ ਜਿਵੇਂ ਹੋਵੇ ਪਤਾ ਕਰੇ, ਬਸ ਪਤਾ ਲੱਗ ਜੇ ਵੀ ਉਹ ਜਿਉਂਦਾ ਹੈਗਾ। ਇਹ ਤਾਂ ਬੜਾ ਅਫਸਰ ਹੈ, ਪਤਾ ਕਰ ਲਓ। ਸਾਨੂੰ ਕਿਹਨੇ ਕੁਛ ਦੱਸਣਾ ਹੈ? ਕੱਲ ਤੇਰੇ ਜਾਣ ਮਗਰੋਂ ਵੀ ਕੁਲਦੀਪ ਸਿਉਂ ਕਈ ਥਾਈਂ ਪਤਾ ਕਰਕੇ ਆਇਆ, ਕਹਿੰਦਾ ਸੀ ਅਜੇ ਨਹੀਂ ਪਤਾ ਲੱਗਣਾ। ਬੇਜੀ ਨੇ ਜਦੋਂ ਦੱਸਿਆ, ਤਾਈ ਭਾਗਵੰਤੀ ਦਾ ਮੂੰਹ ਜਿਵੇਂ ਬੁੱਝ ਗਿਆ। ਤੂੰ ਫਿਰ ਐਂ ਕਰ ਜਾਗਰਾ, ਤੂੰ ਚੱਲ ਪਿੰਡ ਨੂੰ, ਮੈਂ ਤਾਂ ਫਿਰ ਹੁਸ਼ਿਆਰਪੁਰ ਨੂੰ ਜਾਊਂਗੀ। ਆਖਦੇ ਨੇ ਉੱਥੇ ਭ੍ਰਿਗੂ ਦਾ ਗ੍ਰੰਥ ਹੈ, ਕੁੰਡਲੀ ਮਿਲ ਜੇ ਤਾਂ ਸਭ ਕੁਝ ਲਿਖਿਆ ਮਿਲ ਜਾਂਦਾ। ਪਤਾ ਕਰਦੀਆਂ ਜਾ ਕੇ ਵੀ ਹੋਰ ਕਿੰਨਾ ਕੁ ਚਿਰ ਮੁੰਡੇ ਨੂੰ ਗਰਾਓ ਆ। ਆਖਦੀ ਤਾਈ ਭਾਗਵੰਤੀ ਉੱਠ ਖੜੀ ਹੋਈ। ਸਿਮਰਨ ਚਾਹ ਲੈ ਆਈ, ਪਰ ਤਾਈ ਭਾਗਵੰਤੀ ਨੇ ਪੀਤੀ ਨਹੀਂ। ਜਾਗਰ ਨੂੰ ਪਿੰਡ ਭੇਜ ਕੇ ਉਹ ਆਪ ਹੁਸ਼ਿਆਰਪੁਰ ਜਾਣ ਲਈ ਤਿਆਰ ਹੋ ਗਈ। ਪਹਿਲਾਂ ਦੁੱਖ ਨਿਵਾਰਨ ਨਾ ਹੋ ਚੱਲਿਆ। ਰਿਕਸ਼ੇ 'ਚ ਬੈਠੀ ਨੇ ਉਹਨੂੰ ਜਿਵੇਂ ਆਪਣੇ ਮਨ ਨਾਲ ਸਲਾਹ ਕੀਤੀ ਤੇ ਫਿਰ ਰਿਕਸ਼ੇ ਵਾਲੇ ਨੂੰ ਬੱਸ ਸਟੈਂਡ ਦੀ ਥਾਂ ਗੁਰਦੁਆਰੇ ਚੱਲਣ ਲਈ ਆਖਿਆ। ਗੁਰਦੁਆਰੇ ਸਰੋਵਰ ਦੇ ਕੰਢੇ ਨੀਲੇ ਆਕਾਸ਼ ਵੱਲ ਤੱਕਦੀ ਕਿੰਨਾ ਹੀ ਚਿਰ ਹੱਥ ਬੰਨੀ ਉਹ ਪੁੱਛਦੀ ਰਹੀ, ਹੇ ਸ਼ਾਂਤੀ ਸਰੂਪ ਗੁਰੂ ਨਾਨਕ, ਹੇ ਚਿੱਟੇ ਬਾਜਾਂ ਵਾਲੇ ਦਸਮ ਪਾਤਸ਼ਾਹ, ਤੇਰੇ ਬੰਦਿਆਂ ਨਾਲ ਆ ਕੀ ਹੋਣ ਲੱਗ ਪਿਆ? ਸਾਡੇ ਪਾਪੀਆਂ ਦੇ ਸਿਰ 'ਤੇ ਮਿਹਰ ਦਾ ਹੱਥ ਰੱਖ, ਸੁੱਖ ਸ਼ਾਂਤੀ ਵਰਤਾਓ। ਹੇ ਬਾਬਾ ਜੀ, ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਬਖਸ਼ ਦੇ। ਹਾੜਾ ਬਸ ਗੁਰਮੀਤ ਸਿਉਂ ਦਾ ਪਤਾ ਲੱਗ ਜੇ, ਮੈਂ 5 ਪੰਚਮੀਆਂ ਨੰਗੇ ਪੈਰੀਂ ਤੁਰ ਕੇ ਆ ਕੇ ਨਹਾਉਂਗੀ।
ਜਾਣਿਆ ਪਛਾਣਿਆ ਇਹ ਗੁਰਦੁਆਰਾ, ਇਹ ਸਰੋਵਰ, ਇਹ ਪਰਿਕਰਮਾ ਅੱਜ ਤਾਈ ਭਾਗਵੰਤੀ ਨੂੰ ਜਿਵੇਂ ਉੱਪਰੇ ਉੱਪਰੇ ਲੱਗੇ। ਲੋਕੀ ਛੋਟੀਆਂ ਛੋਟੀਆਂ ਟੋਲੀਆਂ ਬਣਾ ਕੇ ਇੱਕ ਦੂਜੇ ਨੂੰ ਕੁਝ ਦੱਸ ਰਹੇ ਸਨ। ਤਾਈ ਉੱਧਰ ਨੂੰ ਗਈ ਵੀ ਭਾਈ ਜਿਹੜੇ ਮੁੰਡੇ ਗੌਰਮੈਂਟ ਨੇ ਫੜੇ ਹੋਏ ਨੇ ਉਹਨਾਂ ਦਾ ਕੁਝ ਪਤਾ ਲੱਗਿਆ? ਤਾਈ ਨੇ ਪੁੱਛਿਆ। ਮੁੰਡੇ ਤਾਂ ਜਿਹੜੇ ਫੜਦੇ ਨੇ ਬਹੁਤਿਆਂ ਨੂੰ ਮਾਰੀ ਜਾਂਦੇ ਨੇ। ਉਹਨਾਂ 'ਚੋਂ ਇੱਕ ਜਣਾ ਬੋਲਿਆ, ਮੁੰਡਿਆਂ ਨੂੰ ਮਾਰੀ ਜਾਂਦੇ ਨੇ? ਸੁਣਦਿਆਂ ਤਾਈ ਦੀ ਜਿਵੇਂ ਆਸਾਨ ਜੇ ਮਾਰੇ ਗਏ। ਬਾਕੀ ਦੀ ਕੋਈ ਗੱਲ ਉਹਨੂੰ ਸੁਣਾਈ ਨਹੀਂ ਦਿੱਤੀ। ਹਾੜੇ ਮੇਰਾ ਵੀਰ, ਕੋਈ ਸੁੱਖ ਦਾ ਬੋਲ ਬੋਲ। ਮਾਰੇ ਕਾਹਨੂੰ ਜਾਣ ਮਾਵਾਂ ਦੇ ਪੁੱਤ, ਰੱਬ ਉਹਨਾਂ ਦੇ ਅੰਗ ਸੰਗ ਸਹਾਈ ਹੋਵੇ। ਤਾਈ ਘਬਰਾ ਕੇ ਬੋਲੀ, ਮਾਈ ਹਾਕਮਾਂ ਨੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਨਹੀਂ ਸੀ ਮਾਰੇ? ਵੇ ਵੀਰ, ਉਦੋਂ ਤਾਂ ਬਗਾਨੇ ਹਾਕਮ ਸੀ, ਹੁਣ ਤਾਂ ਆਪਣਾ ਰਾਜ ਹੈ। ਮਾਈ ਹਾਕਮ ਸਾਰੇ ਹੀ ਬਗਾਨੇ ਹੁੰਦੇ ਨੇ, ਭਾਵੇਂ ਕੋਈ ਵੀ ਹੋਵੇ। ਤਾਈ ਭਾਗਵੰਤੀ ਦਾ ਮਨ ਭਰ ਆਇਆ। ਪਤਾ ਨਹੀਂ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਖਿਆਲ ਆ ਗਿਆ ਕਿ ਆਪਣੇ ਗੁਰਮੀਤ ਦਾ। ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਉਹ ਵਾਪਸ ਪਰਤੀ। ਟਿਕਟ ਵਾਪਸ ਦੇ ਕੇ ਜੁੱਤੀ ਲੈਂਦੀ ਉਹ ਸੋਚ ਰਹੀ ਸੀ, ਮਨਾ ਪਿੰਡ ਨੂੰ ਹੀ ਚੱਲਾਂ, ਹੁਸ਼ਿਆਰਪੁਰ ਜਾਣ ਜੋਗਾ ਦਮ ਨਹੀਂ ਅੱਜ। ਨਾਲੇ ਖਬਰੇ ਚੰਡੀਗੜ੍ਹ ਤੋਂ ਅਰਜਨ ਸਿਉਂ ਗੁਰਮੀਤ ਦਾ ਕੋਈ ਪਤਾ ਸਤਾਈ ਲਿਆਇਆ ਹੋਵੇ।